ਸਾਡੇ ਗੁਰੂ ਆਏ 10 ਜੋਤ ਇੱਕ ਹੈ ਤੇ ਸ਼ਰੀਰ 10 ਨੇ। ਸਭ ਤੋਂ ਜ਼ਿਆਦਾ ਸਮਾਂ ਇਸ ਧਰਤੀ ਤੇ ਗੁਰੂ ਨਾਨਕ ਨੇ ਬਤੀਤ ਕੀਤਾ। 10 ਜਾਮਿਆਂ ਚ ਪਰਿਵਰਤਨ ਹੋ ਕੇ 243 ਸਾਲ ਦੇ ਲਾਗੇ ਸਫ਼ਰ ਤੈਅ ਕੀਤਾ। ਮੁਹੰਮਦ ਸਾਹਿਬ ਦਾ ਸਫ਼ਰ ਇੰਨਾ ਲੰਮਾ ਨਹੀਂ ਹੈ, ਈਸਾ ਜੀ ਦਾ ਵੀ ਸਫ਼ਰ ਇੰਨਾ ਲੰਮਾ ਨਹੀਂ ਹੈ, ਪੈਗੰਬਰਾਂ ਵਿੱਚ ਮੂਸੇ ਦਾ ਵੀ ਇੰਨਾ ਲੰਮਾ ਸਫ਼ਰ ਨਹੀਂ ਹੈ। ਇਹ ਆਇਆ ਤੇ ਇੱਕ ਗੱਲ ਪੱਕੀ ਆਈ ਹੈ ਕਿ ਬੰਦਾ ਇਸ ਧਰਤੀ ਤੇ ਬੰਦੇ ਦੇ ਨਾਲ ਜਿਹੜੇ ਪਸ਼ੂ ਪੰਛੀ ਕੋਈ ਵੀ ਜੀ ਨਹੀਂ ਸਕਦਾ, ਰਹੇ ਨਹੀਂ ਇੱਥੇ ਸਦਾ, ਇਹ ਜਾ ਜਾਣਗੇ। ਔਰ ਜਾਣ ਦੀ ਕੋਈ ਪੱਕੀ ਗਰੰਟੀ ਨਹੀਂ ਹੈ ਵੀ ਇਹ ਮਾਂ ਦੇ ਪੇਟ ਵਿੱਚ ਵੀ ਜਾ ਸਕਦੇ ਨੇ, ਬਾਹਰ ਨਿਕਲ ਕੇ ਇੱਕ ਸਾਹ ਲੈ ਕੇ ਵੀ ਮਰ ਸਕਦੇ ਨੇ, ਬੁੱਢੇ ਹੋ ਕੇ ਜਵਾਨੀ ਕਿਸੇ ਵੀ ਟਾਈਮ ਇਹਨਾਂ ਨੂੰ ਮੌਤ ਜਿਹੜੀ ਇਹਦਾ ਸੱਚਾਈ ਹੈ। ਇਹ ਸਾਨੂੰ ਕਿਹਾ ਜਾਂਦਾ ਕਿ ਮਰਨਾ ਸੱਚ ਤੇ ਜੀਣਾ ਝੂਠ। ਹੁਣ ਇਹਦੇ ਵਿੱਚ ਸਾਰੀ ਦੁਨੀਆ ਨਾਲ ਇੱਕ ਜੁੜੀਆਂ ਹੋਰ ਗੱਲਾਂ ਨੇ, ਉਹ ਹੈ ਅਮੀਰੀ ਤੋਂ ਅਮੀਰੀ, ਗਰੀਬੀ ਤੋਂ ਗਰੀਬੀ, ਬੜੇ ਬੜੇ ਦੁੱਖ, ਬੜੇ ਬੜੇ ਸੁੱਖ। ਇਹਦੇ ਨਾਲ ਨਾਲ ਚੰਗਿਆਈ ਬੁਰਿਆਈ, ਇਹਦੇ ਨਾਲ ਨਾਲ ਇੱਜ਼ਤ ਤੇ ਬੇਇੱਜ਼ਤੀ। ਕਿਸੇ ਬੰਦੇ ਦੀ ਇੱਜ਼ਤ ਹੁੰਦੀ ਹੈ, ਉਹਦੇ ਨਾਲ ਹਜ਼ਾਰਾਂ ਬੰਦੇ ਬਾਡੀਗਾਰਡ ਦੇ ਤੌਰ ਤੇ ਤੁਰੇ ਹੁੰਦੇ। ਰਾਸ਼ਟਰਪਤੀ ਨੂੰ ਜਦੋਂ ਸਲਾਮੀ ਦੇਣਗੇ, ਸਭ ਤੋਂ ਵਧੀਆ ਜਿਹੜੀ ਫੌਜ ਹੋਗੀ ਉਹ ਰਾਸ਼ਟਰਪਤੀ ਦੇ ਨਾਲ ਹੋਗੀ, ਵੀ ਰਾਸ਼ਟਰ ਦਾ ਪਤੀ ਹੈ। ਤੇ ਇੱਕ ਸੜਕ ਤੇ ਰੁਲਦਾ, ਇੱਕ ਜੇਲ੍ਹ ਚ ਰੁਲਦਾ, ਉਹ ਵੀ ਬੰਦੇ ਦੀ ਜੂਨ ਹੈ। ਇਸ ਕਰਕੇ ਪਿਆਰਿਓ, ਸਾਡਾ ਜਿਹੜਾ ਮਸਲਾ ਹੈ, ਇੱਕ ਜਥਾ ਜਿਹੜਾ ਗੁਰੂ ਪਾਤਸ਼ਾਹ ਤੋਂ ਸੇਵਾ ਲੈ ਰਿਹਾ, ਅਸੀਂ ਕਹਿੰਦੇ ਈਸਾਈ ਸੱਚੇ ਈਸਾਈ ਹੋਣ। ਮੈਂ ਹੁਣ ਅਗਲੀ ਛੋਟੀ ਜਿਹੀ ਬੇਨਤੀ ਕਰਾਂ। ਈਸਾਈ ਧਰਮ ਤੇ ਸਿੱਖ ਧਰਮ, ਖਾਲਸਾ ਪੰਥ ਤੇ ਜਿਹੜਾ ਸਨਾਤਨ ਧਰਮ ਹਿੰਦੂ ਤੇ ਜਿਹੜਾ ਯਹੂਦੀ ਵੀ ਦੇ ਵਿੱਚ ਲਾ ਲਓ, ਮੁਸਲਮਾਨ ਵੀ ਲਾ ਲਓ। ਈਸਾਈਆਂ ਬਾਰੇ ਮੈਂ ਜ਼ਿਆਦਾ ਨਹੀਂ ਕੁਝ ਵੀ ਕਹੂੰਗਾ, ਕਿਉਂਕਿ ਉਹਨਾਂ ਵਿੱਚ ਸ਼ਾਇਦ ਮੈਂ ਜ਼ਿਆਦਾ ਨਹੀਂ ਜਾਣਕਾਰੀ ਰੱਖਦਾ ਵੀ ਸ਼ਰਾਬ ਪੀਣੀ ਇਜਾਜ਼ਤ ਹੈ। ਕਿਤੇ ਮੈਂ ਸੁਣਿਆ ਵੀ ਹੈ ਕਿ ਕਦੇ ਬਾਹਰ ਵਿੱਚ ਕਦੀ ਨਾ ਕਦੀ ਥੋੜੀ ਬਹੁਤ ਵੰਡਦੇ, ਜਿੱਦਾਂ ਕੜਾਹ ਪ੍ਰਸ਼ਾਦ ਬਣਦੇ, ਸ਼ਾਇਦ ਕਿਸੇ ਨੇ ਗਲਤ ਕਿਹਾ। ਮੇਰਾ ਮਤਲਬ ਮੈਂ ਉਹ ਧਰਮ ਨੂੰ ਸਟੱਡੀ ਨਹੀਂ ਕੀਤਾ, ਸਟੱਡੀ ਮੈਂ ਦੂਜਿਆਂ ਨੂੰ ਵੀ ਨਹੀਂ ਕੀਤਾ, ਮਾੜਾ ਮੋਟਾ ਸੁਣ ਸੁਣਾ ਕੇ ਉਹਨਾਂ ਬਾਰੇ ਥੋੜੀ ਜਾਣਕਾਰੀ ਲਈ ਹੈ। ਹੁਣ ਮੇਰੀ ਬੇਨਤੀ ਹੈ ਵੀ ਆਹ ਗੱਲਾਂ ਸਾਰਿਆਂ ਧਰਮਾਂ ਦੀਆਂ ਸਾਂਝੀਆਂ ਨਿਕਲਣੀਆਂ। ਸਿੱਖ ਗੁਰੂ ਵੀ ਇਹ ਗੱਲ ਕਹਿਣਗੇ, ਈਸਾ ਜੀ ਵੀ ਇਹ ਗੱਲ ਕਹਿਣਗੇ, ਮੁਹੰਮਦ ਸਾਹਿਬ ਵੀ ਕਹਿਣਗੇ, ਮੂਸਾ ਵੀ ਕਹੇਗਾ, ਰਾਮ ਤੇ ਕ੍ਰਿਸ਼ਨ ਆਦਿਕ ਵੀ ਕਹਿਣਗੇ। ਕੀ ਕਹਿਣਗੇ? ਇੱਕ ਕਹਿਣਗੇ ਲੋਕਾਂ ਨੂੰ ਵੀ ਸਾਰੇ ਲੋਕ ਸੱਚ ਬੋਲਿਓ। ਕੀ ਬੋਲਿਓ? ਸੱਚ ਬੋਲਿਓ। ਜ਼ਿੰਦਗੀ 'ਚ ਝੂਠ ਹਾਰ ਜਾਏਗਾ, ਸੱਚ ਜਿੱਤੇਗਾ। ਜ਼ਿੰਦਗੀ ਦੀ ਪੜਾਅ ਤੇ ਜਿੱਤੇਗਾ। ਜਦ ਮਰਨ ਤੋਂ ਬਾਅਦ ਵੀ ਸੱਚ ਕਦੇ ਘਬਰਾਏਗਾ ਨਹੀਂ ਤੇ ਝੂਠ ਕਦੇ ਅੱਗੇ ਨਹੀਂ ਆਏਗਾ। ਇਹ ਗੱਲ ਪੱਕੀ ਕਰ ਲਿਓ ਬੰਦਿਆਂ ਨੂੰ, ਸਾਰੇ ਪੈਗੰਬਰਾਂ ਨੇ ਇਹ ਗੱਲ ਸੱਚ ਕਹੀ। ਇੱਕ ਦੂਸਰੀ ਗੱਲ ਇਹ ਕਹੀ ਹੈ ਕਿ ਕੋਈ ਵੀ ਬੰਦਾ ਠੱਗੀ ਠੋਰੀ ਬੇਈਮਾਨੀ ਦਾ ਪੈਸਾ ਘਰ ਨਾ ਲਿਆਇਓ। ਤੁਹਾਨੂੰ ਮਾਇਆ ਦੀ ਲੋੜ ਹੈ, ਕੇਵਲ ਤੁਹਾਨੂੰ ਹੀ ਪੈਸੇ ਦੀ ਲੋੜ ਹੈ। ਬਾਕੀ ਜਾਨਵਰਾਂ ਨੂੰ, ਪਸ਼ੂਆਂ ਪੰਛੀਆਂ ਨੂੰ, ਕਿਸੇ ਨੂੰ ਵੀ ਪੈਸੇ ਦੀ ਲੋੜ ਨਹੀਂ ਹੈ। ਤੁਹਾਨੂੰ ਪੈਸੇ ਦੀ ਲੋੜ ਹੈ, ਪਰ ਪੈਸਾ ਕਮਾਇਓ ਇਮਾਨਦਾਰੀ ਨਾਲ, ਉਹਦੇ ਵਿੱਚ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਨਾ ਹੈ। ਬਾਕੀ ਮੁਸਲਮਾਨਾਂ 'ਚ ਜ਼ਕਾਤ ਕੱਢੀ ਜਾਂਦੀ ਹੈ, ਈਸਾਈਆਂ ਦਾ ਮੈਨੂੰ ਪਤਾ ਨਹੀਂ, ਸਿੱਖਾਂ 'ਚ ਦਸਵੰਧ ਕੱਢਿਆ ਜਾਂਦਾ, ਉਹਨਾਂ ਦੀ ਜ਼ਕਾਤ ਹੈ ਮੁਸਲਮਾਨਾਂ ਦੀ। ਇੱਕ ਗੱਲ ਹੋਰ ਕਹਿ ਰਹੇ ਨੇ ਸਾਰੇ, ਈਸਾਈ ਧਰਮ ਨੂੰ ਮੈਂ ਇੱਥੇ ਛੱਡ ਦਿੰਦਾ। ਇਹ ਸਿੱਖ, ਸਨਾਤਨ ਹਿੰਦੂ ਤੇ ਮੁਸਲਮਾਨ, ਤੇ ਜਿੰਨਾ ਚਿਰ ਤੱਕ ਬੰਦੇ ਦੀ ਜ਼ਿੰਦਗੀ ਦਾ ਪਹਿਲਾ ਹਿੱਸਾ ਹੈ, ਬਚਪਨ ਹੈ, ਬਾਲਕ ਅਵਸਥਾ ਹੈ, ਲੜਕੀ ਹੈ, ਲੜਕਾ ਹੈ, ਉਹ ਕਦੇ ਵੀ ਸਰੀਰਕ ਨਜਾਇਜ਼ ਸੰਬੰਧ ਨਹੀਂ ਜੋੜਨੇ। ਇਹ ਮੈਂ ਈਸਾਈ ਧਰਮ ਬਾਰੇ ਨਹੀਂ ਕਹਿੰਦਾ ਕਹਿ ਰਿਹਾ, ਇਹ ਮੈਂ ਇਹਨਾਂ ਧਰਮ ਬਾਰੇ ਕਹਿ ਰਿਹਾ। ਉੱਥੇ ਮੈਨੂੰ ਪਤਾ ਲੱਗਿਆ ਕਿ ਜਿਹੜੇ ਉੱਥੇ ਔਲਾਦ ਹੁੰਦੀ ਹੈ, ਉਹਨਾਂ ਦੇ ਪਿਓ ਦਾ ਹੀ ਨਾਂ ਹੁੰਦਾ, ਉਹਨਾਂ ਦੇ ਪਿਓ ਦਾ ਨਾਂ ਨਹੀਂ ਹੁੰਦਾ, ਮਾਂ ਦਾ ਹੀ ਨਾਂ ਹੁੰਦਾ ਉਹਨਾਂ ਦਾ। ਇਹਦਾ ਮਤਲਬ ਉਹਨਾਂ 'ਚ ਕੁਛ ਐਸੀ ਖੁੱਲ੍ਹ ਦਿੱਤੀ ਹੋਏਗੀ, ਮੈਂ ਕੁਛ ਬਾਰੇ ਨਹੀਂ ਕਹਿ ਸਕਦਾ। ਪਰ ਸਾਡੇ ਜਿਹੜੇ ਮੈਂ ਬਾਕੀ ਦੱਸਦੇ ਆ, ਉਹਨਾਂ ਵਿੱਚ ਇਹ ਪਾਬੰਦੀ ਹੈ ਵੀ ਜਦੋਂ ਤੱਕ ਇਹ ਲੜਕੀ ਕਿਸੇ ਲੜਕੇ ਨਾਲ ਆਪਣੀ ਆਪਣੀ ਰਹੁ ਰੀਤੀ ਮਰਿਆਦਾ ਅਨੁਸਾਰ, ਜਿਵੇਂ ਸਿੱਖਾਂ ਦੇ ਆਨੰਦ ਕਾਰਜ ਨੇ, ਮੁਸਲਮਾਨਾਂ ਦੇ ਨਿਕਾਹ ਨੇ, ਹਿੰਦੂਆਂ ਦੇ ਅੱਗ ਬਾਲ ਕੇ ਵਿਆਹ ਪੜੇ ਜਾਂਦੇ ਨੇ, ਜਦੋਂ ਤੱਕ ਲੜਕੀ ਤੇ ਲੜਕੇ ਦੇ ਸਮਾਜਿਕ ਤੌਰ ਤੇ ਰਸਮ ਨਾ ਅਦਾ ਕੀਤੀ ਜਾਏ ਆਪੋ ਆਪਣੇ ਧਰਮਾਂ ਦੀ, ਉਦੋਂ ਤੱਕ ਕਦੇ ਵੀ ਆਪਣੇ ਸਰੀਰ ਨੂੰ ਗਲਤ ਤਰੀਕੇ ਨਾਲ ਮਿਸਯੂਜ਼ ਨਾ ਕੀਤਾ ਜਾਏ, ਸਰੀਰਕ ਸੰਬੰਧ ਨਾ ਜੋੜਿਆ ਜਾਏ ਲੜਕੀ ਤੇ ਲੜਕੇ ਦਾ। ਇੱਕ ਪੁਆਇੰਟ।
दूसरा है कि यह भी नाल पॉइंट है ਵੀ ਜਿਹਦਾ ਨਾਲ ਜਿਹਦਾ ਨਿਕਾਹ ਜਾਂ ਜਿਹਦਾ ਨਾਲ ਜਿਹਦਾ ਵਿਆਹ ਹਿੰਦੂਆਂ ਦਾ ਤੇ ਤੁਹਾਡਾ ਆਨੰਦ ਕਾਰਜ ਹੋ ਗਿਆ, ਉਹ ਤੋਂ ਬਾਅਦ ਇਸਤਰੀ ਜਿਹੜੀ ਆਪਣੇ ਪਤੀ ਤੇ ਸਿਦਕ ਰੱਖੇ, ਸਬਰ ਨਾਲ ਉਹਦੇ ਨਾਲ ਆਪਣੀ ਜ਼ਿੰਦਗੀ ਦੀ ਸਫ਼ਰ ਤੈਅ ਕਰੇ ਤੇ ਆਪਣੇ ਬੱਚੇ ਪੈਦਾ ਕਰਨ, ਤੇ ਕਦੇ ਵੀ ਇੱਧਰ ਉੱਧਰ ਕਿਸੇ ਹੋਰ ਬੰਦੇ ਵੱਲ ਨਾ ਝਾਕੇ, ਤੇ ਜਿਹੜੇ ਬੰਦੇ ਨੇ ਉਹ ਕਦੇ ਵੀ ਕਿਸੇ ਗੈਰ ਇਸਤਰੀ ਵੱਲ ਗਲਤ ਨੀਤੀ ਨਾਲ ਨਾ ਸੋਚਣ। ਇਹ ਗੱਲ ਵੀ ਪਾਬੰਦੀ ਲੱਗੀ ਹੋਈ ਹੈ ਧਰਮਾਂ ਵਿੱਚ। ਇੱਕ ਗੱਲ ਹੋਰ ਉਹ ਇਹ ਹੈ, ਉਹ ਈਸਾਈ ਧਰਮ ਵਿੱਚ ਵੀ ਹੈ, ਉਹ ਕੀ ਹੈ ਵੀ ਕਦੇ ਵੀ ਕਿਸੇ ਦਾ ਦਿਲ ਨਹੀਂ ਦਿਖਾਣਾ, ਕਿਸੇ ਦਾ ਬੁਰਾ ਨਹੀਂ ਕਰਨਾ। ਇਹ ਵੀ ਗੱਲ ਹੈ, ਹਿੰਦੂ ਵਿੱਚ ਵੀ ਹੈ, ਸਿੱਖ ਵਿੱਚ ਵੀ ਹੈ, ਇਸਲਾਮ ਵਿੱਚ ਵੀ ਹੈ। ਇੱਕ ਗੱਲ ਹੋਰ ਹੈ, ਉਹ ਇਹ ਗੱਲ ਹੈ ਕਿ ਜਿੰਨੇ ਵੀ ਮਨੁੱਖ ਜੂਨੀ ਹੈ, ਇਸ ਗੱਲ ਤੇ ਵਿਸ਼ਵਾਸ ਰੱਖਣਾ ਕਿ परमात्मा है, परमात्मा है। हर धर्म इथों तुरदे आ कि परमात्मा है। और जिहड़ा बाबा नानक परमात्मा की दरगाह चों मूल मंत्र जिहड़ा उन्हां नूं प्राप्त कीता गया, जिहदा आपां पहला जाप कीता, ये उन्हां नूं दरगाह तो प्राप्त होया मंत्र, जिन्हों तुसीं मूल मंत्र, मूल माने जड़, मूल मंत्र करके जानते हैं। उन्हां दा कलमा होएगा ला इलाहा इल्लल्लाह मुहम्मद रसूलुल्लाह होएगा उन्हां दा। इस तरीके नाल हुण जदों ये गल्लां कहीआं, एक गल होर ला लो, वो मैं ईसाई नूं फिर इत्थे छड्ड दिन्ना। वो ये गल है हिंदू विच भी, सिख विच भी, मुसलमान विच भी कोई भी नशा नहीं लेना, कोई भी नशा नहीं करना। अगे छोटी छोटियां गल्लां ने, जुआ नहीं खेडना, ईमानदारी की कमाई करनी, जुआ इहदे तो पैसे इहदे कोल जाणगे, इहदे कोल जाणगे, वो हसूगा, वो रोऊगा, एक मेहनत करो ते पैसा लो, आ किहड़ी खेड खड़ी है। इस करके बहुत अगे छोटी छोटियां गल्लां ने भी निंदिया नहीं करनी, जो कोई किसी नूं माड़ा नहीं कहना, मन करके वचन करके ये नहीं कहना। हुण जिहड़ी सरकारां ने वो जिहड़ा असीं कर्म करांगे ਉਹਦੀ सजा देणगे, ਜਿਹੜਾ ਅਸੀਂ मन करके सोचांगे ਉਹਦੀ सरकार कोई भी सजा नहीं देगी। जिवें दास नूं अज जाना पिया, एक बंदे ना एक 6 साल का मुंडा कई मार के मार दिता। हुण उन्हां मरना सी, बंदा भी बड़ा चंगा सी, बच्चा 6 साल का है। हसी का कहता, हुण उन्हां नूं भी जाके कहता भी ये भाणा सी, ये हुक्म सी, पर कोर्ट नहीं कहेगा ये भाणा है, हुक्म है। कोर्ट उन्हें कानून विच बन्नेगा कातल नूं ते उन्हें लंबी सजा देगा। पर जे मैं उदी सोचदा भी दा मुंडा मर जाए तो ये गल वास्ते कोर्ट मैनू कोई भी सजा नहीं दे सकेगा। हुण परमात्मा की दरगाह विच बड़ी बड़ा सिस्टम है, जिहड़ा साडे मन नूं भी घोखिया जांदा भी मन करके इन्हें गलत काम करदा रहा। बोलिया कितना फिक्का है। इस करके मैं लम्मा लेक्चर नहीं करना, मेरा मतलब सिर्फ एक है कि हुण सिख नूं पता होना चाहिए इन्हां धर्मां दी प्रवेश विधि बनाई गई अपने पैगंबरां वल्लों। मूसे दी रईयत जिहड़ी है यहूदी ने 14 दिन दे बच्चे दी सुन्नत कर दित्ती जांदी है। बच्चे दी, बेटी दी नहीं है। बेटी दी सुन्नत मुसलमानां च नहीं है, ते मुसलमानां विच 9-10 साल दे बच्चे दी सुन्नत कीती जांदी है। हिंदुआं विच 9-10 साल दे बच्चे नूं जनेऊ पाया जांदा, लड़की नूं नहीं पाया जांदा। मुसलमानां दी सुन्नत औरत दी नहीं हुंदी, बंदे दी हुंदी है। हुण रही गल सिखां दी, वो मैं तुहाडे नाल बात सांझी करदा। गुरु पातशाह करन किरपा, हुण असीं इत्थे पंजाब दी सर जमीन ते जम्मे, सानू नहीं सी पता कोई रशिया च जंपिया, कोई अमेरिका जंपिया, कोई इटली जंपिया, पता नहीं 200 तो 250 के लागे देश बने हुए। और मैनू पता लग्या भी ऐसे भी देश ने जिहड़े मसां उन्हां दा जिहड़ा वर्गाकार मीटर है 35 किलोमीटर विच भी एक देश है। 35 किलोमीटर जिवें इत्थों तुसीं गुरदासपुर तो थोड़ा दीनानगर चले जाओ, इन्ने च एक देश बने, ਉਹਦਾ ਇੰਨਾ ਕੁ ਘੇਰਾ। ਤੁਹਾਡੇ ਪੰਜਾਬ ਦਾ ਤਾਂ ਕਾਫੀ ਖੁੱਲਾ, ਇੱਥੇ ਤੁਸੀਂ ਪੰਜਾਬ 'ਚ ਖਾਲਸਾ ਰਾਜ ਕੀਤਾ। ਹੁਣ ਤੁਹਾਨੂੰ ਜਿਹੜੀ ਅੱਜ ਮੁਸੀਬਤ ਆਈ ਹੈ ਉਹ ਇਹ ਆਈ ਹੈ ਕਿ ਜਿਹੜੀ ਭਾਰਤ ਦੀ ਹਾਲਤ ਆ ਬੜੀ ਤਰਸਯੋਗ ਹੋਈ ਹੈ। ਆਮਦਨ ਦਾ ਸੋਰਸ ਜਿੱਥੇ ਕਮਜ਼ੋਰ ਪੈ ਗਿਆ, ਆਬਾਦੀ ਹੈ ਜ਼ਿਆਦਾ, ਤੇ ਇਹਦੇ ਨਾਲ ਜਿਹੜੀਆਂ ਸਰਕਾਰਾਂ ਤੁਸੀਂ ਤਿਆਰ ਕੀਤੀਆਂ ਉਹ ਜ਼ਿਆਦਾ ਤੌਰ ਤੇ ਤੁਹਾਨੂੰ ਕੁਝ ਖੁਸ਼ਹਾਲ ਨਹੀਂ ਕਰ ਸਕੀਆਂ।
ਇਹਦੇ ਨਾਲ ਸਭ ਤੋਂ ਜ਼ਿਆਦਾ ਪੰਜਾਬ ਵਿੱਚ ਨਸ਼ਾ ਸਪਲਾਈ ਹੋ ਗਿਆ। ਇਸ ਪਿੰਡ ਵਿੱਚ ਵੀ ਚੱਲਦੀ ਸ਼ਰਾਬ, ਈਸਾਈ ਵੀ ਪੀ ਜਾਂਦੇ ਨੇ ਤੇ ਸਿੱਖ ਵੀ ਪੀ ਜਾਂਦੇ ਨੇ। ਮੈਂ ਬਾਹਮਣ ਬਾਰੇ ਜਾਣਦਾ ਨਹੀਂ ਵੀ ਕਿੰਨੇ ਘਰ ਨੇ, ਕਿੰਨੇ ਪੀਂਦੇ ਨੇ, ਕਿੰਨੇ ਨਹੀਂ ਪੀਂਦੇ। ਹੁਣ ਜਿਹੜੇ ਨਸ਼ਾ ਹੈ ਉਹ ਬੰਦੇ ਦੀ ਸਿਹਤ ਨੂੰ ਕਿਵੇਂ ਨੁਕਸਾਨ ਕਰਦਾ, ਪੈਸੇ ਦੀ ਕਿਵੇਂ ਬਰਬਾਦੀ ਕਰਦਾ, ਇੱਜ਼ਤ ਨੂੰ ਕਿਵੇਂ ਧੱਬਾ ਲਾਉਂਦਾ ਹੈ ਤੇ ਘਰ ਵਿੱਚ ਬੇਇੱਤਫਾਕੀ ਕਿਵੇਂ ਪੈਦਾ ਕਰਦਾ ਹੈ। ਐਨੇ ਤਰੀਕੇ ਨਾਲ ਤੁਹਾਨੂੰ ਜਿਹੜਾ ਕਿਸੇ ਕੌਮ ਨੂੰ, ਮੈਂ ਇੱਥੇ ਕਹਿ ਦਿੰਦਾ, ਜਦੋਂ ਕਿਸੇ ਕੌਮ ਨੂੰ ਥੱਲੇ ਸਿੱਟਣਾ ਹੁੰਦਾ ਤੇ ਉਹ ਕੌਮ ਵਿੱਚ ਇਹ ਚੀਜ਼ਾਂ ਪ੍ਰਸੱਟ ਕੀਤੀਆਂ ਜਾਂਦੀਆਂ, ਉਹਨਾਂ ਦੇ ਜਿਹੜੇ ਸੋਰਸਸ ਹੈ ਕਮਾਈ ਦੇ ਉਹ ਘੱਟ ਕੀਤੇ ਜਾਂਦੇ। ਪੰਜਾਬ 'ਚ ਫੈਕਟਰੀਆਂ ਲੰਮੀਆਂ ਨਹੀਂ ਲੱਗਣਗੀਆਂ। ਸਾਡੇ ਲਾਗੇ ਹਿਮਾਚਲ ਹੈ, ਹਿਮਾਚਲ ਵਿੱਚ ਟੈਕਸ ਮਾਫ ਕਰ ਦਿੱਤਾ, ਉੱਥੇ ਫੈਕਟਰੀਆਂ ਪਹਾੜਾਂ ਦੇ ਉੱਤੇ ਲੱਗੀਆਂ ਪਈਆਂ ਨੇ, ਉਹਨਾਂ ਨੂੰ ਟੈਕਸ ਨਹੀਂ ਦੇਣਾ ਪੈਂਦਾ। ਪੰਜਾਬ ਵਿੱਚ ਫੈਕਟਰੀਆਂ ਨਹੀਂ ਲੱਗ ਰਹੀਆਂ, ਸਿਰਫ ਗੰਨੇ ਦੀਆਂ ਮਿੱਲਾਂ ਲੱਗੀਆਂ ਨੇ ਜਾਂ ਕੋਈ ਮਾੜੇ ਮੋਟੇ ਕੋਈ ਜ਼ਿਆਦਾ ਨਹੀਂ ਇੰਡਸਟਰੀਅਲ ਲੁਧਿਆਣੇ ਵਿੱਚ ਹੋਊਗਾ। ਇਹਦੇ ਨਾਲ ਤੁਹਾਡੇ ਕੋਲ ਬੇਰੁਜ਼ਗਾਰੀ ਹੋ ਗਈ ਹੈ। ਹੁਣ ਜਿਹੜੀ ਸਰਕਾਰ ਹੈ ਜਿੱਥੇ ਉਹ ਬੇਰੁਜ਼ਗਾਰੀ ਕੀਤੀ ਹੈ, ਉਹਦੇ ਨਾਲ ਤੁਹਾਡੀ ਪੜ੍ਹਾਈ ਪਿੰਡਾਂ ਵਿੱਚ ਖਤਮ ਕੀਤੀ ਗਈ ਹੈ। ਸਰਕਾਰੀ ਸਕੂਲਾਂ ਵਿੱਚੋਂ ਵਿੱਦਿਆ ਦਾ ਮਿਆਰ ਥੱਲੇ ਸੁੱਟ ਦਿੱਤਾ ਗਿਆ ਕਿ ਬੱਚੇ ਨੂੰ 9ਵੀਂ ਤੱਕ ਫੇਲ ਨਾ ਕਰੋ, ਪਾਸ ਕਰੀ ਜਾਓ, ਪਾਸ ਕਰੀ ਜਾਓ, ਚਾਹੇ ਪੜ੍ਹੇ ਚਾਹੇ ਨਾ ਪੜ੍ਹੇ। ਇਹਦੇ ਚ ਵੀ ਉਹ ਕੌਮ ਨੂੰ ਜਿਹਦੀ ਪੜ੍ਹਾਈ ਖਤਮ ਕੀਤੀ ਜਾਂਦੀ ਹੈ, ਉਹ ਕੌਮ ਵੀ ਇਸ ਗੱਲ ਤੇ ਖਤਮ ਹੁੰਦੀ ਹੈ, ਰੋਸ਼ਨ ਦਿਮਾਗ ਨਹੀਂ ਹੁੰਦੇ। ਦੂਸਰਾ, ਜਿਹੜੀ ਕੌਮ ਨਸ਼ਿਆਂ 'ਚ ਚਲੇ ਜਾਏ, ਹੁਣ ਮੁਸ਼ਕਿਲ ਇਹ ਹੈ ਕਿ ਸਿੱਖਾਂ ਦੀ ਕੁੜੀ ਸਿੱਖਾਂ ਦੇ ਘਰ ਜਾਣੀ ਹੈ, ਮੁਸਲਮਾਨਾਂ ਦੀ ਕੁੜੀ ਮੁਸਲਮਾਨਾਂ ਵੱਲ ਜਾਣੀ ਹੈ, ਈਸਾਈਆਂ ਦੀ ਕੁੜੀ ਈਸਾਈਆਂ ਵੱਲ ਜਾਣੀ ਹੈ, ਹਿੰਦੂਆਂ ਦੀ ਕੁੜੀ ਹਿੰਦੂਆਂ ਵੱਲ ਜਾਣੀ ਹੈ। ਹੁਣ ਜਿਹੜੀ ਸਿੱਖਾਂ ਦੀ ਕੁੜੀ ਜਾਂ ਹਿੰਦੂਆਂ ਦੀ ਜਾਂ ਮੁਸਲਮਾਨਾਂ ਦੀ ਉਸ ਘਰ 'ਚ ਚਲੇ ਜਾਊਗੀ, ਮੁਸਲਮਾਨਾਂ ਤੇ ਬੜੀ ਪਾਬੰਦੀ ਲਾਈ ਹੋਈ ਹੈ, ਉਹਨਾਂ ਦੀ ਪਾਬੰਦੀ ਬੜੀ ਸਖਤ ਹੈ। ਪਤਾ ਨਹੀਂ ਕਿਹੜੇ ਸ਼ਹਿਰ ਦੇ ਕਿਹੜੇ ਕੰਟਰੀ ਦੀ ਮੈਨੂੰ ਗੱਲ ਸੁਣੀ ਸੀ ਕਿ ਕੁਛ ਬਾਹਰੋਂ ਬਲੈਕ ਸ਼ਰਾਬ ਗਈ, ਜਿਵੇਂ ਇੱਥੇ ਸਮੈਕ ਆਂਦੀ ਨਾ, ਇੱਥੇ ਸ਼ਰਾਬ ਬਲੈਕ ਜਾਂਦੀ ਹੈ, ਉਹ ਹੋਟਲਾਂ 'ਚ ਮਾੜੀ ਮੋਟੀ ਸਰਵ ਕੀਤੀ ਜਾਂਦੀ ਹੈ, ਓਪਨਲੀ ਠੇਕਾ ਖੋਲ ਕੇ ਨਹੀਂ ਦਿੱਤੀ ਜਾਂਦੀ। ਤੇ ਉਹ ਕਿਸੇ ਨੇ ਫੜੀ ਕਿਸੇ ਦੀ ਕਾਫੀ ਜ਼ਿਆਦਾ ਖੇਪ ਸ਼ਰਾਬ ਦੀ, ਤੇ ਉਹਨੇ ਬਲਡੋਜ਼ਰ ਚਾੜ ਕੇ, ਇਹ ਨਹੀਂ ਕਿ ਉਹਨੂੰ ਰੋੜ ਦੋ, ਬਲਡੋਜ਼ਰ ਚਾੜ ਕੇ ਉਹ ਸਾਰੀਆਂ ਬੋਤਲਾਂ ਚਕਲਾ ਚੂਰ ਕਰ ਦਿੱਤੀਆਂ। ਹੁਣ ਜਦੋਂ ਲੋਕ ਨਸ਼ਿਆਂ 'ਚ ਜਾਣ ਲੱਗੇ, ਇੱਕ ਤਾਂ ਇਹਨਾਂ ਦੀ ਸਿਹਤ ਖਰਾਬ ਹੋਣ ਲੱਗੀ, ਇੱਕ ਇੱਥੋਂ ਦਾ ਵਾਤਾਵਰਣ ਬੜਾ ਖਰਾਬ ਹੈ, ਇੱਕ ਲੜਾਈ ਝਗੜੇ ਵੱਧ ਗਏ, ਦੂਸਰਾ ਇਹ ਹੋ ਗਿਆ ਕਿ ਇਹਨਾਂ ਦੇ ਪੈਸਾ ਅੱਗੇ ਘੱਟ ਹੈ ਤੇ ਪੈਸੇ ਦੇ ਵੀ ਇਹਨਾਂ 'ਚ ਕਮੀ ਆ ਰਹੀ ਹੈ। ਵਿਦਿਆ ਦੀ ਨਿਯੁਕਤੀ ਕਰਕੇ ਲੜਕੇ ਜਿਹੜੇ ਆ ਰੁਜ਼ਗਾਰ ਦੇ ਕਾਬਿਲ ਨਹੀਂ ਹੋ ਰਹੇ। ਇਹਦੇ ਨਾਲ ਲੜਕੀਆਂ ਦਾ ਵਸੇਵਾ ਘਟ ਗਿਆ, ਲੜਕੀਆਂ ਵਿੱਚ ਬੱਚੇ ਜੰਮਣ ਦੀ ਸਮਰੱਥਾ ਕਮਜ਼ੋਰ ਪੈ ਗਈ ਹੈ। ਬੰਦਿਆਂ ਵਿੱਚ ਸੋਚ ਹੋ ਗਈ ਹੈ ਵੀ 2 ਬੱਚੇ ਬਹੁਤ ਹੈ, 2 ਹੀ ਕਾਫੀ, ਹੋਰ ਤੋਂ ਮਾਫੀ। ਇਹ ਜਦੋਂ ਗੱਲਾਂ ਸਾਰੀਆਂ ਤੁਹਾਡੇ ਤੇ ਲਾਗੂ ਹੋਈਆਂ, ਇਹਦੇ ਨਾਲ ਤੁਹਾਡਾ ਜਿਹੜਾ ਸਮਾਜਿਕ ਢਾਂਚਾ ਉਹ ਬੜਾ ਉਥਲ-ਪੁਥਲ ਹੋ ਗਿਆ। ਇੱਕ ਬੜੀ ਵੱਡੀ ਹੋਰ ਸਮੱਸਿਆ ਤੁਹਾਡੇ 'ਚ ਕੀ ਹੋ ਗਈ ਕਿ ਮੁਸਲਮਾਨ ਅੱਜ ਤੱਕ ਮੁਹੰਮਦ ਤੋਂ ਬਿਨਾਂ ਇੱਧਰ ਉੱਧਰ ਨਹੀਂ ਭੋਏ, ਈਸਾਈ ਈਸਾ ਤੋਂ ਬਿਨਾਂ ਇੱਧਰ ਉੱਧਰ ਨਹੀਂ ਭੋਏ। ਤੁਹਾਨੂੰ ਜਿੱਧਰ ਨੂੰ ਕੋਈ ਲੈ ਗਿਆ, ਜੇ ਤੁਹਾਨੂੰ ਕਬਰਾਂ ਤੇ ਲੈ ਗਿਆ ਤੁਸੀਂ ਕਬਰਾਂ ਤੇ ਚਲੇ ਗਏ, ਜੇ ਤੁਹਾਨੂੰ ਦੇਹਧਾਰੀ ਬਾਬੇ ਕੋਲ ਕੋਈ ਲੈ ਗਿਆ ਵੀ ਚੱਲ ਬਾਬੇ ਕੋਲ ਚਲੀਏ, ਉਹ ਬਾਬਾ ਤੇਰੇ ਸਾਰੇ ਕੰਮ ਕਰ ਦੂਗਾ, ਤੁਸੀਂ ਉੱਥੇ ਨੂੰ ਚਲੇ ਗਏ। ਜੇ ਤੁਹਾਨੂੰ ਕੋਈ ਦੇਵੀ ਦੇ ਜਗਰਾਤਿਆਂ ਤੇ ਲੈ ਗਿਆ, ਤੁਸੀਂ ਉੱਥੇ ਨੂੰ ਚਲੇ ਗਏ। ਜੇ ਤੁਹਾਨੂੰ ਕੋਈ ਧਾਗੇ ਤਵੀਰ ਜੰਤਰਾਂ ਮੰਤਰਾਂ ਕੋਲ ਲੈ ਗਿਆ, ਤੁਸੀਂ ਉੱਥੇ ਵੀ ਚਲੇ ਗਏ। ਤੁਹਾਨੂੰ ਕਿਸੇ ਤਰੀਕੇ ਦੀ ਡਾਇਰੈਕਸ਼ਨ ਨਹੀਂ ਸਹੀ ਮਿਲੀ ਵੀ ਸਿੱਖ ਹੁੰਦੇ ਕੌਣ ਨੇ, ਮੰਨਦੇ ਕਿਹਨੂੰ ਨੇ ਤੇ ਕਿਸ ਤਰੀਕੇ ਨਾਲ ਇਹਨਾਂ ਦਾ ਜੀਵਨ ਤੈਅ ਹੁੰਦਾ। ਇਹ ਗੱਲਾਂ ਤੁਹਾਡੇ ਗ੍ਰੰਥੀਆਂ ਨੇ ਦੱਸਣੀਆਂ ਸੀ, ਤੁਹਾਡੇ ਕੀਰਤਨੀਆਂ ਨੇ ਦੱਸਣੀਆਂ ਸੀ, ਜਾਂ ਕੌਮ ਦੇ ਆਗੂਆਂ ਨੇ ਕੌਮ ਨੂੰ ਇਕਜੁੱਟ ਕਰਕੇ ਰੱਖਣਾ ਸੀ ਵੀ ਕੌਮ ਵਿੱਚ ਤਾਕਤ ਬਣੀ ਰਹੇਗੀ, ਇਹ ਇਕੱਠੇ ਰਹਿਣਗੇ। ਜਿਵੇਂ ਮੁਸਲਮਾਨ ਨੇ ਅੱਜ ਬੇਸ਼ੱਕ ਉਹ ਲੜਦੇ ਨੇ, ਉਹਨਾਂ ਦੇ ਸਿਰਫ 2 ਫਿਰਕੇ ਨੇ, 72 ਫਿਰਕੇ ਬਣੇ ਨੇ, ਪਰ ਫਿਰ ਵੀ ਉਹ ਸਾਰੇ ਮੁਹੰਮਦ ਦੀ ਇੱਜ਼ਤ ਕਰਦੇ ਨੇ। ਇਹਦੇ ਨਾਲ ਉਹ ਸਾਰੇ ਭਰਾ ਸੁਨਨਤ ਤੇ ਮੁਨਕਰ ਨਹੀਂ ਹੋਏ ਵੀ ਸੁਨਨਤ ਨਹੀਂ ਕਰਾਣੀ। ਅੱਗੇ ਜਾ ਕੇ ਜਦੋਂ ਚੌਥੀ ਅਵਸਥਾ 'ਚ ਕੋਈ ਚਲੇ ਜਾਏਗਾ, ਜਿਵੇਂ ਬੁੱਲਾ ਚਲੇ ਗਿਆ ਜਾਂ ਕੋਈ ਹੋਰ ਉਹਨਾਂ ਦਾ ਫਕੀਰ ਨਿਕਲ ਗਿਆ ਗਾ, ਉਹ ਬੇਸ਼ੱਕ ਕਹਦੇ ਵੀ ਰੋਜੇ ਦੇ ਸਿਰ ਸਿਆਹੀ ਭੱਠ ਰੋਜੇ, ਐਸੇ ਸ਼ਬਦਾਵਲੀ ਬੋਲ ਲੈ। ਕੁਰਾਨ ਨੂੰ ਬੇਸ਼ੱਕ ਆਖੇ ਮੈਂ ਪੈਰਾਂ ਪਾਵਾਂ ਥੱਲੇ, ਪਰ ਅਹੰਕਾਰ ਨਹੀਂ ਪਰਮਾਤਮਾ ਨੂੰ ਭਾਂਦਾ ਹੁੰਦਾ। ਕਿਸੇ ਦਿਨ ਤੂੰ ਕੁਰਾਨ ਪੜ੍ਹਦਾ ਸੀ, ਅੱਜ ਤੈਨੂੰ ਨਹੀਂ, ਤੂੰ ਜ਼ਿਆਦਾ ਗਾਂਹ ਲੰਘ ਗਿਆ ਤੇ ਕੁਰਾਨ ਦੀ ਤੂੰ ਉਹਦੀ ਇੱਜ਼ਤ ਕਰ, ਉਹਨੂੰ ਪਿਆਵਿਆਂ ਥੱਲੇ ਰੱਖਣ ਦੀ ਗੱਲ ਨਾ ਕਰ। ਬਾਕੀ ਲੋਕ ਉਹਦੀ ਇੱਜ਼ਤ ਨਹੀਂ ਕਰਨਗੇ, ਤੂੰ ਉਹਨਾਂ ਤੋਂ ਨਿਕਲ ਕੇ ਥੋੜੇ ਜਿਹਾ ਅੱਗੇ ਚੱਲਿਆ ਤੇ ਉਹਨਾਂ ਨੂੰ ਉਹੇ ਗੱਲ ਦੱਸ ਜਿੱਥੋਂ ਤੂੰ ਸ਼ੁਰੂ ਹੋਇਆ ਸੀ, ਸ਼ਰੀਅਤ ਤੋਂ ਸ਼ੁਰੂ ਹੋਇਆ ਸੀ। ਇਸ ਕਰਕੇ ਪਿਆਰਿਓ, ਮੇਰੀ ਸਿਰਫ ਤੁਹਾਡੇ ਚਰਨਾਂ 'ਚ ਬੇਨਤੀ ਹੁੰਦੀ ਹੈ
ਕਿ ਦੁੱਖ ਜ਼ਿੰਦਗੀ ਵਿੱਚ ਆਣੇ, ਤੁਸੀਂ ਦੁੱਖਾਂ ਤੋਂ ਘਬਰਾ ਕੇ ਇੱਧਰ ਉੱਧਰ ਦੌੜੇ ਭੱਜੇ ਫਿਰਦੇ ਆ। ਬਾਬਿਆਂ ਕੋਲ ਵੀ ਤੁਸੀਂ ਦੁੱਖਾਂ ਤੋਂ ਘਬਰਾ ਕੇ ਗਏ ਆ, ਪਾਦਰੀਆਂ ਕੋਲ ਭਰਾ ਗਏ ਨੇ, ਕਬਰਾਂ ਤੇ ਗਏ, ਦੁੱਖਾਂ ਤੋਂ ਘਬਰਾ ਕੇ ਤੁਸੀਂ ਡਾਕਟਰ ਕੋਲ ਤਾਂ ਜਾਣਾ ਸੀ। ਤੁਸੀਂ ਜਿਹੜੇ ਜਿਹਨੂੰ ਕਹਿੰਦੇ ਨੇ ਵੀ ਨੀਮ ਹਕੀਮ ਖਤਰਾ ਹੈ ਜਾਨ, ਤੁਸੀਂ ਛੋਟੀ ਛੋਟੀਆਂ ਪੁੜੀਆਂ ਵਾਲਿਆਂ ਕੋਲ ਬਾਬਿਆਂ ਕੋਲ ਚਲੇ ਗਏ, ਜਿਹੜੇ ਹਕੀਮ ਬਣ ਕੇ ਬੈਠੇ ਨੇ। ਕੋਈ ਡਿਗਰੀ ਨਹੀਂ ਉਹਨਾਂ ਕੋਲ, ਕੋਈ ਡਿਪਲੋਮਾ ਨਹੀਂ, ਕੋਈ ਚੀਚਾ ਨਹੀਂ, ਕਿਸੇ ਪਿਛਲੀ ਕਿਤਾਬ ਪੜ੍ਹੀ ਹੈ ਤੇ ਮਾੜੀ ਮੋਟੀ ਤੁਹਾਡਾ ਕੰਮ ਸੋਰੀ ਜਾਂਦੇ। ਜੇ ਨੁਕਸਾਨ ਹੋ ਜਾਏ ਤਾਂ ਚੁੱਪ ਕਰ ਜਾਣਗੇ। ਐਸੇ ਨਾਲ ਤੁਹਾਡਾ ਸਮਾਜਿਕ ਢਾਂਚਾ ਖਰਾਬ ਹੋਇਆ। ਮੌਤ ਜਿਹੜੀ ਹੈ ਉਹ ਸਾਡੇ ਕੋਲੋਂ ਰੋਕੀ ਨਹੀਂ ਜਾਣੀ, ਉਹ ਹਰ ਦਿਨ ਅਸੀਂ ਉਹਦੇ ਵੱਲ ਵੱਧਦੇ ਜਾ ਰਹੇ ਹਾਂ। ਸਾਰੇ ਵੱਧ ਰਹੇ ਨੇ, ਪਸ਼ੂ ਪੰਛੀ ਵੱਧ ਰਹੇ ਨੇ। ਸੋ ਸਾਡੇ ਤੁਹਾਡੇ ਚਰਨਾਂ 'ਚ ਬੇਨਤੀ ਹੁੰਦੀ ਹੈ ਵੀ ਤੁਸੀਂ ਸਾਰੇ ਦੇ ਸਾਰੇ ਭੈਣ ਭਰਾ ਇਸ ਗੱਲ ਨੂੰ ਸਮਝੋ ਕਿ ਜੇ ਦੁਨੀਆ ਤੇ ਸਰਬੱਤ ਦੇ ਭਲੇ ਦੀ ਗੱਲ ਕੀਤੀ ਹੈ ਤੇ ਤੁਸੀਂ ਕੀਤੀ ਹੈ। ਈਸਾ ਜੀ ਦੇ ਲੋਕ ਮੁਹੰਮਦ ਨੂੰ ਤਰਜੀਹ ਨਹੀਂ ਦੇ ਰਹੇ, ਉਹਨਾਂ ਦਾ ਭਲਾ ਨਹੀਂ ਸੋਚਦੇ, ਈਸਾਈਆਂ ਦਾ ਭਲਾ ਸੋਚਦੇ ਨੇ। ਤੇ ਮੁਸਲਮਾਨਾਂ ਦਾ ਭਲਾ ਸੋਚਦੇ ਨੇ, ਈਸਾਈਆਂ ਦਾ ਭਲਾ ਨਹੀਂ ਸੋਚਦੇ। ਹਿੰਦੂਆਂ ਦਾ ਨਹੀਂ ਸੋਚਦੇ, ਸਿੱਖਾਂ ਦਾ ਨਹੀਂ ਸੋਚਦੇ। ਤੇ ਜਿਹੜੇ ਹੈਗੇ ਨੇ ਹਿੰਦੂ, ਉਹ ਮੁਸਲਮਾਨਾਂ ਦਾ ਭਲਾ ਨਹੀਂ ਸੋਚਦੇ, ਉਹਨਾਂ ਨੂੰ ਮਲੇਸ਼ ਕਹਿੰਦੇ ਨੇ। ਤੇ ਧੰਨ ਬਾਬਾ ਨਾਨਕ ਕਹਿੰਦਾ ਕਿ ਤੇਰੇ ਭਾਣੇ ਸਰਬੱਤ ਦਾ, ਹਿੰਦੂ ਦਾ ਵੀ ਭਲਾ ਹੋ ਜਾਏ, ਹਿੰਦੂ ਤਤਵ ਵਿੱਚ ਭਲਾ ਹੋ ਜਾਏ। ਉਹਨੂੰ ਨਹੀਂ ਕਵਾਂਗੇ ਤੂੰ ਸਿੱਖ ਬਣ, ਪਰ ਬਣ ਗਏ ਜਿਹੜੇ, ਉਹਨਾਂ ਨੂੰ ਕਵਾਂਗੇ ਵੀ ਤੁਸੀਂ ਹੁਣ ਸਿੱਖ ਹੋ। ਤੁਹਾਡੇ ਨਾਮ ਮਗਰ ਸਿੰਘ ਤੇ ਕੌਰ ਪਦ ਜੋੜਿਆ ਗਿਆ। ਇਹ ਪਹਿਲੀ ਕੌਮ ਹੈ ਜਿਹੜੀ ਇੱਕ ਨਾਂ ਥੱਲੇ ਬੰਨੀ ਹੋਈ, ਸਿੰਘ ਤੇ ਕੌਰ ਥੱਲੇ। ਈਸਾਈਆਂ 'ਚ ਇੱਕ ਨਾਂ ਨਹੀਂ ਹੈ। ਇੱਥੇ ਆ ਕੇ ਉਹਨੇ ਮਸੀਹ ਲਾਇਆ ਭਾਰਤ ਵਿੱਚ। ਸਾਡੇ ਗੁਰੂ ਨਾਨਕ ਤੋਂ ਬਾਅਦ ਇਸ ਭਾਰਤ ਵਿੱਚ ਈਸਟ ਇੰਡੀਆ ਕੰਪਨੀ ਲੈ ਕੇ ਅੰਗਰੇਜ਼ ਦਾ ਸੁਪਨਾ ਸੀ ਮੈਂ ਸਾਰੀ ਦੁਨੀਆ ਤੇ ਰਾਜ ਕਰਨਾ ਅਕਲ ਦੇ ਜ਼ੋਰ ਨਾਲ। ਔਰ ਇਹਦੇ 'ਚ ਕੋਈ ਅਤ ਕਥਨੀ ਨਹੀਂ। ਤੁਸੀਂ ਅਕਲ ਤੋਂ ਮਾਰ ਖਾਧੀ ਹੋਈ ਹੈ। ਅਕਲ ਤੁਹਾਡੀ ਬਹੁਤ ਜ਼ਿਆਦਾ ਜਿਹੜੀ ਹੈ ਉਹਨੂੰ ਰੋਸ਼ਨ ਨਹੀਂ ਕਰ ਸਕੇ। ਤੁਸੀਂ ਨਸ਼ਿਆਂ 'ਚ ਗਲਤਾਨ ਕਰ ਦਿੱਤੀ ਹੈ, ਪੜ੍ਹਾਈ ਤੋਂ ਖਾਲੀ ਹੋ ਗਏ ਆ ਤੇ ਛੋਟੀ ਛੋਟੀਆਂ ਗੱਲਾਂ 'ਚ ਲੜ ਲੜ ਕੇ ਤੁਸੀਂ ਬੰਦਾ ਮਾਰ ਦਿੰਦੇ। ਆ ਜਿਹੜਾ ਮੈਂ ਦੱਸਿਆ ਕਿ 6 ਸਾਲ ਦੇ ਬੱਚੇ ਨਾਲ ਕੀ ਗਲਤੀ ਕੀਤੀ, ਉਹਨੂੰ 6 ਕਈਆਂ ਮਾਰੀਆਂ ਤੇ ਮਰ ਗਿਆ। ਬੱਚਾ ਕੀ ਹੈ, ਬੰਦਾ ਹੈ ਕੀ ਹੈ? ਇਹਨੂੰ ਤਾਂ ਕਿਹਾ ਕਿਆ ਪ੍ਰਭਾਸ਼ਾ ਇਸ ਭਾਂਡੇ ਕਾ ਇਤਨਾ ਕਿ ਲੱਗੇ, ਤਾਂ ਬੰਨੇ ਤੋਂ ਡਿੱਕੇ ਮਰ ਜੂਗਾ। ਪਰ ਇਹ ਗੱਲ ਧਰਮ ਵਿੱਚ ਦੱਸੀ ਗਈ ਹੈ ਕਿ ਜਦੋਂ ਮਰਨਾ ਉਦੋਂ ਹੀ ਮਰਨਾ ਹੈ, ਉਹ ਤੋਂ ਪਹਿਲਾਂ ਇਹ ਮਰ ਨਹੀਂ ਸਕਦਾ। ਪਹਿਲਾਂ ਜੰਮ ਨਹੀਂ ਸਕਦਾ ਤੇ ਪਹਿਲਾਂ ਮਰ ਵੀ ਨਹੀਂ ਸਕਦਾ। ਜੰਮਣ ਮਰਨਾ ਹੁਕਮ ਹੈ, ਭਾਣੇ ਆਵੇ ਜਾਏ। ਹੁਣ ਜਿਹੜੇ ਹੈਗੇ ਦੁੱਖ ਜਿਨ੍ਹਾਂ ਤੋਂ ਘਬਰਾ ਕੇ ਤੁਸੀਂ ਬਾਬਿਆਂ ਕੋਲ ਦੌੜਦੇ ਆ, ਇਹਦੇ ਵਿੱਚ ਇੱਕ ਫੈਕਟਰ ਆ ਜਿਹੜੇ ਸਾਡੀ ਧਰਮ ਨਾਲ ਜੋੜ ਦਿੱਤਾ ਗਿਆ, ਜਿਹਨੂੰ ਅਸੀਂ ਕਹਿੰਦੇ ਆ ਦੱਦਾ ਦੋਸ ਨਾ ਦੇਉ ਕਿਸੈ, ਦੋਸ ਕਰਮਾ ਆਪਣਾ। ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ ਨਾ ਦੀਜੈ ਅਵਲ। ਇੱਕ ਸਾਨੂੰ ਕਿਹਾ ਜਾਂਦਾ ਕਿ ਕਤਕ ਕਰਮ ਕਮਾਵਣੇ, ਦੋਸ਼ ਨਾ ਕਾਹੂ ਜੋ। ਪਰਮੇਸ਼ਰ ਤੇ ਭੁੱਲਿਆ ਵਿਆਪਣ ਸਭੇ ਰੋਗ। ਹੁਣ ਕਿਉਂ ਵਿਆਪੇ ਰੋਗ? ਖਾਣਾ ਠੀਕ ਨਹੀਂ ਰੱਖਿਆ, ਸੋਚ ਠੀਕ ਨਹੀਂ ਰੱਖੀ। ਇੱਕ ਕੁਦਰਤ ਨੇ ਸਿਸਟਮ ਬਣਾਇਆ, ਬਾਡੀ ਦੇ ਵਿੱਚ ਇੱਕ ਇਮਿਊਨਿਟੀ ਪੈਦਾ ਕੀਤੀ ਹੈ। ਇਮਿਊਨਿਟੀ ਦਾ ਮਤਲਬ ਜਿਹੜੇ ਇਹਦੇ ਚ ਲਾਲ ਕਣੂ ਹੈ ਉਹਦੇ ਨਾਲ ਇੱਕ ਚਿੱਟੇ ਕਣੂ ਨੇ। ਜਿਹੜੇ ਚਿੱਟੇ ਕਣੂ ਨੇ ਉਹ ਬਾਡੀ ਵਿੱਚ ਜਿਹੜੀ ਕੋਈ ਬਾਹਰੋਂ ਬਿਮਾਰੀ ਆਉਂਦੀ ਹੈ ਉਹਨੂੰ ਰੋਕਦੇ ਨੇ ਵੀ ਮੈਂ ਆਪਣੇ ਆਪ ਠੀਕ ਕਰ ਲੂੰਗਾ, ਬਿਮਾਰੀ ਨੂੰ ਬਾਹਰ ਕੱਢ ਦੇ। ਹੁਣ ਅਸੀਂ ਉਹਦੇ ਵਾਸਤੇ ਮਦਦ ਦਿੰਦੇ ਆ ਦਵਾਈ ਦੀ, ਤੇ ਜਦੋਂ ਦਵਾਈ ਦੀ ਮਦਦ ਦਿੰਦੇ ਆ ਤੇ ਉਹਦੀ ਜਿਹੜੀ ਇਮਿਊਨਿਟੀ ਆ ਕਮਜ਼ੋਰ ਪੈਣ ਲੱਗ ਪੈਂਦੀ, ਉਹ ਕੰਮ ਛੱਡ ਜਾਂਦਾ। ਇਸ ਕਰਕੇ ਪਿਆਰਿਓ, ਮੇਰੀ ਇੱਕੋ ਬੇਨਤੀ ਤੁਹਾਡੇ ਚਰਨਾਂ 'ਚ ਹੁੰਦੀ ਹੈ, ਤੁਹਾਡੇ 'ਚ ਆਪਣੀ ਕੌਮੀ ਪਿਆਰ ਜਾਗਣ ਦੀ ਅੱਜ ਲੋੜ ਹੈ। ਬਹੁਤ ਵਧੀਆ ਤੁਹਾਡਾ ਧਰਮ ਹੈ, ਤੁਹਾਡੇ ਧਰਮ 'ਚ ਕੋਈ ਵੀ ਕਮਜ਼ੋਰੀ ਨਹੀਂ। ਇੱਕ ਜਿਹੜੀ ਤੁਸੀਂ ਮਾਰ ਖਾਣ ਲੱਗੇ ਆ ਉਹ ਹੈ ਵੀ ਕਿਸੇ ਵੀ ਧਰਮ ਵਿੱਚ ਕੇਸਾਂ ਦੀ ਜ਼ਿਆਦਾ ਪ੍ਰੌੜਤਾ ਨਹੀਂ। ਉਦਾਂ ਈਸਾ ਨਾਲ ਕੇਸ ਨਹੀਂ ਕਟਾਏ, ਦਾੜੀ ਹੈਗੀ ਹੈ, ਮੁੱਛਾਂ ਹੈਗੀਆਂ। ਜਵਾਨੀ ਦੀ ਉਮਰ ਵਿੱਚ ਮੈਨੂੰ ਜਾਪਦਾ ਉਹਨੂੰ ਟੰਗ ਦਿੱਤਾ ਸਲੀਬ ਤੇ ਪੈਗੰਬਰ ਨੂੰ, ਵੀ ਚਿੱਟੇ ਨਹੀਂ, ਉਹਨਾਂ ਦੇ ਗੋਰਿਆਂ ਦੇ ਵਾਲ ਵੀ ਕੱਕੇ ਰਹਿੰਦੇ ਨੇ। ਉਹ ਉਹਦੇ ਕੋਲ ਸਾਰਾ ਕੁਝ ਹੈਗਾ। ਮੁਹੰਮਦ ਸਾਹਿਬ ਦੇ ਵੀ ਵਾਲ ਪੂਰੇ ਕੰਪਲੀਟ ਹੈਗੇ ਨੇ। ਤੇ ਜਿਹੜੇ ਵਾਲ ਨੇ ਕੁਦਰਤ ਦੇ, ਇਹ ਸਿੱਖਾਂ ਦੇ ਇੱਥੇ ਸਿੰਗਰਾਂ ਨੇ ਤੇ ਜਿਹੜੇ ਹੈਗੇ ਐਕਟਰ, ਉਹਨੇ ਇੱਕ ਨਵੇਂ ਡਿਜ਼ਾਈਨ ਦਾ ਜਿਹੜਾ ਬੰਦੇ ਨੂੰ ਮੋਡੀਫਿਕੇਸ਼ਨ ਕੀਤੀ ਹੈ ਕਿ ਬੰਦੇ ਦੇ ਜਿਹੜੇ ਦਾੜੇ ਦੂੜੇ ਜ਼ਿਆਦਾ ਇਹ ਨਹੀਂ ਚਾਹੀਦੇ, ਗੰਦੇ ਹੋ ਜਾਂਦੇ। ਤੇ ਬੰਦਾ ਗੰਦਾ ਅੰਦਰੋਂ ਹੋਇਆ ਵਾ। ਕਿੱਥੋਂ ਹੋਇਆ ਵਾ ਇਹ ਗੰਦਾ? ਅੰਦਰੋਂ ਹੋਇਆ।
ਇਹ ਦਾੜੀ ਸਾਫ਼ ਕੀਤੀ ਜਾ ਸਕਦੀ ਹੈ, ਪਰ ਅੰਦਰ ਸਾਫ਼ ਕਰਨ ਲੱਗਿਆਂ ਕਈ ਜਨਮ ਲਾਣੇ ਪੈਂਦੇ ਨੇ। ਇਸ ਕਰਕੇ ਤੁਹਾਡੇ ਵਿੱਚ ਵੀ ਇਹ ਗੱਲ ਪ੍ਰਸਟ ਕਰਦੇ, ਜਦੋਂ ਕਿ ਸਾਰੀ ਦੁਨੀਆ 'ਚ ਤੁਹਾਨੂੰ ਸਰਦਾਰ ਜੀ ਕਹਿੰਦੇ ਨੇ, ਸਾਰੀ ਦੁਨੀਆ 'ਚ ਇੱਕ ਵਿਸ਼ੇਸ਼ ਤੌਰ ਤੇ ਤੁਹਾਡਾ ਨਾਂ ਰੱਖਿਆ ਗਿਆ, ਤੁਸੀਂ ਕਿਤੇ ਵੀ ਖੜੇ ਹੋਵੋਗੇ। ਇਹ ਮੇਰੇ ਪਾਤਸ਼ਾਹ ਨੇ ਕਹਿ ਦਿੱਤਾ ਸੀ ਕਿ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਦਾ ਸੀਸ ਗੰਜ ਵਿੱਚ ਉੱਥੇ ਕਤਲ ਹੁੰਦਾ ਹੈ, ਉਸ ਟਾਈਮ ਪੁੱਛਦੇ ਨੇ ਰੰਗਰੇਟੇ ਨੂੰ ਕਿ ਗੁਰੂ ਪਿਆਰਿਆ ਇਹ ਦੱਸ, ਜਦੋਂ ਗੁਰੂ ਪਾਤਸ਼ਾਹ ਦਾ ਸੀਸ ਕਤਲ ਹੋਇਆ ਉੱਥੇ ਕੋਈ ਸਿੱਖ ਨਹੀਂ ਸੀ ਸੰਭਾਲਣ ਵਾਲਾ। ਆਂਦੇ ਜੀ ਸਿੱਖ ਤਾਂ ਹੈਗੇ ਸੀ, ਪਰ ਪਤਾ ਨਹੀਂ ਸੀ ਲੱਗਦਾ ਸਿੱਖ ਕੌਣ ਨੇ। ਆਂਦੇ ਅੱਛਾ, ਅੱਗੇ ਮੇਰਾ ਸਿੱਖ ਇਹੋ ਜਿਹਾ ਹੋਊਗਾ ਜਿਹੜਾ ਕਰੋੜਾਂ ਵਿੱਚ ਵੀ ਖੜਿਆ ਹੋਊਗਾ ਤੇ ਉਹਨੂੰ ਕੋਈ ਬੰਦਾ ਚੈਲੰਜ, ਉਹਨੂੰ ਆਇਡੈਂਟੀਫਿਕੇਸ਼ਨ ਦੇਣ ਦੀ ਨਹੀਂ ਲੋੜ ਹੋਊਗੀ ਵੀ ਮੈਂ ਕੌਣ ਹੁੰਨਾ, ਦੂਰ ਤੋਂ ਪਤਾ ਲੱਗੂਗਾ ਵੀ ਸਿੱਖ ਹੈ। ਇਹ ਤੁਹਾਡੀ ਬਕੈਸ਼ਰ ਔਰ ਸਰਦਾਰੀ ਔਰ ਹਰ ਟਾਈਮ ਤੁਹਾਡੇ ਸਿਰ ਦੀ ਸੇਫਟੀ, ਜਨਾਨੀਆਂ ਤੱਕ ਵੀ। ਔਰ ਤੁਹਾਡੀ ਇੱਕ ਕੌਮ ਸੀ ਜਿਹਦੇ ਵਿੱਚ ਇੱਕ 9 ਇੰਚ ਦੀ ਕਿਰਪਾਨ ਹਜੇ ਵੀ ਭਾਰਤ ਵਿੱਚ ਤੁਹਾਨੂੰ ਅਥਰਾਈਜ਼ ਹੈ। ਇਹ ਸ਼ਾਸਤਰ ਹੈ ਜਿਹੜਾ ਆਪਣੀ ਇਸਤਰੀ ਆਪਣੀ ਸਵੈ ਰੱਖਿਆ ਕਰ ਸਕਦੀ ਹੈ, ਮਰਦ ਆਪਣੀ ਸਵੈ ਰੱਖਿਆ ਕਰ ਸਕਦਾ। ਹਰ ਟਾਈਮ ਇਹ 9 ਇੰਚ ਦੀ ਕਿਰਪਾਨ ਤੁਹਾਨੂੰ ਭਾਰਤ ਦੇ ਸੰਵਿਧਾਨਕ ਹੱਕ ਹੈ। ਤੁਹਾਡੀ ਦਸਤਾਰ, ਤੁਹਾਡੇ ਦਾੜਾ, ਤੁਹਾਡੇ ਮਸ਼ਹਿਰੇ, ਤੁਹਾਡੇ ਕੇਸ ਤੇ ਕਿਰਪਾਨ ਦੀ ਕੋਈ ਬੇਅਦਬੀ ਕਰੇ, ਉਹ ਬੰਦੇ ਨੂੰ 2 ਸਾਲ ਦੀ ਸਜ਼ਾ ਭਾਰਤ ਦਾ ਕਾਨੂੰਨ, ਕਾਇਦੇ ਕਾਨੂੰਨ, ਸੰਵਿਧਾਨ ਦੇ ਰਿਹਾ। ਅੱਗੇ ਤੁਹਾਡਾ ਗੁਰੂ, ਪੰਜਾਂ ਪਿਆਰਿਆਂ ਗੁਰੂ ਨਾਨਕ ਤੋਂ ਲੈ ਕੇ ਗੁਰੂ ਗੋਬਿੰਦ ਰਾਏ ਤੱਕ ਚਰਨ ਪੌਲ ਦੇ ਕੇ ਸਿੱਖ ਬਣਾਏ ਗਏ। ਬਾਬਾ ਬੁੱਢਾ ਜੀ ਸਿੱਖ ਨਹੀਂ ਸੀ ਬਣਾਉਂਦੇ, ਉਹ ਪੱਕੇ ਸਿੱਖ ਸਨ। ਅਸੀਂ ਸਿੱਖ ਗੁਰੂ ਜੀ ਤੋਂ ਸਿੱਖੀ ਧਾਰਨ ਕਰਕੇ ਉਹਨਾਂ ਕੋਲ ਉਹਨਾਂ ਦੀ ਭੀੜ ਵਿੱਚ ਜਾ ਕੇ ਉਹਨਾਂ ਦੀ ਸੰਗਤ ਕਰਨੀ, ਕਿਤੇ ਵੀ ਸਿੱਖਾਂ ਦੀ ਧਰਮਸ਼ਾਲਾ 'ਚ ਜਾਣਾ। ਕਿਉਂਕਿ ਗੁਰਦੁਆਰੇ ਜਿਹੜੇ ਬਣੇ ਗੁਰੂ ਗੋਬਿੰਦ ਸਿੰਘ ਤੋਂ ਬਾਅਦ ਬਣੇ ਨੇ, ਪਹਿਲਾਂ ਧਰਮਸ਼ਾਲਾ ਹੁੰਦੀਆਂ ਸੀ। ਤੇ ਗੁਰੂ ਪਾਤਸ਼ਾਹ ਤੋਂ ਇੱਥੇ ਤੱਕ ਵੀ ਭਾਈ ਗੁਰਦਾਸ ਜੀ ਕਹਿ ਗਏ ਨੇ ਵੀ ਘਰ ਘਰ ਅੰਦਰ ਧਰਮਸ਼ਾਲਾ ਹੋਵੇ, ਕੀਰਤਨ ਸਦਾ। ਇਹ ਪਹਿਲਾ ਸਿਸਟਮ ਹੈ ਜਿੱਥੇ ਪ੍ਰਭੂ ਦੀ ਭਗਤੀ ਕੀਰਤਨ ਰਾਹੀਂ ਕੀਤੀ ਗਈ ਹੈ। ਮੁਸਲਮਾਨਾਂ ਵਿੱਚ ਕੀਰਤਨ ਨੂੰ ਮਨਾ ਕੀਤਾ ਗਿਆ, ਹਿੰਦੂਆਂ ਵਿੱਚ ਠੀਕ ਕੀਰਤਨ ਰਿਹਾ। ਪਰ ਇਹ ਜਿਹੜਾ ਗੁਰੂ ਘਰ ਹੈ, ਇਹਦਾ ਗੁਰੂ ਗ੍ਰੰਥ ਸਾਹਿਬ ਪਹਿਲਾਂ 31 ਰਾਗਾਂ 'ਚ ਦਰਜ ਕੀਤਾ ਹੋਇਆ। ਔਰ ਗੁਰੂ ਜੀ ਨੇ ਆਪਣੀ ਹਜ਼ੂਰੀ 'ਚ ਗ੍ਰੰਥ ਲਿਖਾਇਆ। ਈਸਾ ਜੀ ਦਾ ਗ੍ਰੰਥ ਲੇਟ ਆਇਆ ਕਾਗਜ਼ ਤੇ, ਬਾਈਬਲ। ਮੁਸਲਮਾਨਾਂ ਦਾ ਗ੍ਰੰਥ ਕਾਗਜ਼ ਤੇ ਲੇਟ ਆਇਆ, ਹਿੰਦੂਆਂ ਦੇ ਗ੍ਰੰਥ ਲੇਟ ਆਏ ਨੇ। ਤੇ ਜਿਹੜਾ ਗੁਰੂ ਗ੍ਰੰਥ ਸਾਹਿਬ ਹੈ, ਇਹ ਗੁਰੂ ਗੋਬਿੰਦ ਸਿੰਘ ਨੇ ਦੀ ਸੰਪਾਦਨਾ ਕਰਾਈ ਹੈ ਦਮਦਮੇ ਸਾਹਿਬ ਤੇ, ਆਪਣੀ ਹਾਜ਼ਰੀ ਵਿੱਚ ਲਿਖਿਆ ਹੋਇਆ। ਇਹਦੇ ਪਹਿਲੇ ਲਿਖਾਰੀ ਭਾਈ ਗੁਰਦਾਸ, ਦੂਸਰੇ ਲਿਖਾਰੀ ਜਦੋਂ 9ਵੀਂ ਪਾਤਸ਼ਾਹ ਦੀ ਬਾਣੀ ਦਰਜ ਕੀਤੀ ਜਾਂਦੀ ਹੈ ਤੇ ਬਾਬਾ ਦੀਪ ਸਿੰਘ ਜੀ ਤੇ ਭਾਈ ਮਨੀ ਸਿੰਘ ਜੀ, ਜਿਨ੍ਹਾਂ ਦੋਹਾਂ ਨੇ ਗੁਰੂ ਦੀ ਖੰਡੇ ਦੀ ਪੌਲ ਗੁਰੂ ਗੋਬਿੰਦ ਸਿੰਘ ਦੇ ਹੱਥੋਂ ਛਕੀ ਹੋਈ ਹੈ। ਇਸ ਕਰਕੇ ਅਸੀਂ ਤੁਹਾਡੇ ਪਿੰਡਾਂ 'ਚ ਇੱਕੋ ਤੁਹਾਨੂੰ ਮੁੰਡਿਆਂ ਨੂੰ, ਆਉਣ ਵਾਲੇ ਮੁੰਡਿਆਂ ਦੇ ਅੱਗੇ ਜੀਵਨ ਬਹੁਤ ਆ ਰਿਹਾ। ਹੁਣ ਜੇ ਤੁਸੀਂ ਇੱਕ ਨਿਆਣਾ ਜੰਮ ਰਹੇ, ਉਹਦਾ ਵੀ ਬੜਾ ਭਵਿੱਖ ਬੜਾ ਧੁੰਦਲਾ ਨਜ਼ਰ ਆ ਰਿਹਾ। ਜਿਹਦੇ ਘਰ ਇੱਕ ਨਿਆਣਾ, ਉਹਨੂੰ ਕੀ ਪਤਾ 21 ਸਾਲ ਦਾ ਪਹੁੰਚਣਾ, ਵਿਆਹ ਤੱਕ ਪਹੁੰਚਣਾ, ਉਹਦੀ ਗਾਂ ਬੱਚਾ ਜੰਮਣੇ। ਅੱਜ ਮੇਰੇ ਕੋਲ 2 ਕੇਸ ਸਵੇਰੇ ਆਏ ਹੈ, ਇੱਕ ਦੇ 13 ਸਾਲ ਵਿਆਹ ਨੂੰ ਹੋਏ, ਕੋਈ ਬੱਚਾ ਨਹੀਂ ਹੋਇਆ ਹੋਇਆ। ਇੱਕ ਦਾ 8 ਸਾਲ ਹੋ ਗਏ, ਇੱਕ ਕੁੜੀ ਹੋਈ ਤੋਂ ਬਾਅਦ ਕੋਈ ਬੱਚਾ ਨਹੀਂ ਹੋ ਰਿਹਾ। ਐਸੇ ਕੇਸ ਬਹੁਤ ਨੇ। ਇਸ ਕਰਕੇ ਕੌਮਾਂ ਨੂੰ ਗਿਣਤੀ ਚਾਹੀਦੀ ਹੈ ਤੇ ਕੌਮਾਂ ਵਿੱਚ ਇੱਕ اخلاق, ਕੌਮੀ ਪਿਆਰ ਚਾਹੀਦਾ, ਇੱਕ ਦੇਸ਼ ਪਿਆਰ ਹੁੰਦਾ। ਅਸੀਂ ਭਾਰਤੀ ਹਾਂ, ਇਹ ਨਹੀਂ ਵੀ ਅਸੀਂ ਕਿਸੇ ਹੋਰ ਕੋਲ ਚਲੇ ਜਾਵਾਂਗੇ ਸਾਡੀ ਮੌਤ ਨੂੰ ਰੋਕ ਦੇਗਾ। ਜਦੋਂ ਗੁਰੂ ਤੇਗ ਬਹਾਦਰ ਸਾਹਿਬ ਤੋਂ ਸਵਾਲ ਕੀਤਾ ਜਾਂਦਾ ਵੀ ਤੂੰ ਇਸਲਾਮ ਧਾਰਨ ਕਰ ਲੈ ਜਾਂ ਕਰਾਮਾਤ ਦਿਖਾ, ਜਾਂ ਤੂੰ ਜੇ ਨਹੀਂ ਤੇ ਕਤਲ ਕੀਤਾ ਜਾਏਗਾ। ਤਿੰਨ ਕੱਕੇ ਲਾਤੇ। ਕਰਾਮਾਤ ਰੱਬੀ ਸ਼ਕਤੀ ਨੂੰ ਮੰਨਦੇ ਹੋ, ਜਿਹੜਾ ਕੰਮ ਬੰਦੇ ਨਹੀਂ ਕਰ ਸਕਦੇ ਉਹ ਬੰਦਾ ਕਰ ਦੇ, ਉਹਨੂੰ ਕਹਿੰਦੇ ਕਰਾਮਾਤ। ਜਿੱਦਾਂ ਮੱਕਾ ਫਿਰ ਗਿਆ, ਇੱਕ ਕਰਾਮਾਤ ਹੈ। ਮਰੀ ਹੋਈ ਗਊ ਨਾਮਦੇਵ ਨੇ ਜੀਨੀ ਕਰ ਦਿੱਤੀ ਹੈ, ਇੱਕ ਕਰਾਮਾਤ ਹੈ। ਬੇਸ਼ੱਕ ਨਾਮਦੇਵ ਨੇ ਨਹੀਂ ਜੀਨੀ ਕੀਤੀ, ਬੇਸ਼ੱਕ ਬਾਬੇ ਨੇ ਮੱਕਾ ਨਹੀਂ ਫੇਰਿਆ, ਪਰ ਜਿਹੜਾ ਇਹਨਾਂ ਦਾ, ਜਿਹਦੀ ਇਸ਼ਟ ਜਿਹੜਾ ਇਹਨਾਂ ਦਾ ਪ੍ਰਮਾਤਮਾ ਹੈ, ਉਹ ਜਦੋਂ ਵੀ ਉਹਦੇ ਭਗਤ ਦੀ ਹਾਨੀ ਹੁੰਦੀ ਹੈ, ਉਹ ਫਿਰ ਭਗਤ ਦੀ ਜ਼ਿੰਮੇਵਾਰੀ ਆਪ ਚੁੱਕ ਲੈਂਦਾ। ਕਿਉਂਕਿ ਗੁਰੂ ਪਾਤਸ਼ਾਹ ਕਹਿੰਦੇ ਨੇ ਹਰ ਯੁੱਗ ਯੁੱਗ ਭਗਤ ਉਪਾਇਆ, ਪੈਜ ਰੱਖਦਾ। ਉਹ ਪ੍ਰਮਾਤਮਾ ਕੀ ਨਹੀਂ ਕਰ ਸਕਦਾ? ਉਹ ਸਭ ਕੁਝ ਕਰ ਸਕਦਾ।
खिन में राहो रंग को कर ही राहो रंग कर डारे। एक सिस्टम है, ठीक है। अज मीडिया का युग है, कोई बंदा कुछ कह दूगा थानू, कोई बंदा कुछ कह दूगा, तुसी किसी जोगे नहीं रहोगे। इस करके हाथ जोड़ के बेनती है हर धी अगे, हर नौजवान अगे, हर बजुर्ग अगे ते हर मां अगे कि तुसी अपने कौम विच जुड़ो ते नशे बंद करो ते एक दूजे की विरोधता च ना खड़े हो। ਜਿਹੜੇ ਤੁਸੀਂ ਇਹ ਮਾੜੇ ਕੰਮ ਕਰਦੇ, ਇਹਨਾਂ ਦੀ ਸਜ਼ਾ ਸਾਨੂੰ ਮਿਲਣੀ ਹੈ। ਬਾਬੇ ਜੀ ਤੇ ਸਵਾਲ ਕੀਤਾ ਮੱਕੇ ਵਿੱਚ, ਬਾਬਾ ਹਿੰਦੂ ਵੱਡਾ ਕਿ ਮੁਸਲਮਾਨ ਹੋਈ, ਕੌਣ ਵੱਡਾ ਹੋ ਰੱਬ ਦੀ ਦਰਗਾਹ 'ਚ? ਤੇ ਬਾਬਾ ਜੀ ਨੇ ਬੜਾ ਸਪਸ਼ਟ ਜਵਾਬ ਦਿੱਤਾ ਹੋਇਆ, ਬਾਬਾ ਆਖੇ ਹਾਜੀਆਂ ਸ਼ੁਭ ਅਮਲਾਂ ਬਾਝੋਂ ਦੋਨੋਂ ਰੋਈ। ਜੇ ਅਮਲ ਤੁਹਾਡੇ ਚੰਗੇ ਨਹੀਂ ਹੋਣਗੇ, ਫਰੀਦ ਜੀ ਵੀ ਇਹੋ ਕਹਿੰਦੇ ਨੇ, ਫਰੀਦ ਜੀ ਕਹਿੰਦੇ ਨੇ ਸਾਡੇ ਤ੍ਰੈ ਮਣ ਦੇ ਹੋਰੀ ਚੱਲੇ ਪਾਣੀ ਅੰਨ, ਪਾਣੀ ਅੰਨ ਨਾਲ ਚੱਲਣ ਵਾਲੀ ਦੇ, ਜਿਹੜੀ ਦੇ ਇਹ ਜ਼ਰੂਰ ਇਹਨੂੰ ਸ਼ਰਾਬ ਨਹੀਂ ਚਾਹੀਦੀ। ਇਹ ਪਾਣੀ ਨਾਲ, ਹਵਾ ਨਾਲ, ਅੰਨ ਨਾਲ, ਇਹਨਾਂ ਚੀਜ਼ਾਂ ਨਾਲ, ਅੱਗ ਨਾਲ, ਪੰਜਾਂ ਤੱਤਾਂ ਨਾਲ ਚੱਲਦੀ ਹੈ। ਆਇਓ ਬੰਦਾ ਦੁਨੀ ਵਿੱਚ ਬਤ ਅਸੂਣੀ ਬਨ, ਚੰਗੀਆਂ ਆਸਾਂ ਲੈ ਕੇ ਬੰਦਾ ਇਸ ਧਰਤੀ ਤੇ ਆਇਆ, ਮੈਂ ਜੀਵਨ ਪੁਰਬ ਭਗਤੀ ਚਲਾਉਂਗਾ, ਚੰਗੇ ਕੰਮ ਕਰੂੰਗਾ। ਆਇਓ ਬੰਦਾ ਦੁਨੀ ਵਿੱਚ ਬਤ ਸੁਣੀ, ਹੁਣ ਕੀ ਹੋਇਆ? ਮਲਕਲ ਮੌਤ ਜਾਂ ਆਬਸੀ ਸਭ ਦਰਵਾਜੇ ਭੰਨ। दरवाजे केड़े ने? 9 इंद्रे ने, अखा ने, कन ने, मुंह है, हेठले 2 इंद्रे ने। ये 9 जेड़े ने 5 ज्ञान इंद्रे ने, 5 कर्म इंद्रे। जबान ऐसी है जिहड़ी 2 ही पासे काम कर जाती है। ये ज्ञान भी करांदी है भी मिठा है या कौड़ा है, ते कर्म भी करदी बोलण दा। इस करके ਉਹ ਜਿਹੜੇ 9 ਦਰਵਾਜ਼ੇ, ਅੱਖਾਂ ਬੰਦ ਕਰ ਦਿੱਤੀਆਂ, ਕੰਨ ਬੰਦ ਕਰ ਦਿੱਤੇ, ਜ਼ੁਬਾਨ ਬੰਦ ਕਰ ਦਿੱਤੀ, ਲੱਤਾਂ ਹਿੱਲਣੀਆਂ ਬੰਦ ਹੋ ਗਈਆਂ, ਬਾਹਾਂ ਬੰਦ ਹੋ ਗਈਆਂ, ਸਭ ਦਰਵਾਜ਼ੇ ਬੰਦ। ਹੁਣ ਕੀ ਹੋਇਆ? ਹੁਣ ਆਗੇ ਜਿਹੜਾ ਸਾਡੀ ਰੀਤੀ ਰਿਵਾਜ ਹੈ, ਉਹਨੂੰ ਕਪਾਣਾ ਕੱਪੜੇ ਅਰਥੀ ਤੇ 4 ਬੰਦਿਆਂ ਨਾਲ। ਪਹਿਲਾਂ ਸਾਡੇ ਜਿਹੜੇ ਪਹਿਲੇ ਸਮੇਂ ਵਿੱਚ ਵਿਆਹ ਦੇ ਟਾਈਮ ਵੀ ਬੰਦਿਆਂ ਨੂੰ ਚੁੱਕ ਕੇ ਖੜਦੇ ਰਹੇ, ਕੁੜੀ ਵੀ ਚੁੱਕ ਕੇ ਲਿਆਂਦੇ ਰਹੇ ਕਹਾਰ। ਉਹ ਖੁਸ਼ੀ ਹੁੰਦੀ ਸੀ ਨਾ। ਹੁਣ ਜਦੋਂ ਤੁਰਦਾ, ਦੇਖੋ ਬੰਦਾ ਚੱਲਿਆ 4 ਜਣਿਆਂ ਦੇ ਕੰਨ। ਹੋ ਸਕਦਾ ਬਰਫ਼ 'ਚ ਗਲ ਜਾਏ, ਹੋ ਸਕਦਾ ਸਮੁੰਦਰ ਵਿੱਚ ਡਿੱਗ ਪਏ, ਕੋਈ ਚੁੱਕਣ ਜੋਗਾ ਨਾ ਰਹੇ। ਆਮ ਹਾਲਤ ਨੋਰਮਲ ਅਸੀਂ ਉਹਨੂੰ 4 ਬੰਦੇ ਚੁੱਕ ਲੈਣੇ। ਦੇਖੋ ਬੰਦਾ ਚੱਲਿਆ 4 ਜਣਿਆਂ ਦੇ ਕੰਨ। ਫਰੀਦਾ ਅਮਲ ਜ ਕੀਤੇ ਦੁਨੀ ਵਿੱਚ ਸਿਦਰ ਗਿਆ ਏ ਕੰਮ। ਜੋ ਹੈ ਦੁਨੀਆ ਵਿੱਚ ਚੰਗੇ ਤੇ ਮਾੜੇ ਕੰਮ ਕੀਤੇ, ਉਹ ਦਰਗਾਹ ਤੱਕ ਨਾਲ ਲੈ ਜਾਣੇ। ਅਗਲਾ ਜਨਮ ਇਹਦੇ ਤੇ ਸੈੱਟ ਕਰ ਦੇਣਾ। ਮੁਸਲਮਾਨ ਤੇ ਈਸਾਈ ਤੇ ਯਹੂਦੀ ਪਾਰਸੀ ਅਗਲਾ ਜਨਮ ਨਹੀਂ ਮੰਨਦੇ, ਪਰ ਸਾਡੇ ਕੋਲ ਬੜੀ ਪੁਰਾਣੀ ਸਾਇੰਸ ਹੈ। हिंदुस्तान च बड़े बड़े ऋषि मुनि होए ने जिन्हें इस गल का अभ्यास किया और ये गल स्पष्ट कर दी है कि जे तू इस बार उक गया ते तू मुड़ के डंगरां दी जूना, पशुओं दी 84 लाख जून है, आखिरी जून तेरी है। 83 पौड़ियां चढ़ के 84वीं पौड़ी ते पहुंच चुके हैं। या तो हुण एक स्टैप उपर नूं चढ़ जा, परमात्मा नाल एकता प्राप्त हो जाएगी। जे इस डंडे तो डिग पिया तो फिर पहले डंडे वाल ही जाना पएगा, और कोई रास्ता नहीं होगा। इस करके प्यारियो, हथ जोड़ के सनिम्र बेनती हुंदी है, जे तुसी बहुता कुछ नहीं कर सकते, पर मैं नहीं कहूंगा, बंदे च हौसला देने दा साडा काम हुंदा। असी सब कुछ कर सकते हैं। जे दुनिया दे धंधे कर सकते हैं ते असी इन्ना काम नहीं कर सकते सवेरे उठ के पाठ पढ़ना। पंजाबी च लिखिया ग्रंथ, सानू किसी बाबे दी की लोड़ है? जो साडे कोल लिखत पई गुरुआं दी सारी गल लिखी है भी अखां नाल की देखना, की नहीं देखना, कन्नां नाल की सुनना, की नहीं सुनना, की खाना, की नहीं खाना, की बोलना, की नहीं बोलना, पैरां नाल किधर नूं तुरना, किधर नूं नहीं तुरना, ये गल्लां समझाईयां होईयां। इस करके इन्हां दे लड़ लगी है। तुहाडे वास्ते है खंडे दी पौड़,
ਪੰਜ ਕੱਕੇ ਪੰਜ ਪਿਆਰੇ। ਇਹ ਪਹਿਲੇ ਸਿਸਟਮ ਹੈ ਦੁਨੀਆ ਦਾ ਜਿਹਦੇ ਵਿੱਚ ਪੰਜ ਪਿਆਰਿਆਂ ਨੂੰ ਪ੍ਰਧਾਨਤਾ ਦਿੱਤੀ ਗਈ ਹੈ। ਧੰਨ ਗੁਰੂ ਗੋਬਿੰਦ ਸਿੰਘ ਦੀ ਵਡਿਆਈ ਹੈ। ਔਰ ਉਹਨੇ ਸਾਨੂੰ ਕੁਝ ਬਚਨ ਦਿੱਤੇ ਨੇ, ਉਹ ਬਚਨ ਮੈਂ ਆਖਰੀ ਸਾਂਝੇ ਕਰ ਲੈਣੇ। ਉਹ ਤੋਂ ਪਹਿਲਾਂ ਇਹ ਜ਼ਰੂਰ ਹੈ ਤੁਹਾਡੇ ਵਿੱਚ ਮੇਰੀ ਰੁਚੀ ਹੈ ਕਿ ਤੁਹਾਡੇ 'ਚ ਆਪਣੇ ਗੁਰੂ ਦਾ ਪਿਆਰ ਪੈਦਾ ਹੋ ਜਾਏ, ਪਰਮਾਤਮਾ ਨਾਲ ਪਿਆਰ ਪੈਦਾ ਹੋ ਜਾਏ। ਗੁਰੂ ਸਾਡੇ ਬਹੁਤੇ ਨਹੀਂ ਹੋ ਸਕਦੇ, ਇਹ ਗੱਲ ਪੱਕੀ ਜਾਣ ਲਓ। ਇਹ ਸਾਨੂੰ ਪਾੜਨ ਦੀ ਨੀਤੀ ਹੈ। ਜਦੋਂ ਤੱਕ ਅਸੀਂ ਸ਼ੇਰੇ ਪੰਜਾਬ ਦੇ ਟਾਈਮ 'ਚ ਖਾਲਸਾ ਰਾਜ ਕੀਤਾ, ਅੰਗਰੇਜ਼ ਸਾਡੇ ਕੋਲ ਨੌਕਰੀ ਕਰਦਾ ਰਿਹਾ ਔਰ ਸਭ ਤੋਂ ਜ਼ਿਆਦਾ ਅਮੀਰ ਸਾਡਾ ਪੰਜਾਬ ਦੇਸ਼ ਸੀ। ਅੱਜ ਉਹ ਪੰਜਾਬ ਘਸਿਆਰਿਆਂ ਦਾ ਪੰਜਾਬ ਬਣ ਗਿਆ। ਸੜਕਾਂ ਤੇ ਬੈਠੇ ਅਸੀਂ ਆਪਣੀ ਜ਼ਮੀਨ ਬਚਾਉਣ ਵਾਸਤੇ, ਸਾਲਾਂ ਬੱਧੀ ਸਾਨੂੰ ਕੁਰਬਾਨੀਆਂ ਦੇਣੀਆਂ ਪੈਣਗੀਆਂ। ਇੱਥੇ ਸਾਡਾ ਰਾਜ ਸੀ। ਅੱਜ ਚੀਨਾ ਨੇ ਵੀ ਭਾਰਤ ਨੂੰ ਚੈਲੰਜ ਕੀਤਾ ਕਿ ਜਿਹੜਾ ਤੂੰ ਸਾਡੇ ਤੋਂ ਲਦਾਖ ਦੀ ਗੱਲ ਕਰਦਾ ਹੈ, ਜੈਸ ਬਾਰਡਰ ਦੀ ਗੱਲ ਕਰਦਾ ਹੈ, ਇਹ ਖਾਲਸਾ ਰਾਜ ਕੋਲੋਂ ਲਿਆ ਵਾ, ਤੇਰੇ ਕੋਲੋਂ ਨਹੀਂ ਲਿਆ, ਹਿੰਦੁਸਤਾਨ ਤੋਂ ਨਹੀਂ ਲਿਆ। ਅਸੀਂ ਖਾਲਸੇ ਨਾਲ ਗੱਲ ਕਰਾਂਗੇ ਉਹਨਾਂ ਦੇ ਰਾਜ ਦੀ। ਤੁਸੀਂ ਇੱਥੇ ਪਿੰਡਾਂ 'ਚ ਤੁਹਾਨੂੰ ਸ਼ਰਾਬਾਂ ਦੇ ਕੇ ਉਹਨਾਂ ਨੂੰ ਪਤਾ ਵੀ ਜੇ ਗੱਲ ਨਿਕਲ ਗਈ, ਸੰਧੀ ਕੀਤੀ ਹੈ ਅੰਗਰੇਜ਼ ਨੇ ਜਦੋਂ ਸਾਨੂੰ ਪਹਿਲਾਂ ਪਾੜ ਕੇ ਸਾਡੇ ਤੇ ਰਾਜ ਕੀਤਾ, ਫਿਰ ਮਹਾਰਾਜਾ ਦਲੀਪ ਸਿੰਘ ਨੂੰ ਲੈ ਕੇ ਗਿਆ ਨਾਲ, ਤੇ ਸੰਧੀ ਕਰ ਗਿਆ ਵੀ ਜਦੋਂ ਮੁੰਡਾ 18 ਸਾਲ ਦਾ ਹੋ ਜਾਊਗਾ ਇਹਨੂੰ ਪੰਜਾਬ ਦਾ ਰਾਜ ਫੇਰ ਦੇ ਦੇਵਾਂਗੇ। ਪਰ ਉਹਨੂੰ ਜਾਂਦਿਆਂ ਈਸਾਈ ਬਣਾ ਲਿਆ, ਉਹਦੇ ਕੇਸ ਕੱਟ ਕੇ ਮੇਮਾਂ ਉਹਦੇ ਨਾਲ ਲਾਤੀਆਂ। ਨਵਾਂ ਮੁੰਡਾ ਸੀ, ਉਹਨੂੰ ਆਪਣੀ ਮਾਂ ਤੋਂ ਨਖੇੜ ਦਿੱਤਾ। ਉਹਨੂੰ ਪੰਜਾਬ ਦੀ ਜੰਮਣ ਧਰਤੀ ਤੋਂ, ਜਿੱਥੇ ਉਹ ਰਾਜਾ ਸੀ, ਉੱਥੋਂ ਤੋਂ ਦੂਰ ਚੁੱਕੇ ਲੈ ਗਏ 7 ਸਮੁੰਦਰ ਪਾਰ। ਉੱਥੇ ਜਾ ਕੇ ਜਿੱਦਾਂ ਦੀ ਇਹ ਗੱਲ ਪੱਕੀ ਹੈ, ਜੋ ਜੈਸੀ ਸੰਗਤ ਮਿਲੇ ਸੋ ਤੈਸੋ ਫਲ ਖਾਏ। ਜੇ ਸ਼ਰਾਬੀਆਂ ਕੋਲ ਬੈਠੋਗੇ ਤੇ ਕਦੇ ਵੀ ਤੁਸੀਂ ਸ਼ਰਾਬ ਤੋਂ ਬਚ ਨਹੀਂ ਸਕਦੇ, ਤੇ ਜੇ ਬਾਣੀ ਪੜਨ ਵਾਲਿਆਂ ਕੋਲ ਬੈਠੋਗੇ ਤੁਹਾਨੂੰ ਬਾਣੀ ਪੜਨ ਦੀ ਰੁਚੀ ਪੈਦਾ ਹੋ ਜਾਏਗੀ। ਜੇ ਤੁਸੀਂ ਜੂਆ ਵਾਲਿਆਂ ਕੋਲ ਬੈਠੋਗੇ ਜੂਆ ਖੇਡੋਗੇ। ਜੇ ਤੁਸੀਂ ਆ ਜਿਹੜੇ ਪੱਬ ਦੀਆਂ ਗੇਮਾਂ ਕਰਦੇ ਉਹਨਾਂ ਦੇ ਲਾਗੇ ਬੈਠਣ ਲੱਗ ਪਏ, ਤੁਸੀਂ ਉਹ ਕਰਨ ਲੱਗੋਗੇ। ਇਹ ਬੰਦੇ ਦੀ ਫਿਤਰਤ ਹੈ। ਇਹਨੂੰ ਜਿੱਦਾਂ ਦੀ ਸੁਸਾਇਟੀ ਮਿਲ ਜੇ ਉਸ ਤਰੀਕੇ ਦਾ ਢਾਲਾ ਢਲ ਜਾਂਦਾ। ਭੁਲਾਨਾ ਲਾਗੇ ਬੈਠੋਗੇ ਡੰਡ ਕੱਢਣ ਲੱਗ ਪਓਗੇ। ਜਿਹੜੇ ਬੋਡੀ ਬਿਲਡਰ ਨੇ ਉਹਨਾਂ ਲਾਗੇ ਬੈਠੋਗੇ, ਉਹਨਾਂ ਦੀਆਂ ਫਿਲਮਾਂ ਦੇਖੋਗੇ, ਤੁਹਾਡੇ ਚ ਬੋਡੀ ਬਿਲਡਰ ਦਾ ਸ਼ੌਕ ਜਾਗ ਪਊਗਾ। ਤੇ ਅਸਲੀ ਸ਼ੌਕ ਸਾਰੇ ਠੀਕ ਨੇ, ਬੋਡੀ ਬਿਲਡਰ ਵੀ ਅੱਛਾ ਹੈ, ਮੈਂ ਮਾੜਾ ਨਹੀਂ ਕਹਿੰਦਾ। ਕਿਸੇ ਨਾਲ ਸਰੀਰ ਸੰਭਾਲਣਾ ਬੜੀ ਵੱਡੀ ਗੱਲ ਹੈ, ਪਰ ਅਸਲੀ ਜਿਹੜਾ ਹੈ ਉਹ ਜਨਮ ਦਾ ਲਕਸ਼ ਹੈਗਾ ਪ੍ਰਭੂ ਕਰਨਾ। ਔਰ ਇਹਨਾਂ ਦਾ ਇੰਨਾ ਬਲ ਹੋ ਜਾਂਦਾ ਇਹਨਾਂ ਚ, ਬੋਡੀ ਬਿਲਡਰ ਇਹਨਾਂ ਦੇ ਬਲ ਦੇ ਬਰਾਬਰ ਕੁਝ ਨਹੀਂ ਹੁੰਦਾ। ਕਈ ਵਾਰ ਮੈਨੂੰ ਬੇਨਤੀ ਕਰਨੀ ਪਈ ਹੈ। ਇਹ ਫਕੀਰਾਂ ਨੇ ਜ਼ਿੰਦਗੀ ਬਾਬਾ ਹਜ਼ਾਰਾ ਸਿੰਘ ਨੇ ਬਤੀਤ ਕੀਤੀ ਹੈ। 2 ਜਮਾਤਾਂ ਪੜ੍ਹੇ ਨੇ, ਤੇ ਇਸ ਇਲਾਕੇ ਦਾ ਕੋਲਾ ਪਹਿਲਵਾਨ ਹੈ ਜਿਹੜਾ ਭਾਰਤ ਵਿੱਚ ਮਸ਼ਹੂਰ ਹੋ ਚੁੱਕਿਆ ਵਾ। ਇਸ ਇਲਾਕੇ ਦਾ ਜਿਹੜਾ ਕਲੇਰ ਸ਼ਾਹ ਹੈ, ਜਿਹੜਾ ਸ਼ਾਹ ਦਾ ਸ਼ਾਹੂਕਾਰ ਇੱਥੇ ਚੱਲਦਾ। ਇਸੇ ਘੁੰਮਣਾ ਵਿੱਚ ਇੱਕ ਮੁੰਡਾ ਹੋਇਆ, ਉਹਦਾ ਨਾਂ ਉਹਨਾਂ SDM ਦੇ ਰੁਤਬੇ ਨੂੰ ਹੱਥ ਲਾਇਆ ਹੋਇਆ ਸੀ। ਸਿੰਘ ਸੀ ਉਹਦਾ ਨਾਮ, SDM ਬਣਿਆ ਸੀ। ਹੁਣ ਬਾਬੇ ਨੇ 2 ਜਮਾਤਾਂ ਪੜ੍ਹੀਆਂ। SDM ਦੀ ਉਸ ਪਿੰਡ 'ਚ ਕੋਈ ਹੈਸੀਅਤ ਨਹੀਂ ਰਹੀ, ਕਿਸੇ ਨੂੰ ਨਹੀਂ ਪਤਾ ਵੀ ਇੱਥੇ SDM ਹੈ। ਉਹਦੀ ਜ਼ਮੀਨ ਸਾਰੀ ਅਮਰੀਕ ਸੋਨਾ ਖਰੀਦ ਲਈ। ਦੂਸਰਾ ਕੋਲੇ ਦਾ ਮੁੰਡਾ ਮਰ ਗਿਆ। ਕੋਲੇ ਨੂੰ ਤੁਹਾਡੇ 'ਚੋਂ ਆਮ ਬੰਦੇ ਨਹੀਂ ਕੋਈ ਵੀ ਜਾਣਦਾ ਵੀ ਇੱਥੇ ਕੋਲੇ ਭਲਵਾਨ ਹੋਇਆ। ਇੱਕ ਅਸ਼ਰ ਹੋਇਆ, ਇਹ ਕੋਲਾ ਹੋਇਆ ਭਾਗੋਵਾਲ ਦਾ। ਤੇ ਸ਼ਾਹ ਨੂੰ ਮੇਰਾ ਖਿਆਲ ਸ਼ਾਇਦ ਬਾਲਿਆਂ ਨੇ ਨਹਿਰ ਤੇ ਘੇਰ ਕੇ ਵੱਢਿਆ, ਜਾਂ ਉਦੋਂ ਘੋੜੀ ਤੋਂ ਲਾ ਕੇ ਉਹਦਾ ਕਤਲ ਕਰ ਦਿੱਤਾ। ਅੱਜ ਉਹਦੇ ਖੰਡਰਾ ਪਏ ਨੇ ਕਲੇਰਾਂ ਵਿੱਚ। ਕੋਲੇ ਦਾ ਨਾਮ ਸ਼ਾਨ ਨਹੀਂ ਹੈ। SDM ਨੂੰ ਜ਼ਮੀਨ ਸਾਰੀ ਵਿਕ ਗਈ, ਕੋਈ ਬੱਚਾ ਨਹੀਂ ਦੱਸ। ਤੇ ਬਾਬੇ ਨੂੰ ਇਹਦੀਆਂ ਤੁਸੀਂ ਉੱਥੇ ਜਾ ਕੇ ਪਤਾ ਨਹੀਂ ਕਿੰਨੇ ਕੁ ਪੈਸੇ ਸੁੱਟੀ ਜਾਂਦੇ। ਹਜੇ ਕਿ ਬਾਬੇ ਨੂੰ ਕੋਈ ਵੀ ਪੈਸੇ ਦੀ ਲੋੜ ਆਪਣੇ ਜੀਵਨ 'ਚ ਨਹੀਂ ਰਹੀ। ਤੁਸੀਂ ਪੈਸੇ ਸੁੱਟ ਕੇ ਉਹਨਾਂ ਦੀ ਵਿਚਾਰਿਆਂ ਦੀ, ਸੇਵਾਦਾਰਾਂ ਦੀ ਬੁੱਧੀ ਫਿਰ ਖਰਾਬ ਕਰਨੇ। ਉਹ ਉਹਨਾਂ ਨੂੰ ਪਤਾ ਨਹੀਂ ਰਿਹਾ ਵੀ ਅਸਲੀਅਤ ਕੀ ਹੈ ਤੇ ਗੱਲ ਕੀ ਹੈ। ਉਹ ਨਹੀਂ ਸੋਚਿਆ ਵੀ ਪਤਾ ਨਹੀਂ ਆਹੀ ਬਾਬੇ ਦੀ ਬੰਦਗੀ ਦਾ ਫਲ ਹੈ ਵੀ ਪੈਸੇ ਚਾਹੀਦੇ ਹੈ। ਪੈਸਾ ਇਸ ਜ਼ਿੰਦਗੀ 'ਚ ਗੁਜ਼ਾਰੇ ਮਾਤਰ ਚਾਹੀਦਾ। ਇਹ ਬਹੁਤਾ ਵੀ ਨਹੀਂ ਚਾਹੀਦਾ ਤੇ ਇਹ ਥੋੜਾ ਵੀ ਨਹੀਂ ਚਾਹੀਦਾ। ਇਸ ਕਰਕੇ ਸਾਨੂੰ ਗੁਰੂ ਪਾਤਸ਼ਾਹ ਨੇ ਹਰ ਗੱਲ ਸਮਝਾਈ ਹੋਈ ਹੈ। ਧਰਮ ਦੀ ਕਿਰਤ ਕਰਨੀ ਹੈ, ਵੰਡ ਕੇ ਛਕਣਾ ਹੈ, ਪਰਮਾਤਮਾ ਦਾ ਨਾਮ ਜਪਣਾ। ਇਹ 3 ਥੰਮ ਗੁਰੂ ਨਾਨਕ ਖੜੇ ਕਰ ਗਏ ਨੇ। 3 ਥੰਮ ਗੁਰੂ ਗੋਬਿੰਦ ਸਿੰਘ ਨੇ ਜਾਂਦੀ ਵਾਰ ਖੜੇ ਕੀਤੇ ਨੇ ਸਰੀਰ ਦੇ ਛੱਡਣ ਤੋਂ ਪਹਿਲਾਂ, ਕਿ ਪੂਜਾ ਅਕਾਲ ਦੀ, ਪਰਚਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ, ਤੇ ਦੀਦਾਰ ਖਾਲਸੇ ਸਾਧ ਸੰਗਤ ਦਾ ਕਰਨਾ। ਸੋ ਗੁਰੂ ਪਿਆਰਿਓ, ਗੁਰੂ ਗੋਬਿੰਦ ਰਾਏ ਨੇ ਖਾਲਸਾ ਪੰਥ ਦੀ ਸਿਰਜਣਾ ਕੀਤੀ ਹੈ। ਔਰ ਉਹ ਗੱਲ ਮੰਨ ਗਏ ਨੇ ਵੀ ਮੈਨੂੰ ਇਹ ਹੁਕਮ ਹੋਇਆ ਸੀ, ਮੈਂ ਆਪਣਾ ਸੁੱਤ ਤੋਹੇ ਨਮਾਜ਼ਾਂ। ਇੱਕ ਪਹਿਲਾ ਗੁਰੂ ਗੋਬਿੰਦ ਸਿੰਘ ਹੈ ਜਿਹੜਾ ਆਪਣੇ ਪਿਛਲੇ ਜਨਮ ਦੀ ਵੀ ਸਾਖੀ ਲਿਖਦਾ। ਕਿਸੇ ਵੀ
पिछले जन्म बारे कोई भी जानकारी नहीं दी। नानक जी ने अपने पिछले जन्म बारे कुछ नहीं दिता होया, ईसा जा नहीं दिता, मुहम्मद ने नहीं दिता। केवल एक गुरु गोबिंद सिंह है ਜਿਹੜੇ ਕਹਿੰਦੇ ਨੇ ਵੀ किस तरीके नाल मैं उस ਜਿਹੜਾ हेमकुंड पर्वत ते भगती की है, दो तो एक रूप हो जाना, वो तो मैनू परमात्मा भेजदा, मेरा आण नूं इस धरती ते जी नहीं करदा। ਉਹ ਮੈਨੂੰ पूरा उन्हां दा विचित्र नाटक ਜਿਹੜਾ ਉਹਦੇ ਵਿੱਚ पूरी ये सारी अपनी कलम नाल लिखी है, किदां सोढ़ वंश ਚੱਲਿਆ, किदां वेद ਚੱਲੇ ने, किस तरीके नाल ਜਿਹੜੀ है सारा सिस्टम ਬਣਿਆ। ਉਹਦੇ ਵਿੱਚ ਉਹ ਕਹਿੰਦੇ ਨੇ कि परमात्मा ने मैनू कहा कि मैं अपना सुत तोहे नवाजा, मैं तेनों अपना पुत्र बना के धरती ते भेजण लग्या, मैं तेरे सहायता करूंगा। पर एक तीजे पंथ की लोड़ है। मुसलमान सारे हिंदुआं नूं मारी जांदे ने, हिंदू जिहड़े ने वो कमजोर पै गए ने, जातिवाद विच वंडे होए ने। तू एक नवां पंथ शुरू करना इस धरती ते, जिहदे च सारिआं नूं मिशन नूं सांझे करके हर एक नूं बराबर बिठा लेना, ऊच नीच दा वितकरा मिटाना, भिन्न भिन्न पूजा जिहड़ी पत्थरां दी, मड़ियां दी, कबरां दी, इन्हां तो लोकां ने चुक के शब्द दे पुजारी बनाना ते एक तेरा नवां पंथ चलना। वो पंथ गुरु नानक ने शुरू दी उदी कीती ते संपूर्णता उस पंथ नूं दित्ती श्री गुरु गोबिंद सिंह साहब ने। उदा पूरा खाका जो लिखिया सी अकाल पुरख वालों, उन्होंने संपूर्णता दे के 1708 नूं हजूर साहब दी पावन पवित्र धरती ते इसे ग्रंथ नूं गद्दी है। दुनिया दा पहला ग्रंथ है जिन्हों गुरु दा खिताब मिलिया। अज तक बाइबल नूं गुरु नहीं कोई भी मन्नेगा, पवित्र बुक मिलेगा, होली ग्रंथ पवित्र ग्रंथ मन्नेगा, कुरान नूं ग्रंथ मन्नेगा, गीता अंजील ग्रंथ मन्ने जाणगे, पर इनू तुसी कहोगे श्री गुरु ग्रंथ साहब। ਇਹ ਤੁਹਾਡੇ ਕੋਲ ਹੈ ਵਿਰਸਾ। ਜੇ ਅੱਜ ਮੁੰਡੇ ਨੇ ਇਹਨਾਂ ਨੂੰ ਮੈਂ ਜ਼ਰੂਰ ਬੇਨਤੀ ਕਰੂੰਗਾ ਵੀ ਤੁਹਾਨੂੰ ਅਜੇ 4 ਸਾਲ ਜਵਾਨੀ ਦੇ ਆਏ ਹੈ, ਇਹਨੂੰ ਪਿੰਡ 'ਚ ਗੰਦ ਪਾਉਣ ਵਾਸਤੇ ਨਹੀਂ ਆਏ, ਇਹਨਾਂ ਪਿੰਡਾਂ ਨੂੰ ਸਾਫ਼ ਸੁਥਰੇ ਕਰਨ ਵਾਸਤੇ ਆਏ ਨੇ। ਜੇ ਪਿੰਡ ਤੁਹਾਡਾ ਸਾਫ਼ ਸੁਥਰਾ ਹੋਏਗਾ, ਤੁਸੀਂ ਸਾਰੇ ਅੱਛਾ ਜੀਵਨ ਬਤੀਤ ਕਰੋਗੇ। ਜੇ ਤੁਸੀਂ ਆਪਣੇ ਪਿੰਡ ਵਿੱਚ ਗੰਦ ਪਾ ਕੇ ਬਹਿਣਾ, ਇਹ ਨਹੀਂ ਵੀ ਆਪਣੇ ਪਿੰਡ 'ਚ ਨਹੀਂ ਪਾਣੇ ਤੇ ਇੱਥੇ ਜਿਹੜਾ ਹੈਗਾ ਆ ਬਿਰਕਿਆਂ ਤੇ ਆਂਦੇ ਪਾਸੇ ਇੱਕ ਹੋਰ ਹੈ ਸੁੱਖਾ ਰਾਜੂ ਜਾ ਕੇ ਗੰਦ ਪਾ ਜਾਣਾ, ਜਾਂ ਉੱਥੇ ਗੱਗੋ ਵਾਲੀ ਚਲੇ ਜਾਣਾ। ਇਹ ਗੱਲਾਂ ਗਲਤ ਨੇ। ਕੋਈ ਨਸ਼ਾ ਪਿੰਡ 'ਚ ਨਹੀਂ ਹੋਣਾ ਚਾਹੀਦਾ। ਔਰ ਆਪਣੇ ਘਰ ਤੋਂ ਚੁੱਕੇ ਆਪਣੇ ਹਿਰਦੇ ਤੋਂ ਸਫਾਈ ਸ਼ੁਰੂ ਕਰੋ, ਫਿਰ ਘਰ ਦੀ ਸਫਾਈ ਕਰੋ, ਫਿਰ ਪਿੰਡ ਦੀ ਸਫਾਈ ਕਰੋ, ਫਿਰ ਕੌਮ ਬਾਰੇ ਸੋਚੋ ਤੇ ਦੇਸ਼ ਬਾਰੇ ਸੋਚੋ ਤੇ ਪ੍ਰਦੇਸ਼ ਬਾਰੇ ਸੋਚੋ। ਜਿੱਥੇ ਅਸੀਂ ਪੰਜਾਬੀ ਹਾਂ ਉੱਥੇ ਅਸੀਂ ਪੰਜਾਬੀ ਹਾਂ। ਪੰਜਾਬੀ ਹਿੰਦੂ ਹੈ, ਪੰਜਾਬੀ ਈਸਾਈ ਹੈ। ਇਹ ਵਿਚਾਰੇ ਇਹਨਾਂ ਤੋਂ ਵੀ ਮੈਨੂੰ ਬੜਾ ਆਂਦਾ, ਜਦੋਂ ਅਸੀਂ ਡਰਦੇ ਉਹਨਾਂ ਕੋਲ ਚਲੇ ਜਾਂਦੇ ਹਾਂ, ਆਂਦੇ ਅਸੀਂ ਤੁਹਾਡੀ ਦੁਆ ਕਰਕੇ ਠੀਕ ਕਰ ਦੇਵਾਂਗੇ। पर मैं ना भी पहला वो जिन्ने भी उन्होंने पेशेंट ने मिशन हस्पताल धारीवाल पे उन्होंने उतों दुआ कर ठीक कर लैन। तुसी ना गुमराह हो, कोई बंदा किसी नूं ठीक नहीं कर। इत्थे बाबे बटाले विच एक बाबे ना लोकां नूं खीर बण दित्ती। कोई आंदे भी बाबे दी खीर खाओ ते सब दुख छोड़ जाण। ਉਹ ਤੋਂ ਪਹਿਲਾਂ मैं देखा हसार ਵਿੱਚ एक बाबा खड़ा कर दिता, 10 साल का मुंडा, वो खंभ लाण लग पिया भी ठीक हो जाओगे ठीक हो जाओगे। जो गड्डियां इत्थों भरीਆਂ हसार ਨੂੰ लोग चल पे। एक इत्थे पहाड़ ਵਿੱਚ पानी कढ़िया, ਐਵੇਂ ਕਿਸੇ ने कह दिता भी ਜਿਹੜਾ भी पानी पीएगा वो पानी ਜਿਹੜਾ ਉਹਦੇ ਸਾਰੇ ਦਰਦਾਂ ਕੱਢ ਦਊਗਾ। जो लगे मैं ना कैनियां मका दित्ती, नहीं प्लास्टिक दी कैनियां लै के गड्डियां करा के करके पानी लैन चले गए। पर बीमारी अगे नाल भी वधी भी घटी भी, ਉਹ बधी भी घटी भी। ਉਹ बुद्धू ना बनो, हसाई भी बीमार पे है, उन्होंने ठीक कर लेना हो। उन्होंने पहला रज के रोटी देन, उन्होंने बीड़ियां छडाण, उन्होंने नशे छडा देन, फिर थोड़े वाल ध्यान देन। तुसीं काहनूं गुमराह होए हो? असीं कहने उन्होंने भी ਤੁਹਾਨੂੰ भी कहांगे ਜਿਹੜਾ अपना धर्म छड्ड के ਉਹ धर्म अपना छड्ड के उधर ਨੂੰ ਨਾ ਤੁਰਨਾ ਹੈ ਨਹੀਂ, ਉਹਨਾਂ ਨੂੰ ਕਹਾਂਗੇ ਵੀ ਤੁਸੀਂ ਸਿੱਖ ਬਣੋ। ਪਰ ਅਸੀਂ ਉਹਨਾਂ ਦਾ ਭਲਾ ਜ਼ਰੂਰ ਕਰਨ ਦਾ ਸੋਚਾਂਗੇ। ਪਰ ਤੁਹਾਨੂੰ ਵੀ ਅਸੀਂ ਕਹਾਂਗੇ ਕਿ ਜੇ ਤੁਸੀਂ ਉਧਰ ਨੂੰ ਜਾਣ ਦਾ ਯਤਨ ਕਰੋਗੇ ਇੱਧਰ ਉੱਧਰ ਨੂੰ ਤੇ ਤੁਹਾਡਾ ਪਿਛੋਕੜ ਸਾਰਾ ਹੀ ਗਰਕ ਹੋਊਗਾ ਤੇ ਆਉਣ ਵਾਲੇ ਬੱਚਿਆਂ ਦੀ ਹੋਊਗਾ, ਕੁਝ ਨਹੀਂ ਹੋਣਾ। थोड़ा हौसला रखो, दुआइयां दवांगे, थोड़ी मदद करांगे, थोड़ा थोड़ा अपने अपने सिस्टम विच चलो। ये ਅਸੀਂ ਇਕੱਲੇ नहीं हुंदे, साडे नाल पिछोकड़ भी हुंदा ते साडे नाल अगेतर भी हुंदा। ਜਿਹੜੇ ਸਾਡੇ ਬੱਚੇ आने वो साडे अगे आ रहे ने, ਜਿਹੜੇ ਸਾਡੇ ਬਜ਼ੁਰਗਾਂ ਨੇ ਕੁਰਬਾਨੀਆਂ ਦਿੱਤੀਆਂ ਉਹ ਸਾਡੇ ਪਿੱਛੇ ਚ ਨੇ। ਇਸ ਕਰਕੇ ਤਕੜੇ ਹੋ, अपने पिंडां दे गुरुद्वारियां 'ਚ सवेरे बैठो, खंडे दियां पौड़ां छको, किसी कोलों नामदान लैण दी लोड़ नहीं। किसी जिहड़े व्यास वाले सत्संग होकर बैठे ये ना ईसाइयां दा प्रचार करदे ने, ना हिंदुआं दा, ना सिखां दा। ये तुहानूं ये भी गुमराह करदे ने, तुहानूं ज़्यादा गुमराह कीता नहीं। हिंदुआं दे गुरु हो सकदे ने, मैं मनदा हिंदुआं दा गुरु राधा स्वामी हो सकदा, हिंदुआं दा गुरु निरंकारिया हो सकदा, हिंदुआं दा गुरु
ਸਰਸੇ ਵਾਲਾ ਹੋ ਸਕਦਾ, ਹਿੰਦੂਆਂ ਦਾ ਗੁਰੂ ਜਿਹੜਾ ਢੇਸੀਆਂ ਵਾਲਾ ਉਹ ਹੋ ਸਕਦਾ। ਹਿੰਦੂਆਂ ਦਾ ਗੁਰੂ ਜੇ ਬਣਾਉਣਾ ਹੋਏ, ਮੈਂ ਨਹੀਂ ਕਹਿ ਸਕਦਾ ਨਾਮਧਾਰੀਆਂ ਨਾਲ ਉਹਨਾਂ ਨੂੰ ਆਪਣੇ ਚੇਲੇ ਬਣਾਣੇ ਤਾਂ ਉਹ ਗੁਰੂ ਬਣੇ ਨੇ, ਉਹ ਵੀ ਉਹਨਾਂ ਦਾ ਵੀ ਉਹ ਗੁਰੂ ਬਣਾ ਸਕਦੇ ਨੇ ਹੁਣ ਜੇ ਬਣਾਉਣਾ ਹੋਏ। ਪਰ ਸਿੱਖਾਂ ਦਾ ਗੁਰੂ ਜੇ ਹੈ ਸਾਰੀ ਦੁਨੀਆ ਵਿੱਚ ਤੇ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਹੋਏਗਾ। ਇਹਦੇ ਨਾਲ ਜੁੜੀਏ, ਪਿੰਡਾਂ ਵਿੱਚ ਇਕੱਠੇ ਹੋਈਏ, ਆਪਣੀ ਤਾਕਤ ਨੂੰ ਸੰਗਠਿਤ ਰੂਪ ਵਿੱਚ ਤਿਆਰ ਕਰਕੇ ਆਉਣ ਵਾਲੇ ਭਵਿੱਖ ਨੂੰ ਬਦਲਾ ਬਣਾਉਣ ਵਾਸਤੇ ਥੋੜੇ ਦਿਨ ਜ਼ਿੰਦਗੀ ਤੇ ਰਹਿਣੇ, ਕੋਈ ਚੰਗੇ ਕੰਮ ਕਰਕੇ ਜਾਓ। ਐਸੀ ਕਈਆਂ ਦੀ ਸੋਚ ਹੈ, ਜਬ ਤੁਮ ਆਏ ਜਗਤ ਮੇਂ तुम रोए जग हंस तुम रोए, ऐसी करनी कर चलो तुम हंसो जग रोए। तो जान लगे लोग रोण भी हाँ बंदा बंदा है सी दुनिया ते ਜਿਹੜਾ ਕੋਈ ਗੱਲ ਕਰਦਾ ਸੀ। ਇਸ ਕਰਕੇ ਸਚਾਈ ਤੋਂ ਡਰੋ ਨਾ, ਸਚਾਈ ਨੂੰ ਧਿਆਨ ਵਿੱਚ ਰੱਖੀਏ, ਝੂਠ ਤੋਂ ਹਮੇਸ਼ਾ ਗੁਰੇਜ਼ਗਾਰ ਹੋਈਏ, ਨਸ਼ੇ ਪੱਤੇ ਸਾਰੇ ਛੱਡੋ। ਜਿਹੜੇ ਕੁਝ ਬੰਦੇ ਬਹੁਤੀ ਆਦੀ ਹੋ ਗਏ ਨੇ ਉਹਨਾਂ ਨੂੰ ਚੰਗੇ ਤਰੀਕੇ ਨਾਲ ਕੈਪਚਰ ਕਰਕੇ ਉਹਨਾਂ ਨੂੰ ਪਿੰਡ ਵਿੱਚ ਉਹਨਾਂ ਦੀ ਹੈਲਪ ਕਰਕੇ ਉਹਨਾਂ ਕੋਲੋਂ ਨਸ਼ੇ ਚੋਂ ਕੱਢਣ ਦਾ ਯਤਨ ਕਰੋ। ਜਿਹੜੇ ਤੁਸੀਂ ਪਰਚੇ ਦਰਜ ਕਰਾਣੇ, ਮੈਨੂੰ ਪਤਾ ਲੱਗ ਗਿਆ ਉਹ ਪੁਲਿਸ ਉੱਥੇ ਜਾ ਕੇ ਥੋੜੀ ਜਿਹੀ 2-3 ਦਿਨਾਂ ਤੋਂ ਬਾਅਦ ਉਹਨੂੰ ਫੇਰ ਛੱਡ ਦਿੰਦੀ ਹੈ। ਪਤਾ ਨਹੀਂ ਇਹ ਸਾਡੀ ਵੱਧ ਕਿਸਮਤੀ ਹੈ ਜਿਹਨੂੰ ਭਾਈ ਗੁਰਦਾਸ ਜੀ ਕਹਿੰਦੇ ਨੇ ਉਲਟੀ ਬਾੜ ਖੇਤ ਕੋ ਖਾਈ। ਅਸੀਂ ਉਹਨਾਂ ਨੂੰ ਸਾਰਾ ਕੁਝ ਦਿੰਨੇ ਆ, ਅਸੀਂ ਦੱਸਦੇ ਵੀ ਹਾਂ ਵੀ ਫਲਾਣੇ ਦਾ ਨਿਕਲਣ ਡਈ ਹੈ, ਵਿਕਣ ਡਈ ਹੈ, ਬਸ ਉਹ ਗੋਂਗਲੂਆਂ ਤੋਂ ਮਿੱਟੀ ਝਾੜ ਕੇ ਚੁੱਪ ਕਰਕੇ ਠੱਪ ਕਰ ਜਾਂਦੇ ਨੇ। ਇਸ ਕਰਕੇ ਮੇਰੇ ਭਰਾਵਾਂ ਨੂੰ ਗੁਰੂ ਸਾਹਿਬ ਦੀ ਬੇਅਦਬੀ ਕਰਕੇ ਵੀ ਕੁਝ ਹਥਿਆਰ ਤੇ ਹੱਥ ਰੱਖਣਾ ਪਿਆ। ਅੱਜ ਸਾਨੂੰ ਇਹਨਾਂ ਗੱਲਾਂ ਨੂੰ ਸੋਚਣਾ ਪੈਣਾ ਕਿ ਗੁਰਦੁਆਰੇ 'ਚ ਚੰਗਾ ਗ੍ਰੰਥੀ ਚਾਹੀਦਾ, ਉਹਦੀ ਕਮੋਡੇਸ਼ਨ ਚਾਹੀਦੀ ਹੈ, ਗ੍ਰੰਥੀ ਦੀ ਮੁੱਢਲੀ ਵਿਦਿਆ ਪੂਰੀ ਚਾਹੀਦੀ ਹੈ। ਭਾਵ ਮੈਂ ਚਾਹਨਾ ਗ੍ਰੰਥੀ ਚਾਹੇ MA ਵੀ ਹੋਏ, ਗ੍ਰੰਥੀ PhD ਵੀ ਹੋਏ, ਉਹਦੀ ਚੰਗੀ ਤਨਖਾਹ ਹੋਏ। MA ਦਾ ਮਤਲਬ ਇਹ ਹੈ ਕਿ ਜੇ ਉਹਨਾਂ ਇੰਗਲੈਂਡ ਵਿੱਚ ਪ੍ਰਚਾਰ ਕਰਨਾ ਹੋਏ ਤੇ ਅੰਗਰੇਜ਼ੀ ਪੂਰੀ ਜਾਣਦਾ ਹੋਏ, ਇੰਗਲੈਂਡ ਜਾ ਕੇ ਅੰਗਰੇਜ਼ੀ 'ਚ ਕਥਾ ਕਰੇ। ਜੇ ਉਹਨਾਂ ਜਾਣਾ ਕਿਸੇ ਹੋਰ ਕੰਟਰੀ ਵਿੱਚ, ਉੱਥੋਂ ਦੀ ਸਪੈਨਿਸ਼ ਜਾਣਦਾ ਹੋਏ, ਉਹਨੂੰ ਪਹਿਲਾਂ ਭਾਸ਼ਾਵਾਂ ਸਿਖਾਈਆਂ ਜਾਣ ਜਾਂ ਭਾਸ਼ਾ ਦਾ ਤਜਰਬਾ ਕਰਕੇ ਇਹ ਬੜਾ ਕੁਝ ਕੌਮ ਨੂੰ ਅੱਗੇ ਲਿਜਾਣ ਵਾਸਤੇ ਦਿਨ ਰਾਤ ਸਟਰਗਲ ਕਰਨੀ ਪੈਂਦੀ ਹੈ। ਪਰ ਅੱਜ ਕੌਮ ਦੇ ਚਿੰਤਕ ਘਟ ਗਏ ਨੇ ਤੇ ਕੌਮ ਨੂੰ ਖਾਣ ਵਾਲੇ ਵੱਧ ਗਏ ਨੇ। ਅੱਜ ਤੁਹਾਨੂੰ ਸਾਜਣਾ ਪੈਣਾ, ਤੁਹਾਨੂੰ ਖਾਣਾ ਜੀ ਨਾ ਖਾਣਾ, ਕਿਸੇ ਨਾਲ ਹੋਰ ਨਹੀਂ ਖਾਣਾ ਜਾਣਾ। ਤੁਸੀਂ ਖਾਂਦੇ ਜਾ ਰਹੇ ਹੋ ਜਿੱਦਨੋਂ ਖਾਂਦੇ ਜਾ ਰਹੇ ਹੋ। ਸੋ ਪਿੰਡਾਂ ਵਿੱਚ ਤਕੜੇ ਹੋ ਕੇ ਬੈਠੋ, ਕੁੜੀਆਂ ਨੂੰ ਚੰਗੀ ਵਿਦਿਆ ਦਿਓ, ਮੁੰਡਿਆਂ ਨੂੰ ਚੰਗੀ ਵਿਦਿਆ ਦਿਓ। ਇਹਨਾਂ ਨੂੰ ਪੰਜਾਬ ਵਿੱਚ ਅਫਸਰ ਬਣਾਉਣ ਦਾ ਯਤਨ ਕਰੀਏ। ਖੰਡੇ ਦੀ ਪੌਲ ਛੱਕ ਕੇ ਆਪਣੇ ਗੁਰਦੁਆਰੇ 'ਚ ਸਵੇਰੇ ਬੈਠੋ, ਕਿਸੇ ਡੇਰੇ ਤੇ ਜਾਣ ਦੀ ਕੋਈ ਲੋੜ ਨਹੀਂ ਹੈ। ਆਪਣੇ ਗੁਰਦੁਆਰਾ ਹੈ, ਇੱਥੇ ਬੈਠੋ। ਇਸ ਗੋਲਕ ਵਿੱਚ ਜ਼ਰੂਰ ਪੈਸਾ ਕੁਛ ਨਾ ਕੁਛ ਪਾਓ। ਬਿਰਕਾਂ ਦਾ ਪੈਸਾ ਬਿਰਕ ਵਿੱਚ ਹੀ ਲੋੜ ਬੰਦਾ, ਕੋਈ ਹਿੰਦੂ ਬੈਠਾ, ਕੋਈ ਈਸਾਈ ਬੈਠਾ, ਕੋਈ ਮੁਸਲਮਾਨ ਬੈਠਾ, ਉਹਦੀ ਮਦਦ ਕਰੋ। ਗੁਰੂ ਦੇ ਬਚਨ ਪੂਰੇ ਹੋਣ। ਗੁਰੂ ਕੀ ਗੋਲਕ ਗਰੀਬ ਦਾ ਮੂੰਹ। ਜਿਹੜਾ ਗਰੀਬ ਕੋਲ ਪੈਸਾ ਜਾਏਗਾ ਉਹ ਗੁਰੂ ਨਾਨਕ ਦੀ ਗੋਲਕ ਵਿੱਚ ਜਾਏਗਾ। ਅਗਲੀ ਹੁੰਦੀ ਹੈ ਕਿ ਗੁਰੂ ਪਾਤਸ਼ਾਹ ਆਪਣੇ ਗੁਰਦੁਆਰਿਆਂ ਵਿੱਚ ਹੀ ਲੰਗਰ ਹਾਲ ਤਿਆਰ ਕਰੋ। ਇਹ ਪਹਿਲੀ ਕੌਮ ਹੈ ਜਿੱਥੇ ਗੁਰਦੁਆਰੇ ਦੇ ਨਾਲ ਲੰਗਰ ਬਣਿਆ, ਗਿਰਜਿਆਂ ਨਾਲ ਲੰਗਰ ਨਹੀਂ ਬਣੇ, ਮੰਦਿਰਾਂ ਨਾਲ ਲੰਗਰ ਨਹੀਂ ਬਣੇ। ਉਸ ਲੰਗਰ ਹਾਲ ਵਿੱਚ ਹੀ ਆਪਣੇ ਕੁੜੀਆਂ ਦੇ ਆਨੰਦ ਕਾਰਜ ਗੁਰਦੁਆਰੇ ਵਿੱਚ ਹੀ ਕਰੋ। ਗੁਰਦੁਆਰੇ ਵਿੱਚ ਆਨੰਦ ਕਾਰਜ ਕਰਕੇ ਪੈਸਾ ਤੇ ਜਾਣ ਦੀ ਕੋਈ ਲੋੜ ਨਹੀਂ ਹੈ। ਜਾਂਜੀਆਂ ਨੂੰ ਜਿੰਨੇ ਕੁ ਰਹਿਤ ਮਰਿਆਦਾ ਅਨੁਸਾਰ ਵੀ 12 ਬੰਦੇ ਆ ਜਾਓ ਜਾਂ 15 ਬੰਦੇ ਆ ਜਾਓ, ਲੜਕੀ ਲੈ ਜਾਓ, ਇਦਾਂ ਹੀ ਲਿਆਵਾਂਗੇ ਤੇ ਇਦਾਂ ਤੋੜ ਦਵਾਂਗੇ। ਬਹੁਤੇ ਇਕੱਠ ਮੱਠ ਕਰਕੇ ਸ਼ਰਾਬਾਂ ਪੀ ਕੇ ਭੰਗੜੇ ਪਾ ਕੇ ਜਾਨਵਰਾਂ ਦਾ ਕਤਲ ਕਰਕੇ ਤੁਹਾਡੀਆਂ ਕੁੜੀਆਂ ਛੱਡੀਆਂ ਜਾਣ ਡੀਆਂ। ਕੁੜੀਆਂ ਨੂੰ ਵੀ ਚਾਹੀਦਾ ਵੀ ਬਹੁਤੇ ਲਹਿੰਗੇ ਲੂੰਗੇ ਪਾਣੇ ਜਾਂ ਬੂਟੀ ਪਾਲਣਾ, ਜਾ ਕੇ ਆਪਣੇ ਕੇਸ ਕਟਾਣੇ ਜਾਂ ਕੇਸਾਂ ਨੂੰ ਕੋਈ ਹੋਰ ਕਿਸੇ ਦੀ ਡਿਜ਼ਾਈਨ ਦੇ ਸਿੱਧੇ ਸੁੱਧੇ ਕਰਾਣਾ ਜਾਂ ਕੋਈ ਕੱਪੜੇ ਸ਼ਲੀਲ ਪਾਣੇ, ਜਿਹੜੇ ਕੱਪੜੇ ਸਾਡਾ ਨਗੇਜਦਾਰ ਕਰਨ। ਐਸੇ ਕੰਮਾਂ ਤੋਂ ਬਾਜ ਆ ਜਾਓ ਤੇ ਆਪਣੇ ਗੁਰੂ ਦੇ ਬਚਨਾਂ 'ਚ ਸਮਾਂ ਬਹੁਤ ਮਾੜਾ ਆ ਰਿਹਾ ਤੇ ਆਪਣੇ ਗੁਰੂ ਦੇ ਬਚਨਾਂ ਤੇ ਦ੍ਰਿੜਤਾ ਨਾਲ ਚੱਲੋ ਤੇ ਕਿਤੇ ਜਾਣ ਦੀ ਲੋੜ ਨਹੀਂ। ਇਹਨਾਂ ਡੇਰਿਆਂ ਨੂੰ ਸਾਨੂੰ ਕਹਿਣ ਦੀ ਕੋਈ ਲੋੜ ਨਹੀਂ, ਆਪਣੇ ਆਪ ਠੀਕ ਹੋ ਜਾਣਗੇ। ਅਕਲ ਆ ਜਾਊਗੀ ਠੀਕ ਵੀ ਸਾਡੇ 'ਚ ਤਾਕਤ ਹੈ ਕਿ ਸੰਗਤ ਵਿੱਚ ਤਾਕਤ ਹੈ। ਸੰਗਤ ਬਹੁਤ ਵੱਡੀ ਹੈ। ਮੇਰੇ ਪਾਤਸ਼ਾਹ ਕਹਿੰਦੇ ਨੇ ਇਨਹੀ ਕੀ ਕਿਰਪਾ ਕੇ ਸਜੇ ਹਮ ਹੈ। ਉਹ ਸਾਨੂੰ ਐ ਸੋਚਦੇ ਨੇ ਵੀ ਜਿੱਦਾਂ ਅਸੀਂ ਕੀ ਆ ਤੇ ਇਹ ਕੁਝ ਵੀ ਨਹੀਂ ਗਏ ਹੈ। ਇਹ ਨਹੀਂ ਗੱਲ, ਇਹ ਗੁਰੂ ਨਾਨਕ ਦਾ ਮਿਸ਼ਨ ਹੈ। ਇਹਦਾ ਚ ਸਾਨੂੰ ਕਿਹਾ ਜਾਂਦਾ ਹਮ ਨਹੀਂ ਚੰਗੇ ਬੁਰਾ ਨਹੀਂ ਕੋਏ। ਇਸ ਕਰਕੇ ਥੋੜਾ ਸਿਆਣਪ ਵਰਤੋ, ਪਿੰਡਾਂ 'ਚ ਇਕੱਠੇ ਹੋ ਤੇ ਖੰਡੇ ਦੀ ਪੌਲ ਛੱਕ ਕੇ ਆਪਣੀ ਸਵੇਰ ਦੇ ਨਿਤਨੇਮ ਗੁਰਦੁਆਰੇ 'ਚ ਕਰੋ, ਸ਼ਾਮ ਨੂੰ ਗੁਰਦੁਆਰੇ 'ਚ ਬੈਠੋ। ਦਿਨ ਦੇ ਟਾਈਮ ਆਪਣਾ ਇਮਾਨਦਾਰੀ ਨਾਲ ਕੰਮ ਕਰੋ, ਹਰ ਧਰਮ ਨੂੰ ਸਤਿਕਾਰ ਦਿਓ, ਪਰ ਆਪਣੇ ਧਰਮ 'ਚ ਦ੍ਰਿੜਤਾ ਨਾਲ ਚੱਲੋ। ਬੱਚਿਆਂ ਨੂੰ ਸਮੇਂ ਨਾਲ ਹੀ ਪੜ੍ਹਾਓ, ਜ਼ਿਆਦਾ ਜੰਮ ਵੀ ਜ਼ਿਆਦਾ ਕਰੋ
तीन तीन चार चार बच्चे जम लो, कुछ नहीं होने लग्या। हर कौम नूं क्वांटिटी चाहिए, कला मुंडा खड़ा होगा ना, उसकी कोई मामी होगी ना मासी होगी, ये तुसीं सब कुछ खत्म कर लगे हैं। इन्ने सियाणे हो गए हैं। पंजाब की सर जमीन है, असीं 10-8 न्याणे पाले है, इसे जमीन तो पाले है। कोई साडे कोल नौकरियां नहीं सी, उदों असीं खुले तरीके नाल अपना घ्यो वरते है, मक्खण वरते है, दुध वरते है। कोई मेरी मां ना कदे हस्पताल जाके बच्चा नहीं जम्मिया। अज तुहाडी हालत कित्थे गई है? इन्नियां दवाइयां, कोई घर नहीं जिथे दवाई ना चलती होए। वो सानू पता नहीं सुनता टीके की हुंदे ने ते गोलियां की हुंदियां ने। सानू परमात्मा दे सिदक सी, साडा पानी साफ सी, साडी हवा साफ सी, साडा जिहड़ा खादो खुराक बहुत ही देसी रूढ़ी नाल तैयार हुंदी सी, साडे च बल पाली सी। अज तुसीं कुकरां दा खाना, खंडां खाणियां, मठियाइयां खाणियां, तुहानू बीमारियां दा घर घेर लिया। हुण तुहानू होर कोई राह नहीं लभना, किसी ने तुहानू ठीक नहीं करना। अपने ठीक वास्ता सवेरे फिजिकल एक्सरसाइज करनी, गुरु ते सिदक रखना। जे दुख आंदा ते घबराना नहीं गा। केतिया दुख भूख सद मार, ए बेदात तेरी दातार। जे सुख दे तां तुझे राधी, दुख भी तुझे ध्याई। जे भुख दे तां इत ही राजा। हजे तुसीं भुखे रह के नहीं देखिया, जिंदगी च भुखां कटणियां पैंदियां ने। ए हंकार ना खाओ। जे चार तुहाडे कोल छिलड़ हैगे ने, उन्हां नूं समझ के रखो, अगे समा माड़ा आ रहा। आखिरी मेरी बेनती है कि पौल छकण दे टाइम सानू पंज प्यारे हुक्म करते ने कि अज तो बाद तुहाडा गुरु बनिया श्री गुरु ग्रंथ साहब। तुहाडी कोई जात नहीं रही, तुहाडा होर कोई धर्म नाल लिंक नहीं रहा, तुसीं खालसा पंथ दे अंग बन चुके हो। ते इहदे नाल नाल जिहड़े पंज ककारी रह दसदे ने, आखिरी मेरी बेनती हुंदी है कि पीवो पौहल खंडे तार। ओ जनेऊ पाण, उस पानी च गोते लैण असाई वीर, सच्चे बन हसाई, पखंड ना करन। तुसीं बनो सच्चे सिख, मुसलमान होण सच्चे मुसलमान, हिंदू होण सच्चे हिंदू। ते सानू देश नूं तरक्की करन वास्ते असीं सिरतोड़ यतन करांगे। आजादी विच भी यतन कीता, तरक्की विच भी यतन करांगे, करोनिया च भी लंगर लाए है, हुण भी लावांगे। जे किसी नूं लोड़ होगी गुरु दे दित्ते चों लावांगे, साडे कोल कोई ताकत नहीं है। अगली बेनती हुंदी है कि अपने जिहड़े झूठे परचे ना दर्ज कराओ। ये लेखा देना पैना। ये लेखे नूं जे किते मन लैंदे ना लोग, मोदी भी कंमदा भी मैं भी लेखा देना, कैप्टन भी मनदा भी मैं भी लेखा देना, SSB जिहड़ा झूठे परचे जिहड़े पुलिस करदी है, उन्हां नूं भी फिकर हुंदा भी साडा भी किते लेखा होना, ते शायद इन्ना देश दी हालत माड़ी ना हुंदी। ये बड़ी वड्डी गल सी जिहड़ी गुरु ने रखी सी कि लेखा रब मंगेसिया बैठा कढ वही। एवें गुरु नानक साहब लिख गए ने। सानू गुरु नानक साहब जिन्नी अकल है, असीं तां उन्हां दे चरणां दी धूड़ भी नहीं बन सकदे। कई जन्म ला के अपने पैगंबर का सत्कार करना, उन्होंने बहुत उच्चा करके समझना। सतगुर बड़ा कर सलाहिया, जिस विच बड़ियां वडियाइयां सह मेले तां नजरी आईयां। गुरु नानक दी जिन्नी सिफत करो उन्नी थोड़ी है। आप करके जांदे ने, कहंदे ने सब ते बड़ा सतगुर नानक। ईसाइयां ने ईसा नहीं भुलाया, मुसलमानां ने मुहम्मद नहीं भुलाया, तुहानू गुरु नानक भुल गया तां दुखी हो के बैठे हैं तुसीं। तुहानू जागण दी लोड़ है। यह है पीवो पौहल खंडे तार, होए जन्म सहेला। जेड़े घर विच नशा नहीं होएगा, जेड़े घर च आएगे सिख साध दी सेवा होएगी, जेड़े घर विच ईमानदारी दी कमाई होएगी, जेड़े घर च 2 टाइम दा नितनेम ते मूल मंत्र गुरमंत्रां दा जाप होएगा, जेड़े घर च कोई भी पखंड वहम भरम नहीं होएगा, जेड़े घर विच गुरु पातशाह दी रहमत सदका फिजिकल एक्सरसाइज बारे खाण बारे पूरा नॉलेज होएगा, उस घर विच जन्म सहेला सारियां दा ही होएगा। जेड़े घर आ जाणगे उन्हां नूं भी चेटक लग जाएगी कि मैं किहड़े घर च गया। वो सिखां दे घर जाओ, अरदास करके लंगर खोलणगे, अरदास लंगर छकण तो बाद अरदास करनगे। शराबियां दे घर जाओ, उन्हां नूं पता नहीं अरदास की हुंदी है। वो दुआ करदे ने, उन्हां दी दुआ हुंदी है, हिंदुआं दी प्रार्थना हुंदी है, मुसलमानां दी भी दुआ हुंदी है, साडी हुंदी है अरदास। तू ठाकर तुम पै अरदास, ਉਹਦੀ पूरी बिल्डिंग बनी है। रोज असीं इतिहास नूं चेते करदे हां भी असीं कौन हुंदे सी। अज तुसीं सब कुछ छड्ड के हीरूआं दे मगर लग गए हैं, सिंगरां दे मगर लग गए हैं, टुटे टुटे बाबियां तो डर रहे हैं। गुरु पातशाह ने साडे डर लाए, सानू साधां तो डर तो बचाया, पखंडियां तो डर ला के सानू अपने नाल जोड़ के निडर कीता। एक परमात्मा दा डर रखिया, दूसरा क्या भी अपने माड़े कामां तो डरी, होर किसी को भी डर दी। मैं देखना ये लोग मेरे तो डर ना पे, मेरे अगे इदां दा कर ला पे। ओ ना, तुसीं अपने आप नूं कायम रखो।
ਜੇ ਤੁਹਾਡੇ ਲਈ ਵਿਚਲੀ ਚੀਜ਼ ਹੈ ਤਾਂ ਤੁਸੀਂ ਇਸ ਧਰਤੀ ਤੇ ਹਾਂ। ਮੇਰੀ ਚੀਜ਼ ਮੇਰੇ ਲਈ ਹੈ, ਤੁਹਾਡੀ ਚੀਜ਼ ਵੀ ਤੁਹਾਡੇ ਲਈ ਹੈ। ਜੇ ਲੈਣਾ ਗਿਆਨ ਕਿਸੇ ਬਾਬੇ ਨਾਲ ਨਹੀਂ ਦੇਣਾ। ਗਿਆਨ ਹੈਗਾ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ, ਉਹ ਵੀ ਦੋ ਲਊਗਾ, ਜੀਵਨ ਕਮਾਊਗਾ। ਪਰ ਮੈਨੂੰ ਇਸ ਗੱਲ ਦਾ ਖਦਸ਼ਾ ਹੈ, ਜਦੋਂ ਕੋਈ ਮਹਾਂਪੁਰਖ ਚੰਗਾ ਜੀਵਨ ਮੇਨਟੇਨ ਕਰਕੇ ਜਾਂਦਾ, ਉਹ ਤੋਂ ਬਾਅਦ ਜਦੋਂ ਉਹਦਾ ਡੇਰਾ ਬਣਦਾ, ਉਹ ਡੇਰੇ ਵਿੱਚ ਲੋਕ ਜਿਹੜੇ ਮਰਜ਼ੀ ਬੰਦੇ ਨੂੰ ਅੱਗੇ ਕਰ ਦਿੰਦੇ ਤੇ ਉਹਦੀ ਕੋਈ ਵੀ ਬੁੱਕਤ ਬਾਬੇ ਦੀ ਨਹੀਂ ਰਹਿ ਜਾਂਦੀ। ਇਸ ਕਰਕੇ ਡੇਰੇ ਮੈਂ ਇਹਨਾਂ ਦੀ ਥੋੜੇ ਇਹਨਾਂ ਗੱਲ ਸੋਚਦਾ ਕਿ ਇਹ ਗੱਲ ਜਿਹੜੀ ਹੈ ਗਲਤ ਹੋ ਗਈ। ਜਦੋਂ ਸਾਨੂੰ ਗੁਰੂ ਪਾਤਸ਼ਾਹ ਨੇ ਗੁਰਦੁਆਰੇ ਗੁਰੂ ਗ੍ਰੰਥ ਸਾਹਿਬ ਨਾਲ ਜੋੜਿਆ, ਹਾਂ ਉਦਾਂ ਕਿਸੇ ਮਹਾਂਪੁਰਖ ਦੇ ਦਰਸ਼ਨ ਕਰਨੇ ਆ ਤੁਸੀਂ ਚਲੇ ਜਾਓ, ਪਰ ਉਹਨੂੰ ਪੈਸੇ ਤਾਂ ਨਾ ਦਿਓ। ਮਹਾਂਪੁਰਖ ਨੂੰ ਤੁਹਾਡੇ ਪੈਸਿਆਂ ਦੀ ਕੀ ਲੋੜ ਹੈ? ਉਹ ਤਾਂ ਡੇਰੇ ਨੂੰ ਲੋੜ ਹੈ। ਉਹੀ ਪੈਸੇ ਬੁੱਧੀ ਭ੍ਰਿਸ਼ਟ ਕਰ ਜਾਂਦੇ ਨੇ। ਇਸ ਕਰਕੇ ਆਪਣੇ ਪਿੰਡਾਂ ਦੇ ਗੁਰਦੁਆਰੇ 'ਚ ਬੈਠੋ। ਉਹ ਹੈਗਾ ਜਨਮ ਸਹੇਲਾ, ਇਹ ਕਿਹਨਾਂ ਬਖਸ਼ਿਸ਼ ਕੀਤੀ? ਬਾਹੋ ਬਾਹੋ ਗੋਬਿੰਦ ਸਿੰਘ ਆਪੇ ਗੁਰ। ਇਹ ਪਹਿਲਾ ਗੁਰੂ ਪੈਗੰਬਰ ਗੁਰੂ ਨਾਨਕ, ਜਿਹੜਾ ਚੇਲਾ ਵੀ ਬਣਿਆ ਤੇ ਗੁਰੂ ਵੀ ਬਣਿਆ। ਅੱਜ ਤੱਕ ਦੁਨੀਆ ਤੇ ਪੈਗੰਬਰ ਰਿਹਾ, ਚੇਲੇ ਚੇਲੇ ਰਹੇ ਹੈ। ਤੁਹਾਨੂੰ ਇਹ ਮਾਣ ਪ੍ਰਾਪਤ ਹੋਇਆ। ਮੈਂ ਦੇਖਿਆ ਪੰਜਾਬ ਵਿੱਚ, ਜਿੰਨਾ ਮੇਰੀ ਹਜੇ 70-72 ਸਾਲ ਦੀ ਉਮਰ ਹੈ, ਜਦੋਂ ਮੈਂ ਮਾੜੀ ਮੋਟੀ ਧਰਮ ਦੀ ਦੁਨੀਆ 'ਚ ਤੁਰਿਆ, ਮੈਂ ਕੋਈ ਵੀ ਹਜੇ ਤੱਕ ਬੰਦਾ ਨਹੀਂ ਦੇਖਿਆ ਸਾਡੇ ਏਰੀਆ 'ਚ ਨਹੀਂ ਮੈਂ ਦੇਖਿਆ। ਮੈਂ ਜ਼ਿਆਦਾ ਦੁਨੀਆ ਨਹੀਂ ਘੁੰਮਿਆ, ਜਿੱਥੋਂ ਤੱਕ ਮੈਂ ਘੁੰਮਿਆ ਮੈਂ ਇਹ ਜ਼ਰੂਰ ਦੇਖਿਆ ਵੀ ਕਿਸੇ ਵੀ ਬੰਦੇ ਨੇ ਮਰਨ ਤੋਂ ਪਹਿਲਾਂ ਆਪਣੇ ਥਾਂ ਇੱਕ ਬੰਦਾ ਖੜਾ ਕਰਕੇ ਲੋਕਾਂ ਵਿੱਚ ਨਹੀਂ ਮੈਂਸ਼ਨ ਕੀਤਾ, ਜਿੱਦਾਂ ਨਾਨਕ ਜੀ ਨੇ ਲਹਿਣੇ ਨੂੰ ਮੈਂਸ਼ਨ ਕੀਤਾ। ਆਪਣੀ ਮਰਜ਼ੀ ਨਾਲ ਲੋਕਾਂ ਨਾਲ ਕਿਸੇ ਬਾਬੇ ਇੱਕ ਬਾਬੇ ਨੂੰ 8 ਬੰਦਿਆਂ 'ਚ ਬਾੜ ਦਿੱਤਾ ਤੇ ਨਾਨਕ ਇੱਕ ਸਰੀਰ 'ਚ ਆਪਣਾ ਪ੍ਰਵੇਸ਼ ਕਰ ਰਿਹਾ। ਤੇ ਨਾਨਕ ਤੋਂ ਵਰਸਾਏ ਸਿੱਖ ਬਾਬਾ ਬੁੱਢਾ ਸਾਹਿਬ ਬੈਠੇ, ਉਹਨੇ ਨਹੀਂ ਕਿਸੇ ਨੂੰ ਨਾਮ ਦੇ ਕੇ ਆਪਣੇ ਸਿੱਖ ਬਣਾਉਣ ਦਾ ਯਤਨ ਕੀਤਾ। ਇੱਕ ਨਹੀਂ ਅਜਿੱਤੇ ਰੰਧਾਵੇ ਨਾਲ ਕਿਸੇ ਨੂੰ ਆਪਣਾ ਚੇਲਾ ਨਹੀਂ ਬਣਾਉਣ ਦਾ ਯਤਨ ਕੀਤਾ। ਇਹ ਸਾਡੇ ਚ ਅੰਗਰੇਜ਼ ਦੇ ਟਾਈਮ ਵਿੱਚ ਸਾਡੀ ਤਾਕਤ ਨੂੰ ਕਮਜ਼ੋਰ ਕਰਨ ਵਾਸਤੇ ਇਸ ਤਰੀਕੇ ਦਾ ਸਿਸਟਮ ਰਚਿਆ ਗਿਆ ਕਿ ਇਹ ਹਿੰਦੂਆਂ ਚੋਂ ਨਿਕਲੇ ਨੇ, ਇਹਨਾਂ ਨੂੰ ਉਸੇ ਤਰੀਕੇ ਨਾਲ ਪਾੜ ਕੇ ਉਹਨਾਂ ਰਸਮਾਂ ਵਿੱਚ ਤੋੜ ਦਿੱਤਾ ਜਾਏ ਤਾਂ ਕਿ ਇਹ ਇਕੱਠੇ ਹੋ ਕੇ ਇਹ ਜਿਹੜੇ ਕਹਿੰਦੇ ਨੇ ਰਾਜ ਕਰੇਗਾ ਖਾਲਸਾ, ਇਹਨਾਂ ਦੀ ਇਹ ਗੱਲ ਬੰਦ ਕਰਨੀ ਹੈ। ਐਸੀਆਂ ਪਾਲਿਸੀਆਂ ਘੜੀਆਂ ਜਾਂਦੀਆਂ ਨੇ ਜਿਹਦੇ ਕਰਕੇ ਕੌਮ ਨੂੰ ਅੱਗੇ ਰੋਕਣ ਦਾ ਯਤਨ ਕੀਤਾ ਜਾਂਦਾ। ਜੇ ਤੁਸੀਂ ਤਗੜੇ ਹੋ ਕਿ ਸਾਨੂੰ ਕੋਈ ਰੋਕ ਨਹੀਂ ਸਕਦਾ ਤੇ ਗੁਰੂ ਦਾ ਕਰੋ ਸਿਦਕ। ਇਹ ਹੈਗਾ ਸੀ ਬਾਹੋ ਬਾਹੋ ਗੋਬਿੰਦ ਸਿੰਘ ਆਪੇ ਗੁਰ, ਚੇਲਾ ਅੱਗੇ ਹੈ ਰਹਿਣੀ ਰਹੇ ਸੋਈ ਸਿੱਖ ਮੇਰਾ। ਐਨੇ ਬਚਨ ਕਿਸੇ ਬਾਬੇ ਨੇ ਨਹੀਂ ਕੀਤੇ ਵੀ ਜਿਹੜਾ ਮੇਰੇ ਦੱਸੇ ਹੋਏ ਕਦਮਾਂ ਤੇ ਚੱਲੇਗਾ ਉਹ ਮੇਰਾ ਸਿੱਖ ਤਾਂ ਕਹਿ ਦੂਗਾ, ਪਰ ਇਹ ਨਹੀਂ ਕਹੂਗਾ ਵੀ ਉਹ ਮੇਰਾ ਸਾਹਿਬ ਹੋਏਗਾ ਤੇ ਮੈਂ ਉਹਦਾ ਦਾਸ ਹੋਊਗਾ। ਇਹ ਨਹੀਂ ਗੱਲ ਕਹੀ ਕਹਿਤਾ। ਰਹਿਣੀ ਰਹੇ ਸੋਈ ਸਿੱਖ ਮੇਰਾ, ਉਹ ਸਾਹਿਬ मैं उसका चेहरा। रहत बिना ना सिख कहावे, रहत बिना दर चोटां खावे। जो मर के जाएगा मैं उसकी ढोई नहीं करा सकूंगा। तुसी एक पखंड बना लिया, सारी जिंदगी पुठे कम करने वाले बंदे दे ग्रंथी ने अरदास कर दी कि जेहा चीरी लिखिया तेह हुक्म कमाहे कल्ले आवे नानका, सदे उठी जाए दे महाबाका अनुसार। कई तो मेरे भरा यह कह जाते ने कि उन्हें अपना पंज पादुक शरीर करके आप जी दे चरणा च जा बराजे ने। जे चरणा च उहदे जा बराजे फिर तुहाडी अरदास दी की लोड़ है। बस बल्डन बड़ी सोच के करनी पैंदी हुंदी है, ये कोई एवं गल्लां नहीं हुंदियां। इस करके पहला अपने जीवन गुरु अच्छे अनुसार ढालो, फिर जिहड़ियां होईयां गलतियां उन्हां दी माफी असीं मंगांगे, जरूर मंगांगे। जिहड़े चार बज्जर करैता करोगे ते खालसा पंथ तुहानूं माफ करेगा। ये गल्लां तुहानूं सख्ती दियां ने। जिन्ना समा माड़ा आया उन्नी सख्ती भी वधाणी पई। ईसाई ने इन्नी सख्ती नहीं ईसा ने रखी जिन्नी मुसलमाना ने की, उन्हें ज्यादा सख्ती कर दी। ते जदों मुसलमानों तो बाद गुरु नानक आए ने, इन्हें भी एक बहुत बड़ी सख्ती कर दी भी आह काम जिंदगी च कदे नहीं करने, मेरा थोड़ा रिश्ते खत्म हो जाऊगा जो काम करूंगा। ते जदों ये काम कीते ते आपे गुरु दा रूप बन जाओगे, हौली हौली उहदे विच समो जाओगे। जदों उहदे गुणां ते चलोगे इक्को चीज गल बन जाओगी। ऐसे ऐसे सिख ते गुरु भेद हो जाणगे, पर गुरु गुरु रहेगा, सिख सिख रहेगा। लखां करोड़ां सिख इकट्ठे हो के अपनी मर्जी नाल गुरु नहीं बना सकते, ते एक गुरु करोड़ां सिख बना सकता है, पर करोड़ां सिख इकट्ठे होकर गुरु मर्जी नाल बना नहीं सकते। तां तुहाडीआं मित्रों वंडियां पै गईयां। हाल तो ही है। ये नहीं मैं कहना भी जिहड़े बाबे दे चेले ने वो सारे बिना मेहनत कर तो कणकां आ गईयां, जां सारियां दे न्याणे जंपे है।
ਜਾਂ ਸਾਰੇ ਤੰਦਰੁਸਤ ਤੁਰੇ ਫਿਰਦੇ ਨੇ, ਸਾਰਿਆਂ ਵਿੱਚ ਸਮੇਂ ਦਾ ਪ੍ਰਭਾਵ ਪਿਆ ਹੋਇਆ ਹੈ। ਗੁਰੂ ਦੇ ਅੰਮ੍ਰਿਤਧਾਰੀ ਬੰਦਿਆਂ 'ਚ ਵੀ ਇਹ ਕਮੀਆਂ ਹੈਗੀਆਂ ਨੇ, ਉਹ ਵੀ ਬਿਮਾਰ ਨੇ, ਉਹਨਾਂ ਦੇ ਵੀ ਗਵਾਈਆਂ ਦੇ ਬੱਚੇ ਨਹੀਂ ਹੈ ਉਹ। ਪਰ ਇਹ ਜਿਹੜੇ ਬੰਦੇ ਇੰਨੀ ਗੱਲਾਂ ਤੋਂ ਬਚ ਜਾਣਗੇ ਵੀ ਨਸ਼ਾ ਨਹੀਂ ਲੈਣਾ, ਕਿਸੇ ਦਾ ਬੁਰਾ ਨਹੀਂ ਕਰਨਾ, ਜਿਹੜੀਆਂ ਕਰੈਕਟਰ ਉੱਚਾ ਰੱਖਣਾ ਤੇ ਇੱਕ ਪ੍ਰਮਾਤਮਾ ਤੇ ਸਿੱਧਕ ਰੱਖਣਾ, ਇਹਦੇ ਨਾਲ ਇੱਕ ਸਮਾਜਿਕ ਢਾਂਚਾ ਤੇ ਦੇਸ਼ ਦਾ ਢਾਂਚਾ ਮਜ਼ਬੂਤ ਹੋ ਜਾਂਦਾ। ਔਰ ਬੜੀ ਜ਼ਰੂਰੀ ਗੱਲ ਹੈ ਇਹ ਸਮਝਣੀ। ਜੇ ਤੁਸੀਂ ਬਾਬੇ ਕੋਲ ਵੀ ਜਾ ਕੇ ਕਹੋਗੇ ਅਸੀਂ ਪੁੱਠੇ ਕੰਮ ਕਰੀਏ ਤੇ ਬਾਬਾ ਤੁਹਾਡੀ ਢੋਈ ਨਹੀਂ ਕਰਾਏਗਾ। ਬੰਦ ਖਲਾਸੀ ਭਾਣਾ ਹੋਏ ਹੋਰ ਆਖ ਨਾ ਸਕੈ, ਜੇ ਕੋ ਖਾਏ ਕਾਖਣ ਪਾਏ ਉਹ ਜਾਣੇ ਜੇਤੀਆਂ ਮੂੰਹ ਖਾਏ। ਹਰ ਦਰ ਸਦ ਢੋਈ ਹੋਏਗੀ, ਗੁਰੂ ਬਖਸ਼ਣ ਹਾਰ ਹੈ, ਪਰ ਗੁਰੂ ਦੇ ਬਚਨ ਮੰਨਣੇ ਵੀ ਸਤਿਗੁਰ ਬਚਨ ਕਮਾਵਣੇ ਸੱਚਾ ਇਹੋ ਵਿਚਾਰ ਹੈ। ਇਸ ਵਿਚਾਰ ਵਿੱਚ ਚੱਲੀਏ ਤੇ ਤਕੜੇ ਹੋ ਕੇ ਪਿੰਡਾਂ 'ਚ ਇਕਤਾ ਕਰੀਏ। ਤੇ ਇਹ ਹੈ ਰਹਿਤ ਬਿਨਾ ਨੇ ਸਿੱਖ ਕਹਾਵੇ, ਰਹਿਤ ਬਿਨਾ ਦਰ ਚੋਟਾਂ ਖਾਵੇ। ਆਖਰੀ ਬੇਨਤੀ ਹੈ ਸਤਿਗੁਰ ਬਾਝੋ ਗੁਰ ਨਹੀਂ ਕੋਈ ਨਗੁਰੇ ਕਾ ਹੈ, ਨਾਮ ਗੁਰਾ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਬਿਨਾ ਸਿੱਖਾਂ ਦਾ ਕੋਈ ਗੁਰੂ ਨਹੀਂ ਹੋ ਸਕਦਾ। ਤੇ ਜਿਹੜੇ ਨਗੁਰੇ ਨੇ ਉਹਨਾਂ ਦਾ ਨਾਮ ਵੀ ਗੁਰੂ ਪਾਤਸ਼ਾਹ ਕਹਿੰਦੇ ਨੇ ਭੈੜਾ। ਗੁਰਬਾਣੀ ਕਹਿ ਰਹੀ ਹੈ, ਮੈਂ ਨਹੀਂ ਕਹਿ ਰਿਹਾ। ਅਗਲੀ ਬੇਨਤੀ ਹੈ ਕਿ ਗੁਰੂ ਪਾਤਸ਼ਾਹ ਰਹਿਮਤ ਕਰਨ ਤੇ ਤੁਹਾਨੂੰ ਪਹਿਲਾਂ ਅਨਾਉਂਸ ਕਰ ਦਿੱਤਾ ਹੋਇਆ ਕਿ ਕਦੀ ਜਿੱਥੇ ਵੀ ਦੌਰ ਚੱਲਦਾ ਖੰਡੇ ਦੀ ਪੌਲ, ਛੋਟੇ ਬੱਚੇ ਨੂੰ ਅਸੀਂ ਗੁੜਤੀ ਦਿੰਨੇ ਆ ਖੰਡੇ ਦੀ ਪੌਲ ਦੀ, ਤੇ ਉਹਨੂੰ ਮੂੰਹ 'ਚ ਬੂੰਦਾਂ ਪਾਣੇ ਆ ਜੰਮਣ ਦੇ ਟਾਈਮ, ਤਾਂ ਕਿ ਜੇ ਬੱਚੇ ਦੀ ਮੌਤ ਹੋ ਜਾਏ, ਪ੍ਰਮਾਤਮਾ ਨੇ ਲੰਮੀ ਉਮਰ ਨਹੀਂ ਲਿਖੀ, ਤੇ ਕਿਸੇ ਸਿੱਖਾਂ ਦੇ ਘਰ ਦੋਹਰੇ ਜੰਪੇ ਜਿੱਥੇ ਵੀ ਜੰਪੇ, ਫਿਰ ਅਸੀਂ 6-7 ਸਾਲ ਦੇ ਬੱਚੇ ਨੂੰ ਚੂੜਾ ਛਗਾ ਦਿੰਨੇ ਆ ਵੀ ਇਹਦੀ ਰੋਟੀ ਪਾਣੀ ਸਾਡੇ ਨਾਲ ਸਾਂਝਾ ਹੋਣਾ ਹੈ, ਇਹਦੀ ਝੂਠ ਮੂਠ ਨੂੰ ਗਰੇਜ਼ ਕਰੀਏ। ਫਿਰ ਅਸੀਂ ਜਦੋਂ 12-13 ਸਾਲ ਦਾ ਬੱਚਾ ਹੋ ਜਾਏ, ਉਹਦੇ ਲੜ ਗੁਰੂ ਨੂੰ ਬਾਹ ਉਹਦੀ ਫੜਾ ਦਿੱਤੀ, ਇਹ ਗੁਰੂ ਪਾਤਸ਼ਾਹ ਬੱਚਾ ਦਿੱਤਾ ਸੀ ਤੇਰੇ ਦਰ ਤੇ ਲਿਆਂਦਾ, ਤੂੰ ਹੁਣ ਇਹਦੀ ਬਾਹ ਫੜ ਰੱਖੀ, ਇਹ ਤੈਨੂੰ ਤੇਰੇ ਦਰ ਨਾਲ ਜੁੜਿਆ ਰਹੇ, ਮੇਰੀ ਵੀ ਇੱਜ਼ਤ ਪੱਤ ਬਣੀ ਰਹੂਗੀ ਤੇ ਇਹਦੀ ਵੀ ਇੱਜ਼ਤ ਪੱਤ ਤੂੰ ਹੀ ਰੱਖਣੀ ਹੈ। ਇਹ ਇੱਕ ਬੜਾ ਸਿਸਟਮ ਸੀ ਜਿਹੜਾ ਹਰ ਇੱਕ ਵਾਸਤੇ ਜ਼ਰੂਰੀ ਕੀਤਾ ਹੋਇਆ ਸੀ। ਸਭ ਸਿੱਖਣ ਕੋ ਹੁਕਮ ਹੈ, ਸਾਰਿਆਂ ਨੂੰ ਕਿਹਾ, ਇਹ ਨਹੀਂ ਵੀ ਮੈਨੂੰ ਕਿਹਾ ਤੁਹਾਨੂੰ ਕਿਸੇ ਨੂੰ ਨਹੀਂ ਕਿਹਾ। ਜੇ ਉਹਨਾਂ ਦੇ ਹੁਕਮੇ ਨਹੀਂ ਮੰਨਣੇ, ਉਹ ਇੱਥੇ ਤੁਸੀਂ ਜਿਹੜੇ ਕੇਸ ਤੁਹਾਡੇ ਲੜਦੇ ਨੇ, ਇੱਕ ਟੁੱਟਾ ਜਿਹਾ ਜੱਜ ਜਿੰਨਾ ਮਰਜੀ ਅੱਛਾ ਵੀ ਹੋ ਸਕਦਾ ਤੇ ਮਾੜਾ ਵੀ ਹੋ ਸਕਦਾ, ਉਹ ਤੁਹਾਨੂੰ ਹੁਕਮ ਕਰਦੇ ਕਿ ਭਾਈ ਇਹ ਬੰਦੇ ਨੂੰ 10 ਸਾਲ ਦੀ ਕੈਦ ਹੈ, ਉਹਨੂੰ ਤੁਸੀਂ ਚੈਲੰਜ ਨਹੀਂ ਕਰ ਸਕਦੇ। ਹਾਈ ਕੋਰਟ ਜਾ ਕੇ ਚੈਲੰਜ ਕਰ ਸਕਦੇ, ਥੱਲੇ ਉਹਨੂੰ ਚੈਲੰਜ ਨਹੀਂ ਕਰ ਸਕਦੇ, ਤੁਹਾਨੂੰ ਬੰਨ ਕੇ ਪੁਲਿਸ ਲੈ ਜਾਊਗੀ। ਤੇ ਤੁਹਾਨੂੰ ਗੁਰੂ ਗੋਬਿੰਦ ਸਿੰਘ ਦੋ ਜਹਾਨ ਦਾ ਬਾਲੀ ਕਹਿ ਰਿਹਾ ਕਿ ਸਭ ਸਿੱਖਣ ਕੋ ਹੁਕਮ ਦੇ ਰਿਹਾ, ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਹੱਦ ਹੋ ਗਈ ਹੈ, ਐਵੇਂ ਘਰਾਂ 'ਚ ਵੇਸਲੇ ਹੋ ਕੇ ਬੈਠੇ ਆ, ਟਾਈਮ ਦੀ ਕਰੀਏ ਕਦਰ। ਐਸੀ ਕੁਝ ਬੇਨਤੀਆਂ, ਕਈ ਵਾਰ ਮੇਰਾ ਜ਼ਿਆਦਾ ਸਮਾਂ ਲੱਗ ਜਾਂਦਾ। ਹੁਣ ਹਜੇ ਤਕਰੀਬਨ ਅੱਧਾ ਘੰਟਾ ਪੌਣਾ ਘੰਟਾ ਕੀਰਤਨ ਚੱਲਣਾ, ਤੇ ਉਹ ਤੁਸੀਂ ਇਸੇ ਤਰੀਕੇ ਨਾਲ ਸੱਜ ਤੱਜ ਕੇ ਸ਼ਰਵਣ ਕਰਨਾ। ਜੇ ਕਿਸੇ ਨੇ ਲੰਗਰ ਪਾਣੀ ਛਕਣਾ ਹੈ ਉਹ ਛਕ ਸਕਦਾ। ਖਾਸ ਕਰਕੇ ਮੇਰੀ ਆਖਰੀ ਫੇਰ ਬੇਨਤੀ ਨੌਜਵਾਨ ਬੱਚੀਆਂ ਵਾਸਤੇ ਤੇ ਬੱਚਿਆਂ ਵਾਸਤੇ, ਇਹਨਾਂ ਦਾ ਭਵਿੱਖ ਬੜਾ ਧੁੰਦਲਾ। ਸਾਡੇ ਨਿਆਣੇ ਵਿਆਹੇ ਗਏ, ਆਪਣੇ ਘਰਾਂ 'ਚ ਸੈਟੀਸਫਾਈਡ ਹੈ। ਸਾਨੂੰ ਬੱਚਿਆਂ ਨੂੰ ਨੌਕਰੀ ਵੀ ਮਾੜੀ ਮੋਟੀ, ਮਰ ਗੁਰੂ ਪਾਤਸ਼ਾਹ ਦੀ ਰਹਿਮਤ ਹੈ, ਸਾਡੀ ਕੋਈ ਕਰਤੂਤ ਨਹੀਂ ਹੈ, ਪਰ ਗੁਰੂ ਦਾ ਪੱਲਾ ਨਾ ਛੱਡੋ। ਉਹ ਜੇ ਗੁਰੂ ਤੁਹਾਨੂੰ ਕੋਈ ਸਜ਼ਾ ਵੀ ਦਿੰਦਾ ਤਾਂ ਵੀ ਜੇ ਚਪੇੜ ਵੀ ਮਾਰੂਗਾ ਤੇ ਸੋਚ ਕੇ ਮਾਰੂਗਾ ਵੀ ਕਿੱਥੇ ਮਾਰਨੀ ਹੈ, ਇਹਦਾ ਨੁਕਸਾਨ ਨਹੀਂ ਕਰਨਾ। ਇਹ ਚਪੇੜ ਹੁੰਦੀ ਦੁੱਖਾਂ ਦੀ, ਦੁੱਖ ਦਾਰੂ ਸੁੱਖ ਰੋਗ। ਸਾਨੂੰ ਦੁੱਖ ਜੇ ਆਉਂਦੇ ਨੇ ਤੇ ਗੁਰੂ ਪਾਤਸ਼ਾਹ ਸਾਨੂੰ ਆਪਣੇ ਵੱਲ ਖਿੱਚਣ ਵਾਸਤੇ ਬੁਲਾਉਂਦੇ ਨੇ, ਅੱਧਾ ਅਸੀਂ ਆਕੜ ਜਾਂਦੇ। ਤੇ ਜਿਹੜਾ ਸੁੱਖ ਵਿੱਚ ਸਿਮਰਨ ਕਰੀ ਜਾਂਦਾ ਉਹਨੂੰ ਫਿਰ ਦੁੱਖ ਦੀ ਬਹੁਤੀ ਘੜੀ ਜ਼ਿਆਦਾ ਦੇਖਣੀ ਨਹੀਂ ਪੈਂਦੀ। ਐਸੀ ਕੁਝ ਬੇਨਤੀਆਂ, ਇੰਨੀਆਂ ਬੇਨਤੀਆਂ ਕਰਦਿਆਂ ਹੋਇਆਂ ਮੇਰੇ ਕਿਸੇ ਭਰਾ ਨੂੰ ਜਾਂ ਮੇਰੀ ਕਿਸੇ ਭੈਣ ਨੂੰ, ਮਾਂ ਨੂੰ ਮੇਰੀਆਂ ਕਿਸੇ ਗੱਲਾਂ ਤੋਂ ਦੁੱਖ ਲੱਗਿਆ ਹੋਏ ਵੀ ਐਵੇਂ ਆਗੇ ਬੁੱਢਾ ਜਾ ਕਹਿੰਦਾ ਰਹਿੰਦਾ ਵੀ ਕੇਸ ਰੱਖੋ, ਅਸੀਂ ਨਾਈ ਨੂੰ 150 ਰੁਪਏ ਦੇਣਾ ਹੁੰਦਾ ਤੇ ਇਹ ਕੌਣ ਹੁੰਦਾ, ਤੇ ਜਾਂ ਕੋਈ ਕਹੇ ਵੀ ਐਵੇਂ ਕਹਿੰਦਾ ਵੀ ਸ਼ਰਾਬ ਛੱਡ ਦੋ, ਅਸੀਂ ਆਪ ਪੀਣੀ ਨਹੀਂ ਹੈ, ਆਪ ਕੱਢਣੀ ਹੈ, ਇਹਨੂੰ ਕੀ ਤੰਗੀ ਹੈ। ਏਦਾਂ ਦੇ ਮੇਰੇ ਭਰਾ ਕਰਦੇ ਹੁੰਦੇ ਗੱਲਾਂ, ਤੇ ਮੈਂ ਉਹਨਾਂ ਤੋਂ ਮਾਫੀ ਮੰਗਦਾ ਵੀ ਭਰਾਵਾ ਮੈਂ ਤੁਹਾਡੇ ਕੋਲ ਪਰਚਾ ਨਹੀਂ ਦਰਜ ਕਰ ਸਕਦਾ, ਤੁਹਾਨੂੰ ਘਸੁੰਨ ਨਹੀਂ ਮਾਰ ਸਕਦਾ, ਗਲਤ ਸ਼ਬਦ ਨਹੀਂ ਤੁਹਾਡੇ ਲਈ ਵਰਤ ਸਕਦਾ। ਸਿਰਫ ਹੱਥ ਜੋੜ ਕੇ ਬੇਨਤੀ ਹੀ ਕਰ ਰਹੇ ਹਾਂ ਵੀ ਭਾਈ ਸਾਰੇ ਕੌਮ ਨਾਲ ਜੁੜੀਏ। ਸਿੱਖ ਆਪਣੇ ਆਪ ਨੂੰ ਤਾਂ ਹੀ ਕਹੀਏ ਜੇ ਸਿੱਖੀ ਸਿੱਖਿਆ ਗੁਰ ਵਿਚਾਰ ਤੇ ਪਹਿਰਾ ਦਈਏ। ਸਾਰੀ ਜ਼ਿੰਦਗੀ ਮੈਂ ਵੀ ਸਿੱਖ ਬਣਨ ਦਾ ਯਤਨ ਕਰ ਰਿਹਾ, ਮੈਂ ਵੀ ਅਜੇ ਸਿੱਖ ਨਹੀਂ ਬਣਿਆ ਹੋਇਆ, ਮੈਨੂੰ ਕਦੇ ਸੋਚ ਨਾ ਲਿਓ। ਫਿਰ ਮੈਂ ਬੇਨਤੀ ਕਰੂੰਗਾ, ਮੇਰੇ ਕੋਲ ਵੀ ਲੋਕ ਜਾਣ ਲੱਗ ਪਏ ਵੀ ਬਾਬਾ ਸਾਨੂੰ ਆਹ ਹੁੰਦਾ, ਸਾਨੂੰ ਆਹ ਹੁੰਦਾ। ਉਹ ਭਰਾਵੋ ਮੈਂ ਹਜੇ ਬਾਬਾ ਨਹੀਂ ਬਣਿਆ, ਬਾਬਾ ਤੁਹਾਡਾ ਨਾਨਕੇ ਰਹੇਗਾ। ਫਿਰ ਬਾਬਾ ਅਚਲ ਬਟਾਲੇ ਆਈ, ਬਾਬਾ ਗਿਆ ਬਗਦਾਦ ਨੂੰ
ਇੱਕ ਬਾਬਾ ਅਕਾਲ ਰੂਪ, ਦੂਜਾ ਮਰਦਾਨਾ ਰਬਾਬੀ। ਇਹ ਹੈ ਬਾਬਾ ਤੁਹਾਡਾ। ਐਵੇਂ ਨਾ ਜਿਹਨੂੰ ਮਰਜ਼ੀ ਉੱਠ ਕੇ ਬਾਬਾ ਬਣਾ ਲਿਓ, ਬਾਬੇ ਦਾ ਫਰਜ਼ ਹੁੰਦਾ ਕਿਸੇ ਤੇ। ਮੈਂ ਨਹੀਂ ਬਣ ਸਕਦਾ ਤੁਹਾਡਾ ਗ੍ਰੰਥੀ, ਬਾਬਾ ਬਣਿਆ ਰਹੇ ਤੇ ਬਣ ਜੇ। ਮੈਨੂੰ ਭਰਾਵਾ ਆਪਣੇ ਚਰਨਾਂ 'ਚ ਥਾਂ ਦੇ ਦਿਓ, ਮੇਰੇ ਵੱਲ ਨੂੰ ਨਾ ਆਇਆ ਕਰੋ। ਮੈਂ ਤੁਹਾਨੂੰ ਗੁਰਦੁਆਰੇ ਵੱਲ ਨੂੰ ਭੇਜਦਾ ਆ, ਅੱਗੇ ਤੁਸੀਂ ਤੁਰਨਾ ਤੁਰੋ, ਨਹੀਂ ਤੁਰਨਾ ਤੇ ਮੈਂ ਨਹੀਂ ਕਹਿ ਸਕਦਾ ਨਹੀਂ ਤੁਰਨਾ ਤੇ ਨਾ ਤੁਰੋ, ਮੈਂ ਤਾਂ ਕਹੂੰਗਾ ਤੁਰੋ। ਮੈਂ ਤਾਂ ਇਸੇ ਕਰਕੇ ਖਾਪਣਿਆ ਵੀ ਤੁਰੋ। ਇੱਕ ਵਾਰ ਇਕੱਠੇ ਹੋ ਜਾਈਏ, ਦੱਸ ਦਈਏ ਵੀ ਹਾਂ ਗੁਰੂ ਨਾਨਕ ਦੇ ਸਿੱਖ ਹੈ ਨੇ, ਇਮਾਨਦਾਰ ਹੁੰਦੇ ਨੇ, ਇਹ ਜਿੱਥੇ ਵੀ ਜਾਂਦੇ ਨੇ ਇਹਨਾਂ ਦੀ ਧੱਬਾ ਕੋਈ ਨਹੀਂ ਲੱਗਦਾ। ਇਹ ਤਾਂ ਸਮਾਂ ਲੋਕਾਂ ਦੀ ਜ਼ਿੰਦਗੀ ਬਦਲ ਕੇ ਚਲੇ ਜਾਂਦੇ ਨੇ। ਜਿੱਥੇ ਵੀ ਜਾਂਦੇ ਨੇ ਉਹਨਾਂ ਲੋਕਾਂ ਨੂੰ ਜੀਣ ਦੀ ਜਾਚ ਦੱਸਦੇ ਨੇ। ਤਾਂ ਬਾਬੇ ਦੀ ਸੋਚ ਸੀ ਕਿ ਜਦੋਂ ਬਾਬਾ ਕਿਸੇ ਪਿੰਡ ਚ ਅਟਕਦਾ ਹੈ ਤੇ ਉਹ ਪਿੰਡ ਵਾਲੇ ਸੇਵਾ ਕਰਦੇ ਨੇ ਤੇ ਉਹਨਾਂ ਨੂੰ ਬਾਬਾ ਕਹਿੰਦਾ ਕਿ ਜਿਹੜੇ ਸੇਵਾ ਕਰਨ ਉਹਨਾਂ ਨੂੰ ਕਹਿੰਦਾ ਉੱਜੜ ਜਾਓ ਸਾਰੇ। ਤੇ ਜਦੋਂ ਦੂਜੇ ਚ ਜਾਂਦਾ ਜਿੱਥੇ ਗਾਲਾਂ ਕੱਢਦੇ ਨੇ ਤੇ ਬੜੀਆਂ ਬੜੀਆਂ ਗੱਲਾਂ ਕਰਦੇ ਨੇ, ਉਹਨਾਂ ਨੂੰ ਬਾਬਾ ਜੀ ਜਾਣ ਲੱਗਿਆ ਕਹਿੰਦੇ ਨੇ ਕਿ ਬਸਦੇ ਰਹੋ ਬਸਦੇ ਰਹੋ। ਮਰਦਾਨਾ ਦਾ ਕਿਦਾਂ ਦੀ ਗੱਲ ਕਰਨੇ ਆ, ਜਿਹਨੇ ਪੁੱਛਿਆ ਕੁਛ ਨਹੀਂ, ਗਾਲਾਂ ਕੱਢੀਆਂ, ਉਹਨਾਂ ਨੂੰ ਕਹਿੰਦੇ ਬਸਦੇ ਰਹੋ, ਉਹਨਾਂ ਨੂੰ ਵਰ ਦੇਣ ਦੇ ਆ। ਤੇ ਜਿਹਨੇ ਲੰਗਰ ਪਾਣੀ ਪੁੱਛਿਆ, ਮੁੱਠੀ ਚਾਪੀ ਕੀਤੀ, ਉਹਨਾਂ ਨੂੰ ਕਹਿੰਦੇ ਉੱਜੜ ਜਾਓ। ਆਂਦੇ ਮਰਦਾਨਿਆ ਜੇ ਇਹ ਲੋਕ ਉੱਜੜ ਕੇ ਜਾਣਗੇ, ਹੁਣ ਅਮਰੀਕਾ ਚ ਤੁਹਾਡੀ ਸਿੱਖਾਂ ਦੀ ਧਾਂਕ ਪੈਣ ਲੱਗੀ ਆ, ਉੱਥੇ ਤੁਸੀਂ ਖੰਡਾ ਚਾੜਨ ਲੱਗੇ ਆ। ਉਹਨਾਂ ਦੇ ਸਾਨੂੰ ਇੱਥੇ ਚੜ੍ਹਨ ਨਹੀਂ ਦਿੱਤਾ, ਉੱਥੇ ਉਹਨਾਂ ਦੇ ਰਾਸ਼ਟਰੀ ਝੰਡੇ ਦੇ ਨਾਲ ਤੁਹਾਡਾ ਖਾਲਸਤਾਨ ਦਾ ਝੰਡਾ, ਸਿੱਖਾਂ ਦਾ ਝੰਡਾ ਚਾੜਿਆ, ਜਿਹੜਾ ਸਾਡਾ ਨਿਸ਼ਾਨ ਸਾਹਿਬ ਦਾ ਕਲਰ ਹੈ, ਉੱਥੇ ਦਿੱਤਾ ਹੋਇਆ। ਔਰ ਅਮਰੀਕਾ ਦੀਆਂ 10 ਸਟੇਟਾਂ ਵਿੱਚ ਹਰ ਹਿੰਦੂਆਂ ਦਾ ਬੱਚਾ, ਹਰ ਮੁਸਲਮਾਨਾਂ ਦਾ ਬੱਚਾ, ਯਹੂਦੀਆਂ ਦਾ, ਈਸਾਈਆਂ ਦਾ, ਅੰਗਰੇਜ਼ਾਂ ਦਾ ਬੱਚਾ ਸਿੱਖ ਧਰਮ ਦੀ ਮੁੱਢਲੀ ਜਾਣਕਾਰੀ ਪ੍ਰਾਪਤ ਕਰੇਗਾ, ਜਿਹੜੀ ਤੁਹਾਨੂੰ ਨਹੀਂ ਉਹ ਉੱਥੇ ਬੱਚੇ ਪੜ੍ਹਨਗੇ। ਜਿਹੜੇ ਤੁਹਾਡੇ ਬੱਚਿਆਂ ਨੂੰ ਨਹੀਂ ਜਾਣਕਾਰੀ ਮੁੱਢਲੀ, ਉਹ ਬੱਚਿਆਂ ਨੂੰ ਪਹਿਲੀ ਦੇ ਸਿਲੇਬਸ ਵਿੱਚ ਦਿੱਤੀ ਜਾਏਗੀ ਕਿ ਸਿੱਖ ਕੌਣ ਹੁੰਦੇ ਨੇ, ਇਹਨਾਂ ਦੀ ਆਇਡੈਂਟੀਫਿਕੇਸ਼ਨ ਕੀ ਹੈ। ਤੇ ਅਸੀਂ ਤੁਹਾਡੇ ਚਰਨਾਂ 'ਚ ਤਾਂ ਹੱਥ ਜੋੜਦੇ ਆ। ਮਹਾਂਪੁਰਖ ਚੰਗੇ ਹੁੰਦੇ ਨੇ, ਉਹ ਚੰਗੀਆਂ ਗੱਲਾਂ ਦੱਸ ਜਾਂਦੇ ਹੁੰਦੇ ਨੇ, ਪਰ ਇੱਕ ਕੌਮ ਨੂੰ ਬੰਨ ਕੇ ਰੱਖਣਾ, ਇੱਕ ਕੌਮ ਨੂੰ ਐਨ ਮੁੱਠੀ ਮੀਟ ਕੇ ਰੱਖਣੀ, ਮੁੱਠੀ ਖੋਲਣ ਨਹੀਂ ਦੇਣੀ, ਇੱਕ ਹੋਰ ਗੱਲ ਹੁੰਦੀ ਹੈ। ਇਹ ਹੁੰਦੀ ਗੁਰੂਆਂ ਕੋਲ। ਇਸ ਕਰਕੇ ਇਹਨੂੰ ਡਰੋ। ਜਿੱਥੇ ਵੀ ਤੁਸੀਂ ਲੱਗੇ ਹੋ, ਕੌਮ ਮਾੜੇ ਥਾਂ ਨਹੀਂ ਲੱਗੇ ਹੋਣਗੇ, ਚੰਗੇ ਥਾਂ ਤੇ ਲੱਗੋ। ਪਰ ਜੇ ਅਸੀਂ ਵੀ ਤੁਹਾਨੂੰ ਕਿਸੇ ਪਾਸੇ ਨੂੰ ਭੇਜਦੇ ਹਾਂ ਤਾਂ ਤੁਹਾਨੂੰ ਆਪਣੇ ਵੱਲ ਨੂੰ ਭੇਜਦੇ, ਕਿਸੇ ਚੰਗੇ ਪਾਸੇ ਨੂੰ ਭੇਜਦੇ, ਸੋਚ ਅਨੁਸਾਰ ਵੀ ਇਹ ਪਾਸਾ ਚੰਗਾ, ਇਹ ਸੀਨਾ ਵਸੀਨਾ ਖਾਲਸਾ ਪੰਥ ਦਾ ਖੜਾ ਰਹੇਗਾ, ਇਹ ਨਿਸ਼ਾਨ ਝੁਲਦੇ ਰਹਿਣਗੇ। ਹੁਣ ਜਿਹੜੇ ਵੀ ਬਾਬੇ ਬੂਬੇ ਇੱਧਰ ਉੱਧਰ ਜਾਣ ਗਏ ਨੇ, ਉਹਨਾਂ ਨੂੰ ਇਹ ਨਿਸ਼ਾਨ ਸਾਹਿਬ ਨੂੰ ਚੋਲਾ ਚਾਣ ਦੀ ਲੋੜ ਕੋਈ ਵੀ ਨਹੀਂ ਹੋਗੀ। ਜਦੋਂ ਕਿ ਕੌਮ ਤੇ ਬੋਝ ਪਏਗਾ, ਇਹਨਾਂ ਬਾਬਿਆਂ ਚ ਕੋਈ ਵੀ ਬੰਦਾ ਸ਼ਰੇਆਮ ਰਿਟਨ ਰੂਪ ਵਿੱਚ ਜਾਂ ਵਰਬਲੀ ਨਹੀਂ ਸਰਕਾਰ ਨੂੰ ਕਹੇਗਾ ਵੀ ਤੂੰ ਧੱਕਾ ਕਰਦੀ ਹੈ। ਜੇ ਬੋਲੂਗਾ ਤੇ ਗੁਰੂ ਦਾ ਨਮਾਣਾ ਜਾਂ ਖਾਲਸਾ ਹੀ ਬੋਲੇਗਾ ਵੀ ਤੁਸੀਂ ਇੱਥੇ ਧੱਕਾ ਕੀਤਾ, ਤੁਸੀਂ ਇੱਥੇ ਧੱਕਾ ਕੀਤਾ, ਤੁਸੀਂ ਇੱਥੇ ਧੱਕਾ ਕੀਤਾ, ਉੱਥੇ ਤੁਸੀਂ ਹੀ ਖੜੋਗੇ। ਇਹ ਤੁਹਾਡੇ ਜੁਰਤ ਪਾਈ ਹੋਈ ਹੈ ਗੁਰੂ ਗੋਬਿੰਦ ਸਿੰਘ ਨਾਲ। ਇਸ ਕਰਕੇ ਉਹ ਜੁਰਤ ਉਹਦੇ ਸਿਧਾਂਤ ਨਾਲ ਬਣਨੀ ਹੈ। ਉਹ ਸਿਧਾਂਤ ਨੂੰ ਚੱਕੀਏ ਤੇ ਇੰਨੀਆਂ ਬੇਨਤੀਆਂ ਪ੍ਰਵਾਨ ਕਰਦੇ ਹੋਏ ਦਾਸ ਨੂੰ ਖਿਮਾ ਕਰ ਦੇਣਾ ਜੇ ਕਿਸੇ ਨੂੰ ਮੇਰੀ ਗੱਲ ਤੋਂ ਅਲਰਜੀ ਹੋਈ ਹੈ। ਮੈਂ ਤੁਹਾਡਾ ਬੁਲਾਇਆ ਬੋਲਣਾ ਸੀ, ਤੁਹਾਨੂੰ ਪਹਿਲਾਂ ਸੀਸ ਲੈਣੀ ਸੀ, ਅੱਜ ਮੈਨੂੰ ਉਹ ਵੀ ਚੇਤਾ ਭੁੱਲ ਗਿਆ ਮੂਰਖ ਨੂੰ। ਪਹਿਲਾਂ ਮੈਂ ਸੀਸ ਲੈਣਾ ਹੁੰਨਾ ਵੀ ਤੁਸੀਂ ਮੈਨੂੰ ਅਸੀਸ ਦਿਓ, ਮੇਰੇ 'ਚ ਕੋਈ ਜੋ ਗੁਣ ਨਹੀਂ ਹੈ ਤਾਂ ਕਿ ਮੈਂ ਤੁਹਾਡੀ ਸੱਚੀ ਸੇਵਾ ਨਿਭਾ ਸਕਾਂ। ਮੈਂ ਕੋਈ ਕਥਾਵਾਚਕ ਨਹੀਂ ਹੈ, ਕੋਈ ਗਿਆਨੀ ਗ੍ਰੰਥੀ ਨਹੀਂ ਹਾਂ, ਮੈਂ ਤਾਂ ਬਾਬੇ ਨਾਨਕ ਦੇ ਦਰ ਦਾ ਨਿਮਾਣ ਜਾਓ। ਕਬੀਰ ਕੁਕਰ ਰਾਮ ਕੋ ਮੁਤੀਆ ਮੇਰੋ ਗਲੇ ਹਮਾਰੇ ਜੇ ਖਿੰਚੈ। ਏਦਾਂ ਦਾ ਬਣਦਾ ਯਤਨ ਕਰਦੇ, ਬਣਿਆ ਨਹੀਂ ਗਿਆ। ਜੇ ਕੁੱਤਾ ਵੀ ਬਣਿਆ ਨਹੀਂ ਗਿਆ ਬਾਬੇ ਦਾ, ਇਹਦੇ ਵਾਸਤੇ ਵੀ ਬੜੀ, ਜੇ ਡੰਡਾ ਮਾਰੇ ਤਾਂ ਫਿਰ ਕਈ ਵਾਰ ਘਰੋਂ ਦੌੜ ਪਈਦਾ ਵੀ ਬਾਬਾ ਡੰਡਾ ਮਾਰ ਲਿਆ। ਦੁੱਖਾਂ ਦੇ ਹੁੰਦੇ ਘਬਰਾ ਜਾਈਦਾ, ਪਰ ਨਹੀਂ, ਘਬਰਾਣਾ ਨਹੀਂ ਹੈ, ਸਿੱਧਕ ਰੱਖਣਾ। ਘਬਰਾ ਕੇ ਦੁੱਖ ਵੱਧ ਜਾਊਗਾ, ਘਟੂਗਾ ਨਹੀਂ। ਸਿੱਧ ਨਾਲ ਦੁੱਖ ਘਟ ਜਾਂਦਾ, ਭਰੋਸੇ ਨਾਲ ਦੁੱਖ ਘਟ ਜਾਂਦਾ। ਖਾਣ ਪਾਣ ਘੱਟ ਕਰ ਦਿਆ ਕਰੋ, ਬਹੁਤ ਸਾਦੀਆਂ ਚੀਜ਼ਾਂ ਖਾਓ। ਸਵੇਰੇ ਉੱਠ ਕੇ ਹਰ ਜਨਾਨੀ ਚੱਕੀ ਚੋ ਜਾਂ ਦੁੱਧ ਰਿੜਕੋ ਜਾਂ ਉਦਾਂ ਹੀ ਏਦਾਂ ਕਰੋ, ਕੁਛ ਨਾ ਕੁਛ ਕਰੋ। ਬਾਹਰ ਲੈਟਰਨ ਜਾ ਕਰੋ, ਖੁੱਲੀ ਹਵਾ 'ਚ, ਕੁਝ ਜੀਵਨ ਨੂੰ ਬਦਲੋ। ਆ ਜਿਹੜੇ ਸੁੱਖਾਂ 'ਚ ਜਾਈ ਜਾਂਦੇ ਆ, ਇਹਨਾਂ ਤੇ ਦੁੱਖ ਪੈਦਾ ਹੋਣੇ। ਸੁੱਖ ਦਾਰੂ ਸੁੱਖ ਰੋਗ, ਸੁੱਖਾਂ ਤੋਂ ਰੋਗ ਪੈਦਾ ਹੋ ਰਹੇ ਨੇ। ਸੁੱਖ ਬਹੁਤੇ ਨਾ ਲਓ। ਪਹਿਲੇ ਬੰਦੇ ਤਾਂ ਤੰਦਰੁਸਤ ਨੇ, ਸਾਰੇ ਕੰਮ ਕੀਤੇ ਘਰੀ, ਅੱਜ ਤੁਹਾਡੇ ਕੰਮ ਛੁੱਟਦੇ ਜਾਂਦੇ ਨੇ ਤਾਂ ਤੁਸੀਂ ਦੁਖੀ ਹੁੰਦੇ ਜਾਂਦੇ। ਖਾਣਾ ਪਾਣਾ ਜ਼ਿਆਦਾ ਹੋ ਗਿਆ ਤੇ ਕੰਮ ਫਿਜ਼ੀਕਲ ਘਟ ਗਿਆ। ਇਸ ਕਰਕੇ ਸਿਆਣੇ ਬਣੋ। ਇੰਨੀਆਂ ਬੇਨਤੀਆਂ ਪ੍ਰਵਾਨ ਕਰਦੇ ਹੁਣ ਗੱਜ ਕੇ ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ। ਐਦਾਂ ਹੀ ਬੈਠੇ ਰਹਿਣਾ, ਹਜੇ ਕੀਰਤਨ ਜਿਹੜਾ ਪੌਣਾ ਘੰਟਾ ਹੋਣਾ ਉਸ ਨੂੰ ਕਰੀਏ।
ਵਾਹਿਗੁਰੂ ਜੀ ਮੇਰੇ ਸਤਿਗੁਰਾ ਮੈਂ ਤੁਝ ਬਿਨ ਅਵਰ ਨ ਕੋਇ। 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 ਹਮ ਮੂਰਖ ਮੁਗਧ ਸਰਨਾਗਤੀ ਕਰ ਕਿਰਪਾ ਮਿਲੇ ਹਰ ਸੋਏ। ਹਮ ਮੂਰਖ ਮੁਗਧ ਸਰਨਾਗਤੀ ਕਰ ਕਿਰਪਾ ਮਿਲੇ ਹਰ ਸੋਏ। ਮੇਰੇ ਸਤਿਗੁਰਾ ਮੈਂ ਤੁਝ ਬਿਨ ਅਵਰ ਨ ਕੋਇ। ਮੇਰੇ ਸਤਿਗੁਰਾ ਤੁਝ ਬਿਨ ਅਵਰ ਨ ਕੋਇ। ਮੈਂ ਮਨ ਤਨ ਬਿਰਹੋ ਅਤਲਾ ਗੋਪੀ ਸੰਭਲੇ ਕਰ ਆਏ। ਮੈਂ ਮਨ ਤਨ ਬਿਰਹੋ ਅਤਲਾ ਮੈਂ ਮਨ ਤਨ ਬਿਰਹੋ ਅਤਲਾ ਗੋਪੀ ਸੰਭਲੇ ਕਰ ਆਏ। ਮੈਂ ਮਨ ਤਨ ਬਿਰਹੋ ਜਾਨ ਦੇਖਾ ਪ੍ਰਭੇ ਆਪਣਾ ਜਾਨ ਦੇਖਾ ਪ੍ਰਭ ਆਪਣਾ। ਸਭ ਦੇਖੇ ਸਭ ਦੇਖੇ ਰੁਕ ਜਾਏ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ। ਪ੍ਰਭ ਦੇਖਿਆ ਦੁੱਖ ਜਾਏ ਪ੍ਰਭ ਦੇਖਿਆ ਦੁੱਖ ਜਾਏ। ਵਾਹਿ 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 ਦਾਤ ਕਾ ਪ੍ਰਭ ਆਪਣਾ ਪ੍ਰਭ ਦੇਖੇ ਦੁੱਖ ਜਾਏ। ਦਾਤ ਕਾ ਪ੍ਰਭ ਆਪਣਾ ਪ੍ਰਭ
शरणागति कर कृपा मिले हर कोय हम मूरख मगध शरणागति कर कृपा मिले हर कोय मेरे सतगुरा मैं तुझ बिन अवद न कोय मेरे सतगुरा सतगुर दाता हर जान का सब आप मिलावे कोय सतगुर दाता हर जान का सतगुर हर प्रभ पूजया गुर जीवत अमर न कोय सतगुर हर प्रभ पूजया गुर जीवत अमर न कोय गुर करनाई तै परवान गुर करनाई तै गुर करनाई तै पवान गुर करनाई तै पवान कर दया मिले प्रभ सोए 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 वाह 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 गुर शरणाई तह पवा कर दया मिले प्रभ सो गुर शरणाई तह पवा कर दया मिले प्रभ सो कर दया मिले प्रभ सो
हम मूरत मगध सर नाथी, हर कृपा मिले हर कोय। हम मूरत मगध सर नाथी, हर कृपा मिले हर कोय। मेरे सतगुरा हर कुछ बिन अब न कोय। मन भटकन न पाया, हर पावत के सब सोए। मन भटकन न पाया, सहस सियाणप कर रहे, मन को रंग न होए। सहस सियाणप कर रहे, मन को रंग न होए। कूड़ कपट किना पायो, कूड़ कपट किना पायो। जो भी जतावे सोए, जो भी जतावे सोए। सतगुर बाजो घर नहीं कोई, रे काला नौकरा। रे काला नौकरा, रे काला नौकरा। पीवो पहल कुंडे तार, पीवो पहल कुंडे तार। होए जन्म सोहला, होए जन्म सोहला। सपन तेरी आस सब, अब की मेरे तू रास। सपन तेरी आस सब, शब्द हो खाली को नहीं, सतगुर मुखानो साबास। शब्द हो खाली को नहीं, सतगुर मुखानो साबास। एक कोटल कब से काट ले, कोटल कब से काट ले। जल नानक की हरिदास,
ਪਾਗਲ ਡੁੱਬਦੇ ਕੱਢ ਲੈ ਡੱਕ ਪਾਗਲ ਡੁੱਬਦੇ ਕੱਢ ਲੈ ਧੰਨ ਨਾਨਕ ਕੀ ਅਰਦਾਸ ਪਾਗਲ ਡੁੱਬਦੇ ਕੱਢ ਲੈ ਧੰਨ ਨਾਨਕ ਕੀ ਅਰਦਾਸ ਧੰਨ ਨਾਨਕ ਕੀ ਅਰਦਾਸ ਧੰਨ ਨਾਨਕ ਕੀ ਅਰਦਾਸ ਮੇਰੇ ਸਤਿਗੁਰਾ ਮੈਂ ਤੁਝ ਬਿਨ ਅਬਦ ਨ ਕੋਇ ਮੇਰੇ ਸਤਿਗੁਰਾ ਮੈਂ ਤੁਝ ਬਿਨ ਅਬਦ ਨ ਕੋਇ ਮੂਰਖ ਮੁਗਧ ਕਰਨਾਥੀ ਕਰ ਕਿਰਪਾ ਮਿਲੇ ਹਰ ਕੋਇ ਮੂਰਖ ਮੁਗਧ ਕਰਨਾਥੀ ਕਰ ਕਿਰਪਾ ਮਿਲੇ ਹਰ ਕੋਇ ਮੇਰੇ ਸਤਿਗੁਰਾ ਮੈਂ ਤੁਝ ਬਿਨ ਅਬਦ ਨ ਕੋਇ ਮੈਂ ਤੁਝ ਬਿਨ ਅਬਦ ਕੋਇ ਬਿਖ ਪੌਜਲ ਡੁੱਬਦੇ ਕੱਢ ਲੈ ਜਨ ਨਾਨਕ ਕੀ ਅਰਦਾਸ ਸਤਿਗੁਰ ਦਇਆ ਨਿਤ ਮਹਿਮਾ ਅਗਾਧ ਗੋਰ ਸਤਿਗੁਰ ਦਇਆ ਮਹਿਮਾ ਅਗਾਧ ਗੋਰ ਸਤਿਗੁਰ ਦਇਆ ਨਿਤ ਮਹਿਮਾ ਅਗਾਧ ਗੋਰ ਸਤਿਗੁਰ ਦਇਆ ਨਿਤ ਮਹਿਮਾ ਅਗਾਧ ਗੋਰ ਨਮੋ 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 ਨੇਤ 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 ਹੈ ਨਮੋ 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 ਨੇਤ 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 ਹੈ ਨਮੋ 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 ਸਤਿਗੁਰ ਦਇਆ ਨਿਤ ਮਹਿਮਾ ਅਗਾਧ ਗੋਰ ਸਤਿਗੁਰ ਦਇਆ ਨਿਤ ਮਹਿਮਾ ਅਗਾਧ ਕਰਨ ਸਰਨ ਗੁਰ ਏਕ ਪੈਂਡਾ ਜਾਏ ਚੱਲ ਕਰਨ ਸਰਨ ਗੁਰ ਏਕ ਪੈਂਡਾ ਜਾਏ ਚੱਲ ਚਰਨ ਸਰਨ ਗੁਰ ਏਕ ਪੈਂਡਾ ਜਾਏ ਚੱਲ ਚਰਨ ਸਰਨ ਗੁਰ ਏਕ ਪੈਂਡਾ ਜਾਏ ਚੱਲ ਸਤਿਗੁਰ ਕੋਟ ਪੈਂਡਾ ਆਗੇ ਹੋਏ ਲੇਤ ਹੈ ਸਤਿਗੁਰ ਕੋਟ ਪੈਂਡਾ
ਸਤਿਗੁਰ ਕੋਟ ਪੈਂਡਾ ਆਗੇ ਹੋਏ ਲੇਤ ਹੈ ਸਤਿਗੁਰ ਕੋਟ ਪੈਂਡਾ ਇੱਕ ਬਾਰ ਸਤਿਗੁਰ ਮੰਤਰ ਸਿਮਰਨ ਮਾਤਰ ਇੱਕ ਬਾਰ ਸਤਿਗੁਰ ਇੱਕ ਬਾਰ ਸਤਿਗੁਰ ਮੰਤਰ ਸਿਮਰਨ ਮਾਤਰ ਇੱਕ ਬਾਰ ਸਤਿਗੁਰ ਸਿਮਰਨ ਕਾਹੇ ਬਾਰੰਬਾਰ ਗੁਰ ਦੇਤ ਹੈ ਸਿਮਰਨ ਕਾਹੇ ਸਿਮਰਨ ਕਾਹੇ ਬਾਰੰਬਾਰ ਗੁਰ ਦੇਤ ਹੈ ਸਿਮਰਨ ਕਾਹੇ ਬਾਰ ਗੁਰ ਦੇਤ ਸਿਮਰਨ ਕਾਹੇ ਬਾਰ ਗੁਰ ਦੇਤ ਹੈ ਸਿਮਰਨ ਕਾਹੇ ਸਿਮਰਨ ਕਾਹੇ ਬਾਰ ਗੁਰ ਦੇਤ ਹੈ ਸਿਮਰਨ ਕਾਹੇ ਬਾਰ ਗੁਰ ਦੇਤ ਹੈ ਸਿਮਰਨ ਕਾਹੇ ਬਾਰ ਗੁਰ ਦੇਤ ਵਾਹਿਗੁਰੂ
ਤਾਹੇ ਬਾਰੰਬਾਰ ਗੁਰ ਪਾਵਨੀ ਭਗਤ ਪਾਏ ਕੌਡੀ ਅਗਰ ਪਾਗ ਰੱਖੈ ਪਾਵਨੀ ਭਗਤ ਪਾਏ ਕੌਡੀ ਅਗਰ ਪਾਗ ਰੱਖੈ ਤਾਹੇ ਗੁਰ ਸਰਬ ਦਾਨ ਦੇਤ ਤਾਹੇ ਗੁਰ ਸਰਬ ਦਾਨ ਦੇਤ ਸਤਿਗੁਰ ਦਇਆ